ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ। कौन नहीं जानता जगदीश टाइटल सज्जन कुमार का की रोल सीगा, शरेआम सारा कुछ पता सी। पर प्रॉब्लम की आ भी ये जिहड़े लोग ने ये लोग जान बुझ के चिचड़ियाँ छेड़ते हैं कि कौम नूं भड़काइए, इन्हां दे जज्बात भड़काइए। सरकारां नूं चाहीदा जे सख्त कानून सिखां वास्ते इन्हां दुष्टां वास्ते भी सेम कानून होने चाहिए ने ते लागू करके कानून ते ठोक के इन्हां दे उत्ते जिहड़ियां कानूनी कार्रवाईयां ने वो कीतियां जाण। ਇਹ ਵੇਖੋ ਜੀ, ਇੱਕ ਮੈਂ ਅੱਜ ਅਖਬਾਰ ਪੜ੍ਹਿਆ ਕਿ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਰਦਾਸ ਕੀਤੀ ਆ ਤੇ ਉਹਨੂੰ ਹੱਥ ਘੜੀਆਂ ਲਾ ਕੇ ਤੇ ਪਰਚਾ ਦਰਜ ਕਰਕੇ ਤੇ ਜੇਲ੍ਹ ਵੱਲ ਨੂੰ ਲਈ ਜਾ ਰਹੇ ਆ। ਮੈਨੂੰ ਸਮਝ ਨਹੀਂ ਆ ਰਹੀ ਕਿ ਕੋਈ ਅਰਦਾਸ ਵੀ ਨਹੀਂ ਕਰ ਸਕਦਾ। ਅਰਦਾਸ ਵੀ ਕਰਨ ਵਾਲਿਆਂ ਦੇ ਉੱਤੇ ਅੱਜ ਪਰਚਾ ਦਰਜ ਕਰ ਦਿੱਤਾ ਗਿਆ ਵਾ। ਇਹ ਸਾਰੇ ਪਹਿਲਾਂ ਤਾਂ ਇਹਨਾਂ ਬੰਦਿਆਂ ਨੂੰ ਦੇ ਦਿੰਦੇ ਸ਼ਾਹ। ਵੇਖੋ ਹੁਣ ਸਕਿਉਰਟੀਆਂ ਦੇ ਦਿੱਤੀਆਂ, ਜੇ ਇਹੋ ਹੀ ਬੰਦਾ ਫੜ ਗਿਆ ਜੰਦਰ ਕੀਤਾ ਹੁੰਦਾ ਤੇ ਆਪੇ ਪੰਜਾਬ ਦੇ ਮਾਹੌਲ ਨੂੰ ਅੱਗ ਨਾ ਲੱਗਦੀ। ਆਪਣੇ ਤਰੀਕੇ ਦੇ ਨਾਲ ਪ੍ਰਦਰਸ਼ਨ ਨੂੰ ਜਿਹੜਾ ਵਾ ਕਹਿ ਰਹੇ ਆ ਕਿ ਇਹ 'ਤੇ ਕਾਰਵਾਈ ਕਰੋ, ਹਾਲਾਤ ਨਾ ਇੱਦਾਂ ਦੇ ਬਣਨ ਵੀ ਕੋਈ ਸਿੱਖ ਨੌਜਵਾਨ ਗੁੱਸੇ ਦੇ ਵਿੱਚ ਆ ਕੇ ਜਾ ਕੇ ਚਾਰ ਚਪੇੜਾਂ ਦੇ ਲਾ ਦੇ, ਬਾਅਦ ਸਾਡੇ ਸਿੰਘਾਂ ਦੇ ਪਰਚੇ ਹੋ ਜਾਣੇ ਨੇ। ਜਗਦੀਸ਼ ਟਾਈਟਲਰ ਇੱਕ ਉਹ ਨਾਮ ਆ ਕਿ ਜਿਹਦਾ ਨਾਂ ਸੁਣਦਿਆਂ ਸਾਰ ਹੀ ਖਾਲਸਾ ਜਾਂ ਸਿੱਖ ਕੌਮ ਦੇ ਜਿਹੜੇ ਖੂਨ ਜਿਹੜਾ ਸਾਡੀਆਂ ਅੱਖਾਂ ਦੇ ਵਿੱਚ ਆ ਜਾਂਦਾ, ਸਾਡਾ ਖੂਨ ਖੌਲਦਾ ਆ। ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇ ਤੂੰ ਕਹਿਣਾ ਵਾ ਕਿ ਜਗਦੀਸ਼ ਟਾਈਟਲਰ ਇੱਕ ਬਿਲਕੁਲ ਨਿਰਦੋਸ਼ ਆ ਤੇ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਇੱਕ FRI ਨਹੀਂ ਅਜੇ ਤੱਕ ਦਰਜ ਹੈਗੀ। ਉਹਨਾਂ ਨੂੰ ਤੁਸੀਂ ਅੱਤਵਾਦੀ ਦੇ ਨਾਂ ਤੇ ਨਵਾਜਦੇ ਜੇ। ਉਹਨੇ ਕਿਹਾ ਖਾਲਿਸਤਾਨ ਵਾਲੇ ਬੰਦੇ, ਇਹ 2020 ਵਾਲੇ ਬੰਦੇ ਇੱਥੇ ਆਏ। ਇਹ ਸੰਤ ਭਿੰਡਰਾਂ ਵਾਲੇ ਜਰਨੈਲ ਸਿੰਘ ਦੀ ਫੋਟੋ ਨੂੰ ਮੈਂ ਆ ਕਰੂੰਗਾ। ਸੰਤ ਭਿੰਡਰਾਂ ਵਾਲਾ ਜਰਨੈਲ ਸਿੰਘ ਇਉਂ ਆ ਜਿਉਂ ਆ। ਪਹਿਲੀ ਗੱਲ ਤੇ ਇਸ ਬੰਦੇ ਨੂੰ ਬੇਵਕੂਫ ਨੂੰ ਪੁੱਛੇ ਵੀ ਗੱਲ ਤੇ ਜਗਦੀਸ਼ ਟਾਈਟਲਰ ਦੀ ਜਿਹੜੀ ਆ ਉਹ ਹੁੰਦੀ ਆ। ਤੂੰ ਮੁੱਦਾ ਭੜਕਾ ਕੇ ਦੂਜੇ ਬੰਨੇ ਨੂੰ ਖੜਨ ਡਿਆ, ਖਾਲਿਸਤਾਨ ਨਾਲ ਨੂੰ ਜਾਂ 2020 ਵੱਲ ਨੂੰ ਖੜਨ ਡਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਟਾਈਮ ਤੇ ਤੁੰਗਾ ਵਾਲੀ ਪੁਲੀ ਤੇ ਖੜੇ ਆ। ਉਹ ਲੋਕੇਸ਼ਨ ਆ ਜਿੱਥੇ 2-3 ਦਿਨ ਪਹਿਲੋਂ ਇੱਥੇ ਪੋਸਟਰ ਲਗਾਏ ਗਏ ਸੀ ਸੱਜਣ ਕੁਮਾਰ ਦੇ ਜਗਦੀਸ਼ ਟਾਈਟਲਰ, ਜਿਹਦੇ ਬਾਰੇ ਸੰਗਤ ਜਾਣਦੀ ਆ ਭਲੀ ਭਾਂਤ। 1984 ਦੇ ਵਿੱਚ ਕੀ ਕੁਝ ਹੋਇਆ, ਉਸ ਤੋਂ ਬਾਅਦ ਦੇ ਵਿੱਚ ਕੀ ਕੁਝ ਕਰਵਾਇਆ ਗਿਆ ਤੇ ਜਿਹਦੇ ਜਗਦੀਸ਼ ਟਾਈਟਲਰ ਦਾ ਮੁੱਖ ਨਾਮ ਅੱਗੇ ਆਉਂਦਾ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ, ਦੋ ਨਾਮ ਮੁੱਖ ਆ। ਅੰਮ੍ਰਿਤਸਰ ਦੇ ਤੁੰਗਾ ਵਾਲੀ ਪੁਲੀ ਜਿੱਥੇ ਇਸ ਟਾਈਮ ਖੜੇ ਆ, ਇਹ ਉਹ ਲੋਕੇਸ਼ਨ ਆ। ਇਸ ਲੋਕੇਸ਼ਨ ਤੇ ਉਹਦੇ ਜਨਮ ਦਿਨ ਦੇ ਵਧਾਈਆਂ ਦੇ ਪੋਸਟਰ ਲੱਗੇ ਸੀ। ਉਹ ਕੁਛ ਜਥੇਬੰਦੀਆਂ ਵੱਲੋਂ ਲਾ ਦਿੱਤੇ ਜਾਂਦੇ ਆ, ਉਸ ਤੋਂ ਬਾਅਦ ਮੁੱਦਾ ਗਰਮਾ ਜਾਂਦਾ। ਜੇ ਮੈਂ ਥੋੜ੍ਹੀ ਜਿਹੀ ਪੰਛੀ ਝਾਤ 1984 ਦੀ ਆਪਾਂ ਗੱਲ ਕਰੀਏ ਤੇ ਕਾਨਪੁਰ, ਬੋਕਾਰੋ ਤੇ ਦਿੱਲੀ ਦੀ ਧਰਤੀ ਦਾ ਆਪਾਂ ਨੂੰ ਪਤਾ ਹੀ ਆ ਕੀ ਕਹਿਰ ਵਾਪਰਿਆ। ਸਿੱਖ ਕੌਮ ਦੀ ਨਸਲਕੁਸ਼ੀ ਕੀਤੀ ਗਈ। ਉਹਦੇ ਵਿੱਚ ਦੋ ਨਾਮ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦਾ ਆਇਆ ਸੀ ਤੇ ਜਗਦੀਸ਼ ਟਾਈਟਲਰ ਦੇ ਜਿਹੜੇ ਕਿ ਇਸੇ ਹੀ ਲੋਕੇਸ਼ਨ ਤੇ ਪੋਸਟਰ ਲੱਗੇ ਸੀ, ਜਿਹਦੇ ਵਿੱਚ ਪਰਮਜੀਤ ਸਿੰਘ ਕਾਲੀ ਤੇ ਹੋਰ ਜਥੇਬੰਦੀਆਂ ਦੇ ਨੁਮਾਇੰਦਿਆਂ ਨੂੰ ਲਾ ਦਿੱਤੇ ਜਾਂਦੇ ਆ। ਉਸ ਤੋਂ ਬਾਅਦ ਮੁੱਦਾ ਗਰਮਾ ਜਾਂਦਾ ਮੀਡੀਆ ਦੇ ਵਿੱਚ। ਕਰਮਜੀਤ ਜਿਨੇ ਕੀ ਕਿਹਾ ਸੀ ਕਿ ਮੈਨੂੰ ਟਾਈਮ ਦੇ ਕੇ ਆਉਂਦੇ ਤੇ ਮੈਂ ਪੋਸਟਰ ਨਹੀਂ ਸੀ ਲਾਉਣ ਦੇਣੇ, ਅੱਜ ਟਾਈਮ ਦੇ ਕੇ ਪਹੁੰਚੇ ਇੱਥੇ ਪਰਮਜੀਤ ਕਾਲੀ ਤੇ ਹੋਰ ਵੀ ਜਥੇਬੰਦੀਆਂ ਵਾਲੇ। ਪਰਮਜੀਤ ਕਾਲੀ ਸਾਡੇ ਨਾਲ ਪਹਿਲਾਂ ਫਤਿਹ ਸਾਹਿਬ ਵਾਲੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਟਾਈਮ ਦੇਣ ਵਾਸਤੇ ਕਿਹਾ ਸੀ ਤੁਹਾਨੂੰ? ਨਹੀਂ, ਪਹਿਲੀ ਵੇਖੋ ਭਾਈ ਸਾਹਿਬ, ਬੇਨਤੀ ਵੀ ਨਾ ਤਾਂ ਅਸੀਂ ਗੁੰਡੇ ਬਦਮਾਸ਼ ਆ ਨਾ ਜਿਹੜਾ ਟਾਈਮ ਦਈਏ ਕਿਸੇ ਨੂੰ। ਟਾਈਮ ਉਹਦੇ ਵੱਲੋਂ ਦਿੱਤਾ ਗਿਆ ਸੀ, ਉਹਦੇ ਵੱਲੋਂ ਕਿਹਾ ਗਿਆ ਸੀ ਵੀ ਜੇ ਤੁਹਾਡੇ ਜ਼ਰੂਰਤ ਆ। ਬਾਣੇ ਵਿਰੁੱਧ ਬੜਾ ਤੁਸੀਂ ਜਾਣਦੇ ਹੋ, ਸ਼ਾਨ ਦੇ ਵਿਰੁੱਧ ਬੋਲਿਆ ਸੀ, ਸਿੰਘਾਂ ਦੀ ਸ਼ਾਨ ਦੇ ਵਿਰੁੱਧ, ਜਥੇਬੰਦੀਆਂ ਦੇ ਸੰਤਾਂ ਵਿਰੁੱਧ ਬੋਲਿਆ ਸੀ। ਅਸੀਂ ਸਿਰਫ ਇਹ ਕਹੀ ਸੀ ਵੀ ਠੀਕ ਆ ਭਾਈ, ਜੇ ਤੈਨੂੰ ਇਹ ਲੱਗਦਾ ਕਿ ਅਸੀਂ ਦੱਸ ਕੇ ਨਹੀਂ ਸੀ ਆਏ ਤਾਂ ਲੈ ਹੁਣ ਅਸੀਂ ਦੱਸ ਕੇ ਉੱਥੇ ਆ ਜਾਂਦੇ ਜਿੱਥੇ ਤੇਰਾ ਪੋਸਟਰ ਲੱਗਾ ਸੀ, ਉੱਥੇ ਖੜੇ ਆ। ਤੇਰੇ ਘਰ ਤੋਂ ਬਹੁਤ ਦੂਰ ਨਹੀਂ ਹੈਗੇ ਤੇ ਤੂੰ ਆ ਜਾ, ਆਪਣਾ ਜਿਹੜਾ ਭਾਈ ਕੱਟੀ ਕੱਟਾ ਕੱਢਣਾ ਕੱਢ ਲਾ। ਪਰ ਸਾਨੂੰ ਪਤਾ ਵੀਰ ਜੀ, ਨਾ ਤਾਂ ਇਹ ਕਦੀ ਆਉਂਦੇ ਹੁੰਦੇ ਨੇ, ਨਾ ਇਹਨਾਂ ਨੇ ਆਉਣਾ। ਪ੍ਰੋਬਲਮ ਇਹ ਆ ਵੀ ਇਹ ਲੋਕ ਕੌਣ ਨੇ, ਇਹਨਾਂ ਦੀ ਨਿਸ਼ਾਨਦੇਹੀ ਕਰਨ ਦੀ ਲੋੜ ਆ। ਦਸਤਾਰਧਾਰੀ ਨੇ, ਵੇਖਣ ਨੂੰ ਸਿੱਖ ਦੇਖਿਆ, ਪਰ ਇਹ ਜਿਹੜੇ ਹਾਲਾਤ ਬਣਾ ਰਹੇ ਨੇ ਪੰਜਾਬ ਦੇ, ਖਰਾਬ ਕਰ ਰਹੇ ਨੇ, ਇਹ ਸਮਝਣ ਦੀ ਲੋੜ ਆ। ਪਰਮਜੀਤ ਜੀ, ਜਗਦੀਸ਼ ਟਾਈਟਲ ਤੇ ਸੱਜਣ ਕੁਮਾਰ ਨੂੰ ਕੌਣ ਨਹੀਂ ਜਾਣਦਾ? ਬੱਚਾ ਜਾਣਦਾ ਵਾ। ਸਾਡਾ ਹੁਣ ਦੀ ਪੀੜ੍ਹੀ ਵੀ, ਜੇ ਆਪਾਂ ਪਿਛਲੀ ਗੱਲ ਕਰੀਏ ਤੇ ਹੁਣ ਵਾਲੀ ਪੀੜ੍ਹੀ ਵੀ ਸਾਡੀ ਜਾਣਦੀ ਕਿ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲ ਵੱਲੋਂ ਉਸ ਟਾਈਮ ਤੇ ਕੀ ਅਤਿਆਚਾਰ ਕੀਤਾ ਗਿਆ ਸੀ, ਖੁਦਕੁਸ਼ੀ ਕੀਤੀ ਗਈ ਸੀ। ਪਰ ਅੱਜ ਉਹਨਾਂ ਦੇ ਪੋਸਟਰ ਪੰਜਾਬ ਦੇ ਵਿੱਚ ਇਹ ਲੱਗਦਾ ਨਹੀਂ ਕਿ ਸ਼ਾਂਤੀ ਨੂੰ ਭੜਕਾਉਂਦੀਆਂ ਘੱਟ ਹੋ ਰਹੀਆਂ। ਬਿਲਕੁਲ ਕੋਈ ਸ਼ੱਕ ਹੀ ਨਹੀਂ ਭਾਜੀ। कौन नहीं जानता जगदीश टाइटल सज्जन कुमार का की रोल सीगा, शरेआम सारा कुछ पता सी। पर प्रॉब्लम की आ भी ये जिहड़े लोग ने ये लोग जान बुझ के चिचड़ियाँ छेड़ते हैं
ਕਿ ਕੌਮ ਨੂੰ ਭੜਕਾਈਏ, ਇਹਨਾਂ ਦੇ ਜਜ਼ਬਾਤ ਭੜਕਾਈਏ। ਜਿਹੜੇ ਸਾਡੇ ਅਸਲ 'ਚ ਮੁੱਦੇ ਨੇ, ਜਿਹੜੇ ਸਾਡੇ ਮਸਲੇ ਨੇ ਕੌਮ ਦੇ, ਉਹਨਾਂ ਮਸਲਿਆਂ ਤੋਂ ਅਸੀਂ ਭਟਕ ਕੇ ਤੇ ਇਹਨਾਂ ਮਸਲਿਆਂ 'ਚ ਉਲਝੀਏ, ਉਲਝਾਉਣ ਦੀ ਕੋਸ਼ਿਸ਼ ਕੀਤੀ ਜਾਂਦੀ, ਜਦ ਕਿ ਅਸੀਂ ਉਲਝਦੇ ਨਹੀਂ। ਅਸੀਂ ਸੇਵਾਦਾਰ ਹਾਂ, ਸਾਰੇ ਕਿਰਤੀ ਹਾਂ, ਸੇਵਾਵਾਂ ਕਰਦੇ ਹਾਂ, ਨਾਲ ਆਪਣੇ ਪੰਥ ਦੀ ਜਿਹੜੀਆਂ ਸਾਡੀਆਂ ਮੁਸ਼ਕਲਾਂ ਨੇ, ਮਸਲੇ ਨੇ, ਹੱਲ ਕਰਦੇ ਹਾਂ। ਪਰ ਇਹ ਲੋਕ ਜਿਹੜੇ ਨੇ, ਇਹ ਲੋਕ ਜਾਣਬੁੱਝ ਕੇ ਕੰਮ ਕਰਦੇ ਨੇ। ਸਰਕਾਰਾਂ ਨੂੰ ਚਾਹੀਦਾ ਜੇ ਸਖਤ ਕਾਨੂੰਨ ਸਿੱਖਾਂ ਵਾਸਤੇ, ਇਹਨਾਂ ਦੁਸ਼ਟਾਂ ਵਾਸਤੇ ਵੀ ਸੇਮ ਕਾਨੂੰਨ ਹੋਣੇ ਚਾਹੀਦੇ ਨੇ ਤੇ ਲਾਗੂ ਕਰਕੇ ਕਾਨੂੰਨ ਤੇ ਠੋਕ ਕੇ ਇਹਨਾਂ ਦੇ ਉੱਤੇ ਜਿਹੜੀਆਂ ਕਾਨੂੰਨੀ ਕਾਰਵਾਈਆਂ ਨੇ ਉਹ ਕੀਤੀਆਂ ਜਾਣ। ਇਹੋ ਜੀ ਕਾਰਵਾਈ ਦੀ ਆਸ ਰੱਖਦੇ ਹੋ ਤੁਸੀਂ? ਉਦੋਂ ਸ਼ਾਇਦ ਥਾਣੇ ਵੀ ਗਏ ਸੀ, ਥਾਣੇ ਦੇ ਵਿੱਚ ਕੋਈ ਕਾਰਵਾਈ ਹੋਈ ਉਸ? ਬਿਲਕੁਲ ਸਪਸ਼ਟ ਹੋ ਗਿਆ ਨਾ ਜੀ ਵੀ ਇਹ ਲੋਕ ਦੰਗੇ ਭੜਕਾਉਣਾ ਚਾਹੁੰਦੇ ਨੇ। ਇਹ ਲੋਕ ਪੰਜਾਬ ਦਾ ਮਾਹੌਲ ਖਰਾਬ ਕਰਨ ਵਾਸਤੇ ਕਰਦੇ ਨੇ। ਪਰ ਅਸੀਂ ਬਿਲਕੁਲ ਸ਼ਾਂਤ ਰਹਿ ਕੇ ਆਪਣੇ ਹੱਕਾਂ ਨੂੰ ਜਿਹੜੇ ਵਾ ਉਹ ਇਸਤੇਮਾਲ ਕਰਦੇ ਹੋਏ ਆ, ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆ, ਨਾਮ ਜਪਦੇ ਹੋਏ ਆ। ਕੋਈ ਰਾਹ ਨਹੀਂ ਬੰਦ ਕੀਤਾ ਹੋਇਆ ਸੀ, ਕੋਈ ਰੋਡ ਨਹੀਂ ਜਾਮ ਕੀਤਾ, ਕਿਸੇ ਦੀ ਸ਼ਾਨ ਦੇ ਵਿਰੁੱਧ ਨਹੀਂ ਬੋਲ ਰਹੇ, ਕੋਈ ਸ਼ਸਤਰ ਨਹੀਂ ਲਹਿਰਾ ਰਹੇ, ਬਿਲਕੁਲ ਸ਼ਾਂਤ ਖੜੇ ਆ ਸਾਈਡ ਤੇ। ਇਹ ਮੰਗ ਕਰਦੇ ਆ ਕਿ ਉਸ ਦੁਸ਼ਟ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਇਹੋ ਜੀ ਕਾਰਵਾਈ ਆਸ ਰੱਖਦੇ ਆ ਤੁਸੀਂ ਪ੍ਰਸ਼ਾਸਨ ਤੋਂ? ਕਿਹੜੀ ਕਾਰਵਾਈ ਹੋਣੀ ਦੇਖੋ, ਕਾਰਵਾਈ ਬਿਲਕੁਲ 295 ਇਹਦਾ ਉੱਤੇ ਪਰਚਾ ਬਣਦਾ ਪਹਿਲਾਂ। ਅਗਲਾ ਜਿਹੜੀ ਗੱਲ ਆ ਵੀ ਉਸ ਬੰਦੇ ਨੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ, ਉਹਨੇ ਦੰਗੇ ਭੜਕਾਉਣ ਦੀ ਕੋਸ਼ਿਸ਼ ਕੀਤੀ ਆ, ਤੇ ਕਿਉਂ ਨਹੀਂ ਠੋਕ ਕੇ ਜਿਹੜੀ ਆ ਉਹਦੇ ਤੇ ਕਾਰਵਾਈ ਕੀਤੀ ਜਾਂਦੀ? ਕਿਉਂ ਨਹੀਂ ਉੱਤੇ ਹੁਣ ਤੱਕ ਪਰਚਾ ਹੋ ਗਿਆ? 3 ਦਿਨ ਹੋ ਚੱਲੇ ਨੇ ਗੱਲ ਨੂੰ। ਸੋ ਕਿਤੇ ਨਾ ਕਿਤੇ ਆਸ ਕਰਦੇ ਆ ਕਿ ਪ੍ਰਸ਼ਾਸਨ ਨੇ ਕਰੇ। ਇਸ ਤੋਂ ਬਾਅਦ ਅਸੀਂ ਪ੍ਰਸ਼ਾਸਨ ਕੋਲ ਜਾਣਾ ਵੀ ਆ, ਜਿਹੜੀਆਂ ਸਾਡੀਆਂ ਕਾਨੂੰਨੀ ਜਿਹੜਾ ਲੋੜਾਂ ਨੇ ਉਹ ਅਸੀਂ ਪੂਰੀਆਂ ਕਰਾਂਗੇ ਉਹਨਾਂ ਦੀਆਂ। ਅੱਜ ਦਾ ਜਿਹੜੀ ਗੱਲਬਾਤ ਤੁਹਾਡੀ 24 ਘੰਟੇ ਤੋਂ ਚੱਲ ਰਹੀ ਸੀ, ਉਹਨੇ ਵੀ ਕਿਹਾ ਸੀ ਕਿ ਮੈਨੂੰ ਟਾਈਮ ਦੱਸ ਕੇ ਫੇਰ ਆਇਓ। ਤੁਸੀਂ ਪਹੁੰਚ ਚੁੱਕੇ ਹੋ, ਕੋਈ ਉਧਰੋਂ ਸੁਨੇਹਾ ਪਤਾ ਆਇਆ ਕਿ ਨਹੀਂ? ਨਹੀਂ, ਇਹ ਬਿਲਕੁਲ ਨਹੀਂ ਜੀ, ਨਾ ਤਾਂ ਉਧਰੋਂ ਕਦੀ ਆਏ ਨੇ, ਨਾ ਉਹਨਾਂ ਨੇ ਆਉਣਾ ਜੀ। ਇਹ ਤਾਂ ਆਪ ਜੀ ਭੜਕਾਂ ਫੋਕੀਆਂ ਭੜਕਾਂ ਨੇ ਜੀ, ਫੋਕੀਆਂ। ਉਹ ਬਾਂਦਰ ਨਾ ਕੁੱਤਾ ਅੱਗ ਲਾ ਕੇ ਰੂੜੀ ਤੇ, ਉਹ ਹਿਸਾਬ ਆ। ਇਹ ਫੋਕੀਆਂ ਭੜਕਾਂ ਵਾਲੇ ਨੇ, ਇਹਨਾਂ ਵਾਸਤੇ ਫੁੱਲੀਆਂ ਫਾਲੀਆਂ ਲਿਆਂਦੀਆਂ ਨੇ ਸਿੰਘਾਂ ਨੇ। ਪਾਪੂ ਦਵਾਂਗੇ ਤੇ ਖਾਖੂ ਲੈਣਗੇ ਆ ਕੇ। ਪਿੱਛੇ ਜੇ ਇੱਕ ਘਟਨਾ ਤੁਹਾਨੂੰ ਚੇਤਾ ਹੋਣਾ ਵਾ, ਜਦੋਂ ਬਿਆਸ ਵਾਲੇ ਪੁਲ ਤੇ ਵੀ ਇਸੇ ਤਰ੍ਹਾਂ ਹੀ ਸਿੰਘਾਂ ਦਾ ਬੜਾ ਵੱਡਾ ਇਕੱਠ ਹੋਇਆ ਸੀ। ਉੱਥੇ ਵੀ ਕਿਹਾ ਗਿਆ ਸੀ ਕਿ ਇੰਨੇ ਟਾਈਮ ਤੇ ਤੁਸੀਂ ਪਹੁੰਚੋ, ਪਰ ਇਹ ਭੜਕਾਊ ਬਿਆਨਬਾਜ਼ੀ ਕਰਕੇ ਤੁਹਾਡੀ ਸ਼ਾਂਤਮਈ ਜਿਹੜੀ ਕਿ ਭਾਵਨਾ, ਉਹਨੂੰ ਲੱਗਦਾ ਨਹੀਂ ਕਿਤੇ ਨਾ ਕਿਤੇ ਭੜਕਾਇਆ ਜਾ ਰਿਹਾ? ਬਿਲਕੁਲ ਇਹੀ ਕੋਸ਼ਿਸ਼ਾਂ ਕੀਤੀਆਂ ਜਾਂਦੀਆਂ ਨੇ, ਕਿਉਂਕਿ ਸੁਭਾਵਕ ਆ ਜੀ, ਜਦੋਂ ਕੋਈ ਤੁਹਾਡੀ ਸ਼ਾਨ ਦੇ ਵਿਰੁੱਧ ਬੋਲੂਗਾ ਤੇ ਕਿਸੇ ਨੇ ਚੂੜੀਆਂ ਨਹੀਂ ਪਾਈਆਂ ਹੁੰਦੀਆਂ। ਤੇ ਖਾਸ ਕਰਕੇ ਸਿੱਖ ਕੌਮ ਆ, ਜਿਹੜੇ ਯੋਧੇ ਨੇ, ਇਹ ਆਪਣੀ ਸ਼ਾਨ ਦੇ ਵਿਰੁੱਧ ਤੇ ਬੇਸ਼ੱਕ ਸੁਣ ਲੈਣ, ਪਰ ਆਪਣੇ ਸ਼ਹੀਦਾਂ ਦੀ ਸ਼ਾਨ ਵਿਰੁੱਧ, ਆਪਣੇ ਬਾਣੇ ਵਿਰੁੱਧ ਨਹੀਂ ਸੁਣ ਸਕਦੇ। ਇਸ ਕਰਕੇ ਇਹਨਾਂ ਵੱਲੋਂ ਉਹ ਟੀਕਾ ਟਿੱਪਣੀ ਕੀਤੀ ਜਾਂਦੀ ਜਿਹਦੇ ਨਾਲ ਅਸੀਂ ਭੜਕੀਏ। ਪਰ ਅਸੀਂ ਫਿਰ ਵੀ ਸ਼ਾਂਤ ਰਹਿ ਕੇ ਆਪਣੇ ਤਰੀਕੇ ਦੇ ਨਾਲ ਪ੍ਰਸ਼ਾਸਨ ਨੂੰ ਜਿਹੜਾ ਵਾ ਕਹਿ ਰਹੇ ਹਾਂ ਕਿ ਇਹ 'ਤੇ ਕਾਰਵਾਈ ਕਰੋ। ਹਾਲਾਤ ਨਾ ਇੱਦਾਂ ਦੇ ਬਣਨ ਵੀ ਕੋਈ ਸਿੱਖ ਨੌਜਵਾਨ ਗੁੱਸੇ ਦੇ ਵਿੱਚ ਆ ਕੇ ਜਾ ਕੇ 4 ਚਪੇੜਾਂ ਤੇ ਲਾ ਦੇ, ਬਾਅਦ ਸਾਡੇ ਸਿੰਘਾਂ ਦੇ ਪਰਚੇ ਹੋ ਜਾਣੇ ਨੇ। ਸੋ ਕਿਉਂ ਨਹੀਂ ਪ੍ਰਸ਼ਾਸਨ ਜਿਹੜਾ ਵਾ ਠੋਕ ਕੇ ਤੇ ਕਾਰਵਾਈ ਕਰਦਾ? ਜੇ ਕਿਤੇ ਕੋਈ ਸਿੱਖ ਨੌਜਵਾਨ ਨੇ ਇਦਾਂ ਦੀ ਗੱਲ ਕੀਤੀ ਹੁੰਦੀ, ਮੈਨੂੰ ਲੱਗਦਾ ਹੁਣ ਤੱਕ ਟੱਬਰ ਟੋਰ ਚੱਕਿਆ ਹੋਣਾ ਸੀਗਾ, ਜੇ ਕਿਤੇ ਪ੍ਰਸ਼ਾਸਨ ਸਿੰਘ ਨੈਜ਼ੋਨ ਸਾਈਡ ਤੇ ਹੋ ਜਾਂਦਾ। ਪਰ ਬਿਲਕੁਲ ਫਿਰ ਵੀ ਅਸੀਂ ਆਸ ਕਰਦੇ ਹਾਂ ਕਿ ਸ਼ਾਂਤਮਈ ਤਰੀਕੇ ਦੇ ਨਾਲ ਜਿਹੜਾ ਇਹ ਮਸਲਾ ਸਾਰਾ ਹੱਲ ਹੋਊਗਾ। ਧੰਨਵਾਦ ਪਰਮਜੀਤ ਕਾਲੇ ਜੀ। ਸੰਤ ਸਿਪਾਹੀ ਗਰੁੱਪ ਤੋਂ ਸਾਡੇ ਨਾਲ ਵੀਰ ਹੈਗੇ ਆ, ਸਪੈਸ਼ਲ ਤੌਰ ਤੇ ਪਹੁੰਚੇ ਹੈਗੇ ਆ ਜਥੇਬੰਦੀ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੰਘ ਸਾਹਿਬ, ਬੜਾ ਸ਼ਾਂਤਮਈ ਮਾਹੌਲ ਸੀ ਅੰਮ੍ਰਿਤਸਰ ਦੀ। ਜੇ ਗੱਲ ਕਰੀਏ, ਪੂਰੇ ਪੰਜਾਬ ਦੀ ਗੱਲ ਕਰੀਏ, 3-4 ਦਿਨ ਤੋਂ ਫਿਰ ਉਹ ਗਰਮਾ ਚੁੱਕਾ ਵਾ। ਉਹ ਲੋਕੇਸ਼ਨ ਆ ਜਿੱਥੇ ਜਗਦੀਸ਼ ਟਾਈਟਲਰ ਦੇ ਬੁੱਤ ਲੱਗਦੇ ਆ, ਤੇ ਸੰਗਤ ਭਲੀ ਭਾਂਤ ਜਾਣਦੀ ਹੈ ਕਿ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ, ਮੈਨੂੰ ਲੱਗਦਾ ਜਦੋਂ ਨਾਮ ਹੀ ਲੈ ਦਿੱਤਾ ਜਾਵੇ ਨਾ, ਉਦੋਂ ਹੀ ਪਤਾ ਲੱਗ ਜਾਂਦਾ ਕਿ ਇਹ ਕੌਣ ਹਨ। ਜਗਦੀਸ਼ ਟਾਈਟਲਰ, ਸੱਜਣ ਕੁਮਾਰ 1984 ਦੇ ਜਦੋਂ ਸਿੱਖ ਕਤਲੇਆਮ ਹੋਇਆ, ਸਿੱਖ ਕਤਲੇਆਮ ਦੇ ਮੋਢੀਆਂ ਦੇ ਵਿੱਚ 2 ਨਾਮ ਆਏ ਸੀ, ਕਤਲੇਆਮ ਕਰਾਉਣ ਵਾਲਿਆਂ ਦੇ ਵਿੱਚ ਸੀ, ਤੇ ਉਹਨਾਂ ਦੇ ਅੱਜ ਪੋਸਟਰ ਵਧਾਈ ਦੇ ਲੱਗ ਰਹੇ ਆ ਪੰਜਾਬ ਦੀ ਧਰਤੀ ਤੇ। ਉਹ ਲਾਉਣ ਵਾਸਤੇ ਜਥੇਬੰਦੀ ਨੇ ਇੱਥੋਂ ਲਾਤੇ ਸੀ, ਉਸ ਤੋਂ ਬਾਅਦ ਚੈਲੰਜ ਕੀਤਾ ਗਿਆ। ਉਹ ਚੈਲੰਜ ਕਬੂਲ ਕਰਦੀਆਂ ਹੋਏ ਜਥੇਬੰਦੀ ਤੇ ਪਹੁੰਚੀ ਹੈਗੇ। ਕੀ ਕਹਿਣਾ ਚਾਹੋਗੇ? ਵੀਰ ਜੀ, ਗੱਲ ਇਸ ਤਰ੍ਹਾਂ ਵਾ ਵੀ ਇੱਕ ਹੋਵੇ ਦਿਹਾੜੀਦਾਰ ਮਾਤੜ ਬੰਦਾ, ਉਹ ਜੇ ਕਵੇ ਕਿ ਮੈਂ ਪੂਰੀ ਕੌਮ ਨੂੰ ਟਾਰਗੇਟ ਕਰਦਾ, ਉਹਦੇ ਵੱਸ ਦੀ ਗੇਮ ਹੈਗੀ ਆ? ਨਹੀਂ, ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹੋਇਆ ਵਾ। ਉਹਨਾਂ ਨੂੰ ਪਤਾ ਸੀ ਵੀ ਸਾਡਾ ਸਿਰਫ ਇੱਕ ਬੋਰਡ ਹੀ ਲਾ ਦਿਓ, ਸਿੱਖਾਂ ਨੇ ਭੜਕ ਜਾਣਾ, ਔਰ ਭੜਕੇ ਆ। ਹੁਣ ਪਹਿਲਾਂ ਇਹ ਬਕਵਾਸ ਕਰਦਾ ਸੀ, ਇਹ ਜਿਹੜਾ ਸ਼ਰਮਚੰਦ ਆ, ਇਹ ਕਹਿੰਦਾ ਸੀ ਕਿ ਮੈਂ ਦਿੱਲੀ ਜਾ ਕੇ ਜਨਮ ਦਿਨ ਮਨਾਉਣਾ ਸੀ ਕਰੋਨਾ ਕਰਕੇ। ਉਦੋਂ ਪਤਾ ਟੈਸਟ ਕਰਾ ਕੇ ਮੇਰੇ ਪਿਓ ਨੇ ਮੈਨੂੰ ਵਾੜਨਾ। ਹੁਣ ਜਦੋਂ ਛਿੱਤਰਾਂ ਦਾ ਡਰ ਆ ਤੇ ਪਿਓ ਨੇ ਸਿਕਿਉਰਿਟੀ ਦੇ ਆ ਕੇ ਗੱਡੀਆਂ ਲੈ ਕੇ ਰਾਤੋਂ ਰਾਤ ਦਿੱਲੀ ਸੱਦ ਲਿਆ। ਤੇਰੀ ਕਿਹੜੀ ਮਾਂ ਵਾਲੀ ਫਲੈਟ ਚੱਲਦੀ ਸੀ ਕਿ ਰਾਤੋਂ ਰਾਤ ਭੱਜ ਗਈਆਂ ਟ੍ਰੇਨਾਂ? ਤੇਰੀਆਂ ਮਾਸੀਆਂ ਤੇਰੀਆਂ ਬੰਦ ਪਈਆਂ ਨੇ ਤੇਰੀਆਂ। ਤੇ ਜੇ ਤੂੰ ਸਿੰਘਾਂ ਨੂੰ ਅੰਦਰ ਵੜ ਕੇ ਚੈਲੰਜ ਕਰਦਾ, ਉਦੋਂ ਤੂੰ ਮਾਰਦਾ ਭੜਕਾਂਗੇ ਜਿਵੇਂ ਪਤਾ ਨਹੀਂ ਪੰਜਾਬ ਦਾ ਲੀਡਰ ਮੈਂ ਹੀ ਇਕੱਲਾ ਵਾਂ, ਵਿੱਚੇ ਮਜੀਠੀਆ, ਵਿੱਚੇ ਵਿਕਰਮ ਨੂੰ ਐ ਡਿਆ ਤੂੰ ਖਿੱਚਣ ਜਿਵੇਂ ਕਿ ਪਤਾ ਨਹੀਂ ਕਰੇ ਉਹ ਤੇ ਕਰੇ ਤੇਰੇ ਸੀਨੀਅਰ ਲੱਗਦੇ ਨੇ, ਪਰ ਤੇਰੀ ਔਕਾਤ ਹੈ ਨਹੀਂ। ਤੇਰੀ ਤੂੰ ਫੁਕਰੀ ਮਾਰ ਬੈਠਾ ਬਹੁਤ ਵੱਡੀ। ਮੈਂ ਤੈਨੂੰ ਹੁਣ ਵੀ ਕਹਿਣਾ, ਤੈਨੂੰ ਸਲਾਹ ਦਿੰਦਾ ਵਾਂ ਕਿ ਤੂੰ ਨਾ, ਸਿੱਖ ਕੌਮ ਨੇ ਬੜੇ ਤਗੜੇ ਯੋਧਿਆਂ ਨੂੰ ਬੜੀਆਂ ਮਾੜੀਆਂ ਹਰਕਤਾਂ ਨੂੰ ਮਾਫ ਕੀਤਾ ਵਾ। ਥੁੱਕ ਕੇ ਚੱਟ ਜਾ ਸਿੱਖ ਸੰਗਤ ਦੇ ਵਿੱਚ, ਦਰਬਾਰ ਸਾਹਿਬ ਦੇ ਗੇਟ ਦੇ ਬਾਹਰ ਆਣ ਕੇ ਨਾ ਥੁੱਕ ਜਾ,
ਤੇ ਸੰਗਤ ਦੇ ਸਾਹਮਣੇ ਚੱਟ ਜਾ। ਮੈਂ ਵਾਅਦਾ ਕਰਦਾ ਤੈਨੂੰ ਸਿੱਖ ਸੰਗਤ ਮਾਫ ਕਰੂਗੀ। ਫੁਕਰੀ ਮਾਰ ਬੈਠਾ ਵਾਂ ਪਰ ਤੇਰੇ ਕੋ ਸਾਂਭੀ ਨਹੀਂ ਗਈ ਤੇ ਲੱਤਾਂ ਤੇਰੀਆਂ ਭਾਰ ਚੱਲਣ ਵਾਲੀਆਂ ਨਹੀਂ ਹੈਗੀਆਂ ਤੇਰੀਆਂ। ਧੰਨਵਾਦ ਜੀ। ਬਲਬੀਰ ਸਿੰਘ ਮੁੱਛ ਸਾਡੇ ਨਾਲ ਜੁੜ ਚੁੱਕੇ ਆ। ਚਰਚਾ 'ਚ ਰਹਿੰਦੇ ਆ ਜਦੋਂ ਸਤਕਾਰ ਕਮੇਟੀ ਦਾ ਨਾਮ ਆਉਂਦਾ ਤਾਂ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਸਤਕਾਰ ਕਮੇਟੀ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਹਮੇਸ਼ਾ ਅੱਗੇ ਆਉਂਦੀ ਆ। ਸਤਕਾਰ ਕਮੇਟੀ ਤੋਂ ਬਲਬੀਰ ਸਿੰਘ ਮੁੱਛ ਸਾਡੇ ਨਾਲ ਹੈਗੇ ਆ। ਮੈਂ ਦੁਬਾਰਾ ਦੱਸਾਂ ਕਿ ਉਹ ਲੋਕੇਸ਼ਨ ਆ ਤੁੰਗਾ ਵਾਲੀ ਪੁਲੀ ਅੰਮ੍ਰਿਤਸਰ ਦੀ, ਜਿੱਥੇ ਕਰਮਜੀਤ ਨਾਮ ਦੇ ਉਹ ਨੌਜਵਾਨ ਨੇ, ਉਹ ਲੋਕੇਸ਼ਨ ਆ ਜਿੱਥੇ ਪੋਸਟਰ ਲਾਤਾ ਸੀ, ਬੈਨਰ ਲਾਇਆ ਸੀ ਜਗਦੀਸ਼ ਟਾਈਟਲਰ ਦੀ ਵਧਾਈ ਦਾ, ਤੇ ਨੌਜਵਾਨ ਸਿੰਘਾਂ ਨੇ ਜਥੇਬੰਦੀਆਂ ਨੇ ਲਾ ਦਿੱਤਾ ਸੀ। ਅੱਜ ਫਿਰ ਟਾਈਮ ਦਿੱਤਾ ਹੋਇਆ। ਉਹਨੇ ਕਿਹਾ ਸੀ ਕਰਮਜੀਤ ਨੇ ਸਿੰਘ ਮੈਂ ਨਹੀਂ ਲਾਉਂਗਾ ਨਾਲ। ਕਰਮਜੀਤ ਨੇ ਕਿਹਾ ਸੀ ਕਿ ਮੈਨੂੰ ਦੱਸ ਕੇ ਨਹੀਂ ਆਏ ਨਹੀਂ ਤੇ ਬੈਨਰ ਨਹੀਂ ਸੀ ਲੱਤ ਸਕਦੇ, ਪਰ ਸਿੰਘਾਂ ਨੇ ਅੱਜ ਕਿਹਾ ਕਿ ਅਸੀਂ ਤੈਨੂੰ ਦੱਸ ਕੇ ਵੀ ਆ ਰਹੇ ਹਾਂ ਤੇ ਆ ਜਾ ਆਪਾਂ ਵੇਖ ਲੈਨੇ ਆ। ਅੱਜ ਉਹ ਲੋਕੇਸ਼ਨ ਤੇ ਜਾਂ ਤੁੰਗਾ ਵਾਲੀ ਪੁਲੀ ਦੇ ਉੱਤੇ ਆਪਾਂ ਬਲਬੀਰ ਸਿੰਘ ਮੁੱਛ ਨਾਲ ਪਹਿਲਾਂ ਫਤਿਹ ਸਾਂਝ ਪਾਉਂਦੇ ਆ, ਅੱਗੇ ਦੀ ਗੱਲਬਾਤ ਵੀ ਕਰਾਂਗੇ। ਵੀਰ ਜੀ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੀ ਕਹਿਣਾ ਚਾਹੋਗੇ? ਅੱਜ 3-4 ਦਿਨ ਤੋਂ ਬੜਾ ਮੁੱਦਾ ਗਰਮਾਇਆ ਹੋਇਆ। ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਕੌਣ ਤੇ ਹੁਣ ਬੱਚਾ ਵਿਛਾਉਂਦੇ ਨੇ ਫੋਟੋਆਂ ਤੇ ਹੱਥ ਰੱਖ ਕੇ ਦੱਸ ਦੂਗਾ ਕਿ ਇਹਨਾਂ ਨੇ ਘਿਨਾਉਣਾ ਕਿਹੜਾ ਜੁਰਮ ਕੀਤਾ ਸੀ। ਕਿਉਂਕਿ ਇਹ ਸਰਕਾਰਾਂ ਦੀ ਸ਼ਹਿ ਵਾ। ਉਹ ਜਿਹੜਾ ਕਰਮ ਜਿੰਨੇ ਆਣ ਕੇ ਐਸਥੇ ਲਲਕਾਰ ਮਾਰੀ ਆ, ਜਾਂ ਤੇ ਉਹ ਮਰਦ ਹੁੰਦਾ ਆਪਦੇ ਮਰਦ ਤੇ ਨਹੀਂਗਾ। ਜੇਕਰ ਲਲਕਾਰ ਮਾਰ ਕੇ ਦੱਸ ਕੇ ਆ ਜਾਂਦਾ, ਜਿੱਦਾਂ ਅੱਜ ਉਹਨੇ ਕਿਹਾ ਕਿ ਮੈਂ 12 ਵਜੇ ਉੱਥੇ ਆਉਂਗਾ, ਤੇ ਹੁਣ ਦਿੱਲੀ ਕਿਉਂ ਜਾ ਕੇ ਉਹਦੀ ਕਾਸ਼ੇ 'ਚ ਲੁਕਿਆ? ਪ੍ਰਸ਼ਾਸਨ ਦੀਆਂ ਕਮਜ਼ੋਰੀਆਂ ਨੇ। ਜਦੋਂ ਇਹ ਜਥੇ ਵੱਲੋਂ ਐਪਲੀਕੇਸ਼ਨ ਦਿੱਤੀ ਗਈ ਕਿ ਇਸ ਬੰਦੇ ਨੇ ਗੁਰੂ ਘਰ ਵਿੱਚ ਨਾਲੇ ਕੇਕ ਕੱਟਿਆ ਵਾ ਤੇ ਨਾਲੇ ਬੈਨਰ ਲਾਇਆ ਵਾ, ਇਹਦੇ ਉੱਤੇ ਬੰਦੀਆਂ ਦਫਾ ਧਾਰਾ ਲਾ ਕੇ ਤੇ ਇਹਨੂੰ ਸਲਾਖਾਂ ਦੇ ਅੰਦਰ ਬੰਦ ਕਰਨਾ ਚਾਹੀਦਾ ਸੀ। ਇਸ ਬੰਦੇ ਨੂੰ ਸਿਕਿਉਰਿਟੀ ਦਿੱਤੀ ਗਈ ਆ, 2 ਦਿਨ ਸਿਕਿਉਰਿਟੀ ਦੇ ਵਿੱਚ ਰਿਹਾ ਤੇ ਹੁਣ ਦਿੱਲੀ ਭੱਜ ਗਿਆ, ਪਤਾ ਲੱਗਾ ਵਾ। ਅਸੀਂ ਚਾਹੁੰਦੇ ਹਾਂ ਕਿ ਪ੍ਰਸ਼ਾਸਨ ਨਾ ਇਹਨਾਂ ਨੂੰ ਸ਼ਹਿ ਦੇਵੇ। ਸੁਧੀਰ ਸੂਰੀ ਜਿਹੜਾ ਜਦੋਂ ਧੀਆਂ ਭੈਣਾਂ ਬਾਰੇ ਬੋਲਦਾ ਸੀ, ਜੇ ਜਥੇਬੰਦੀਆਂ ਨੇ ਧਰਨਾ ਲਾਇਆ ਪ੍ਰਸ਼ਾਸਨ ਦੇ ਅੱਗੇ ਤੇ ਉਸੇ ਵੇਲੇ ਪਰਚਾ ਦਰਜ ਕਰਕੇ ਤੇ ਉਸੇ ਵੇਲੇ ਤੁਰੰਤ ਉਹਨੂੰ ਭਾਵੇਂ ਅੰਦੌਰ ਤੋਂ ਫੜ ਕੇ ਲੈ ਕੇ ਆਏ ਸੀ, ਸਲਾਖਾਂ ਦੇ ਅੰਦਰ ਸੁੱਟਿਆ ਆਇਆ ਵਾ, ਜੇਲ੍ਹ ਦੇ ਵਿੱਚ ਵਾ। ਇੱਦਾਂ ਹੀ ਅੱਜ ਵੀ ਅਸੀਂ ਮੰਗ ਕਰਦੇ ਹਾਂ ਕਿ ਪ੍ਰਸ਼ਾਸਨ ਜਲਦੀ ਹੀ ਇਸ ਦੇ ਪਰਿਵਾਰ ਤੇ ਇਹਦੇ ਉੱਪਰ ਕਾਰਵਾਈ ਕਰੇ। ਜੇਕਰ ਕਾਰਵਾਈ ਨਾ ਕੀਤੀ ਅਸੀਂ ਤੁੰਗਾਂ ਵਾਲੇ ਪੁਲ ਤੋਂ ਨਹੀਂ ਹਿਲਾਂਗੇ। ਸਾਰੇ ਸਿੰਘਾਂ ਨਾਲ ਸਲਾਹ ਕਰਕੇ ਦੱਸ। ਨੌਜਵਾਨ ਜਥੇਬੰਦੀਆਂ ਜੇ ਕੁਝ ਲਿਖ ਕੇ ਪਾ ਦਿੰਦੀਆਂ ਫੇਸਬੁੱਕ ਤੇ ਜਾਂ ਸੋਸ਼ਲ ਮੀਡੀਆ ਦਾ ਪੋਸਟ ਤੇ ਪਰਚੇ ਦਰਜ ਹੋ ਜਾਂਦੇ ਆ, ਪਰ ਇਹੋ ਜਿਹਾ ਜਦੋਂ ਕੋਈ ਕਰਮਜੀਤ ਵਰਗਾ ਬੋਲਦਾ ਤੇ ਉਹਨੂੰ ਸਿਕਿਉਰਿਟੀਆਂ ਮਿਲ ਜਾਂਦੀਆਂ। ਇਹ ਵੇਖੋ ਜੀ, ਇੱਕ ਮੈਂ ਅੱਜ ਅਖਬਾਰ ਪੜ੍ਹਿਆ ਕਿ ਦਮਦਮਾ ਸਾਹਿਬ ਸਾਬੋ ਕੀ ਤਲਵੰਡੀ ਅਰਦਾਸ ਕੀਤੀ ਆ ਤੇ ਉਹਨੂੰ ਹੱਥ ਘੜੀਆਂ ਲਾ ਕੇ ਤੇ ਪਰਚਾ ਦਰਜ ਕਰਕੇ ਤੇ ਜੇਲ੍ਹ ਵੱਲ ਨੂੰ ਲਈ ਜਾ ਰਹੇ ਆ। ਮੈਨੂੰ ਸਮਝ ਨਹੀਂ ਆ ਰਹੀ ਕਿ ਕੋਈ ਅਰਦਾਸ ਵੀ ਨਹੀਂ ਕਰ ਸਕਦਾ। ਅਰਦਾਸ ਵੀ ਕਰਨ ਵਾਲਿਆਂ ਦੇ ਉੱਤੇ ਅੱਜ ਪਰਚਾ ਦਰਜ ਕਰ ਦਿੱਤਾ ਗਿਆ ਵਾ, ਤੇ ਇੱਥੋਂ ਪਤਾ ਲੱਗਦਾ ਕਿ ਸਾਡੀਆਂ ਆਪਣੀਆਂ ਕਮਜ਼ੋਰੀਆਂ ਨੇ। ਜੇਕਰ ਸਾਡੀ ਸਾਰਿਆਂ ਦਾ ਏਕਤਾ ਤੇ ਇਤਫਾਕ ਹੋ ਜਾਵੇ ਤੇ ਮੇਰੇ ਹਿਸਾਬ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਦੀ ਜ਼ਰੂਰਤ ਨਹੀਂ ਆ ਕਿ ਕਿਸੇ ਸਿੱਖ ਨੂੰ ਫੜ ਕੇ ਜੇਲ੍ਹ ਦੇ ਅੰਦਰ ਬੰਦ ਨਹੀਂ ਕਰ ਸਕਦੇ। ਤੇ ਜਿਹੜੇ ਸਿੱਖਾਂ ਦੇ ਵਿਰੁੱਧ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਦੇ ਵਿਰੁੱਧ ਸ਼ਰੇਆਮ ਫੇਸਬੁੱਕ ਤੇ ਬੋਲ ਰਿਹਾ, ਜੇਕਰ ਉਹ ਗਲਤ ਬੋਲਦਾ ਤੇ ਤਾਂ ਹੀ ਮੀਡੀਆ ਵਾਲਿਆਂ ਨੇ ਕਿਹਾ ਤੇਰੇ ਚਪੇੜ ਮਾਰੂੰਗਾ, ਤਾਂ ਹੀ ਗੱਲ ਕਹੀ ਆ। ਤੇ ਪ੍ਰਸ਼ਾਸਨ ਨੂੰ ਉਸੇ ਵੇਲੇ ਹੀ ਇਹਦੇ ਉੱਤੇ ਕਾਨੂੰਨੀ ਕਾਰਵਾਈ ਕਰ ਦੇਣੀ ਚਾਹੀਦੀ ਸੀ। ਤੇ ਅੱਜ ਨਾ ਪ੍ਰਸ਼ਾਸਨ ਨੂੰ ਅਸੀਂ ਤੰਗ ਕਰਨਾ ਸੀ ਤੇ ਨਾ ਸਾਨੂੰ ਤੀੜ ਬਾਲ ਕੇ ਇੱਥੇ ਆਉਣ ਦੀ ਲੋੜ ਨਹੀਂ ਪੈਣੀ। ਤੇ ਇਸ ਕਰਕੇ ਅਸੀਂ ਮੰਗ ਕਰਦੇ ਹਾਂ ਕਿ ਸਾਰੇ ਸਿੰਘ ਗੁਰਮਤਾ ਕਰਦੇ ਹੁਣੇ ਕਿ ਜਿੰਨੇ ਚਿਰ ਪ੍ਰਸ਼ਾਸਨ ਇਹ 'ਤੇ ਕਾਰਵਾਈ ਨਹੀਂ ਕਰਦਾ ਅਸੀਂ ਇੱਥੋਂ ਨਹੀਂ ਜਾਵਾਂਗੇ। ਧੰਨਵਾਦ ਜੀ। ਭੈਣ ਜੀ ਸਾਡੇ ਨਾਲ ਜੁੜ ਚੁੱਕੇ ਹੈਗੇ ਆ। ਕਿਸੇ ਵੀ ਮੋਰਚੇ ਦੇ ਵਿੱਚ ਯੋਗਦਾਨ ਬਹੁਤ ਵੱਡਾ ਵਾ ਭੈਣ ਜੀ ਦਾ। ਪਹਿਲਾਂ ਫਤਿਹ ਸਾਂਝ ਪਾਉਂਦੇ ਆ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਹਰ ਮੋਰਚੇ 'ਚ ਤੁਹਾਡੀ ਸ਼ਮੂਲੀਅਤ ਹੁੰਦੀ ਆ। ਅੱਜ ਦੇ ਮੋਰਚਾ ਮੈਨੂੰ ਮੋਰਚਾ ਹੀ ਕਹੂੰਗਾ ਕਿਉਂਕਿ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦਾ ਪਹਿਲਾਂ ਦੱਸਿਆ ਕਿ ਕਿਹਨੂੰ ਨਹੀਂ ਪਤਾ, ਬੱਚੇ ਨੂੰ ਪਤਾ ਵਾ, ਪਰ ਸਾਡਾ ਉਹ ਕਰਮਜੀਤ ਕਿਉਂਕਿ ਸਾਡਾ ਹੀ ਸੀ, ਉਹਨੇ ਪੱਗ ਬੱਧੀ ਆ ਸਿਰ ਦੇ ਉੱਤੇ, ਪੋਸਟਰ ਲਾ ਦਿੱਤੇ ਉਹਨੇ ਅੰਮ੍ਰਿਤਸਰ ਦੀ ਧਰਤੀ ਦੇ ਵਿੱਚ। ਤੇ ਪੋਸਟਰ ਲਾਉਣ ਦੇ ਉੱਤੇ ਉਸ ਤੋਂ ਬਾਅਦ ਦੇ ਵਿੱਚ ਜੋ ਭੜਕਾਵਟ ਬਿਆਨ ਦੇ ਉੱਤੇ ਹੈਗੇ ਆ, ਅਜੇ ਤੱਕ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ। ਉਸ ਤੋਂ ਉਲਟ ਟਾਈਮ ਪਾ ਕੇ ਕਿਹਾ ਜਾਂਦਾ ਕਿ ਮੇਰੇ ਨਾਲ ਤੁਸੀਂ ਵੇਖ ਸਕਦੇ। ਸਭ ਤੋਂ ਪਹਿਲਾਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਗਦੀਸ਼ ਟਾਈਟਲਰ ਇੱਕ ਉਹ ਨਾਮ ਆ ਕਿ ਜਿਹਦਾ ਨਾਂ ਸੁਣਦਿਆਂ ਸਾਰ ਹੀ ਖਾਲਸਾ ਜਾਂ ਸਿੱਖ ਕੌਮ ਦੇ ਜਿਹੜੇ ਖੂਨ ਜਿਹੜਾ ਸਾਡੀਆਂ ਅੱਖਾਂ ਦੇ ਵਿੱਚ ਆ ਜਾਂਦਾ, ਸਾਡਾ ਖੂਨ ਖੌਲਦਾ ਆ
ਕਿ ਇਸ ਬੰਦੇ ਨੇ ਇੰਨੀ ਸਾਡੀ ਸਿੱਖ ਕੌਮ ਦੀ ਵੀ ਨਹੀਂ ਆਪਾਂ ਕਹਿ ਸਕਦੇ, ਸਾਰਿਆਂ ਦੀ ਇਹਨੇ ਕਿਸੇ ਨੂੰ ਵੀ ਨਹੀਂ ਬਖਸ਼ਿਆ। ਦੇ ਜੇ ਹੱਥ 'ਚ ਕੜਾ ਵੇਖਿਆ, ਭਾਵੇਂ ਉਹ ਹਿੰਦੂ ਸੀ ਤੇ ਭਾਵੇਂ ਜਿਹੜਾ ਮਰਜੀ, ਜਿਹਦੇ ਹੱਥ 'ਚ ਇਹਨੇ ਕੜਾ ਵੇਖਿਆ ਉਹਨੇ ਉਹਦੇ ਗਲ ਦੇ ਵਿੱਚ ਹੀ ਟਾਇਰ ਪਾ ਕੇ ਉਹਨੂੰ ਸਾੜਿਆ ਤੇ ਛੁਡਵਾਇਆ। ਧੀਆਂ ਭੈਣਾਂ ਦੇ ਬਲਾਤਕਾਰ ਕਰਵਾਏ ਇਹਨਾਂ ਨੇ ਤੇ ਬਹੁਤ ਹੀ ਮੰਦਭਾਗੀ ਇੰਨੀ ਸਾਡੀ ਨਸਲ ਕੁਚਲੀ। ਤੇ ਇਹ ਹੁਣ ਜਿਹੜੀ ਮੈਂ ਗਿਣਦੀ ਹਾਂ ਜਿਹੜੇ ਆਹ ਕਰਤੂਤਾਂ ਕਰ ਰਹੇ ਨੇ, ਇਹਦੇ ਪਿੱਛੇ ਬੜੀ ਵੱਡੀ ਕੋਈ ਸ਼ੈ ਵਾ, ਬੜੀ ਵੱਡੀ ਸਾਜ਼ਿਸ਼ ਆ। ਅਸੀਂ ਨਹੀਂ ਚਾਹੁੰਦੇ ਕਿ ਸਾਡੇ ਪੰਜਾਬ ਦਾ ਮਾਹੌਲ ਖਰਾਬ ਹੋਵੇ, ਕਿਉਂਕਿ ਸਾਡੀ ਬੜੀ ਨਸਲ ਕੁਚਲੀ ਹੋ ਚੁੱਕੀ ਸੀਗੀ ਤੇ ਅਸੀਂ ਬੜਾ ਇਹ ਸੰਤਾਪ ਹੰਢਾਇਆ ਵਾ। ਮੈਂ ਕਹਿੰਦੀ ਇਹਦੇ ਕੰਜਰ ਦੇ ਘਰੋਂ ਕੋਈ 84 ਦੇ ਵਿੱਚ ਕਿਸੇ ਦੇ ਨਾਲ ਕੁਝ ਹੋਇਆ ਹੀ ਨਹੀਂ ਹੋਣਾ, ਜਾਂ ਇਹਦੇ ਅੰਦਰ ਕੋਈ ਇਨਸਾਨਾਂ ਵਾਲਾ ਦਿਲ ਹੀ ਨਹੀਂ ਹੋਣਾ। ਮੇਰਾ 84 ਦੇ ਨਾਲ ਇੱਕ ਸਿੱਖ ਪਰਿਵਾਰ ਹੋਣ ਦੇ ਨਾਂ ਤੇ ਮੈਨੂੰ ਉਸ ਚੀਜ਼ ਦੇ ਨਾਲ ਹਮਦਰਦੀ ਆ ਕਿ ਮੇਰਾ ਆਪਣਾ ਪਰਿਵਾਰ ਸੀ, ਮੇਰੇ ਆਪਣੇ ਪਰਿਵਾਰ ਦੇ ਨਾਲ ਧੱਕਾ ਹੋਇਆ, ਮੇਰੀਆਂ ਆਪਣੀਆਂ ਧੀਆਂ ਜਾਂ ਮਾਵਾਂ ਭੈਣਾਂ ਸੀ ਜਿਨ੍ਹਾਂ ਦੇ ਨਾਲ ਬਲਾਤਕਾਰ ਹੋਇਆ। ਮੈਂ ਉਸ ਚੀਜ਼ ਨੂੰ ਆਪਣੇ ਸਰੀਰ ਤੇ ਜਦੋਂ ਮਹਿਸੂਸ ਕਰਦੀ ਆ ਤੇ ਮੇਰਾ ਖੂਨ ਖੌਲਦਾ ਵੀ ਇਹੋ ਜਿਹੇ ਦਰਿੰਦਿਆਂ ਨੂੰ ਇਹੋ ਜਿਹੀ ਸਜ਼ਾ ਮਿਲਣੀ ਚਾਹੀਦੀ ਆ ਵੀ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਕਦਮ ਨਾ ਚੁੱਕ ਸਕੇ। ਜੇ ਹੁਣ ਇਹ ਕਹਿੰਦਾ ਵਾ ਕਿ ਜਗਦੀਸ਼ ਟਾਈਟਲਰ ਨੂੰ ਆਪਣਾ ਕਲੀਨ ਚਿੱਟ ਮਿਲ ਚੁੱਕੀ ਆ, CBI ਤੁਹਾਡੀ, ਸਰਕਾਰਾਂ ਤੁਹਾਡੀਆਂ, ਤੁਸੀਂ ਜੋ ਮਰਜ਼ੀ ਹੀ ਕਰ ਸਕਦੇ ਜੇ। ਤੁਸੀਂ ਚੈਨਲਾਂ ਵਾਲੇ ਵੀਰ ਭਲੇ ਹੀ ਭਾਤ ਜਾਣਦੇ ਹੋ ਕਿ ਜਦੋਂ ਤੁਸੀਂ ਵੀ ਸੱਚਾਈ ਬੋਲਦੇ ਜੇ ਤੁਹਾਡੇ ਨਾਲ ਵੀ ਕਈ ਕੁਝ ਕੀਤਾ ਜਾਂਦਾ, ਉਹੀ ਹਾਲ ਸਾਡੇ ਨਾਲ ਹੁੰਦੇ ਨੇ। ਪਰ ਮੈਂ ਕਹਿਣਾ ਚਾਹੁੰਦੀ ਹਾਂ ਕਿ ਜੇ ਤੂੰ ਕਹਿਣਾ ਵਾ ਕਿ ਜਗਦੀਸ਼ ਟਾਈਟਲਰ ਇੱਕ ਬਿਲਕੁਲ ਨਿਰਦੋਸ਼ ਆ ਤੇ ਸਾਡੇ ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੇ ਇੱਕ FRI ਨਹੀਂ ਅਜੇ ਤੱਕ ਦਰਜ ਹੈਗੀ, ਉਹਨਾਂ ਨੂੰ ਤੁਸੀਂ ਅੱਤਵਾਦੀ ਦੇ ਨਾਂ ਤੇ ਨਵਾਜਦੇ ਜੇ। ਭਾਈ ਜਗਤਾਰ ਸਿੰਘ ਹਵਾਰਾ ਜੀ ਸਾਰਿਆਂ ਕੇਸਾਂ 'ਚੋਂ ਬਰੀ ਨੇ, ਉਹਨਾਂ ਨੂੰ ਤੁਸੀਂ ਅੱਤਵਾਦੀ ਕਹਿ ਕੇ ਬੁਲਾਉਂਦੇ ਜੇ। ਕਿਹੜੇ ਹੱਕ ਨਾਲ ਤੁਸੀਂ ਸਾਨੂੰ ਅੱਤਵਾਦੀ ਕਹਿੰਦੇ ਜੇ? ਯਾਦ ਰੱਖਿਓ, ਆਪਣੇ ਕੰਨ ਖੋਲ ਕੇ ਸੁਣ ਲਿਓ, ਅਸੀਂ ਅੱਤਵਾਦੀ ਨਹੀਂ ਆ, ਅਸੀਂ ਸੱਤਵਾਦੀਆਂ, ਸੱਤੇ ਪੈਰਾ ਦਿੰਦਾ ਰਵਾਂਗੇ। ਜਿਹੜਾ ਵੀ ਸਾਨੂੰ ਸਾਡੀ ਕੌਮ ਨੂੰ ਜਾਂ ਸਾਡੀ ਅਣਖ ਨੂੰ ਵੰਗਾਰੂਗਾ ਤੇ ਅਸੀਂ ਮੂੰਹ ਤੋੜ ਜਵਾਬ ਦਿੰਦੇ ਰਵਾਂਗੇ। ਬਿਲਕੁਲ ਭੈਣ ਜੀ, ਕੱਲ HS ਫੂਲਕਾ ਜੀ ਦਾ ਇੱਕ ਬਿਆਨ ਆਇਆ ਸੀ, ਉਹ ਅਕਾਲ ਚੈਨਲ ਦੇ ਮਾਧਿਅਮ ਨਾਲ ਸੰਗਤ ਨੇ ਵੇਖਿਆ ਕਿ ਉਸ ਫੂਲਕਾ ਜੀ ਨੇ ਬਿਆਨ ਦੇ ਵਿੱਚ ਕਿਹਾ ਕਿ 3 ਵਾਰ ਇਹਨਾਂ ਨੂੰ ਗਵਾਹ ਨੂੰ ਮੁਕਰਾਉਣ ਦੀ ਕੋਸ਼ਿਸ਼ ਕੀਤੀ ਆ, ਧਮਕੀਆਂ ਦਿੱਤੀਆਂ। ਉਹ ਗਵਾਹ ਦੀ ਅਜੇ ਤੱਕ ਬਿਆਨ ਨਹੀਂ ਦਰਜ ਹੋ ਸਕੇ ਜਿਹੜੇ ਗਵਾਹ ਦੇ ਆਧਾਰ ਤੇ ਇਹੋ ਜਿਹੀਆਂ ਨੂੰ ਸਜ਼ਾਵਾਂ ਹੋਣੀਆਂ ਵਾ, ਕਿਉਂਕਿ ਜੇ ਗਵਾਹਾਂ ਨੂੰ ਪੇਸ਼ ਨਹੀਂ ਹੋਣ ਦੇਣਗੇ, ਗਵਾਹਾਂ ਨੂੰ ਧਮਕੀਆਂ ਮਿਲਣਗੀਆਂ, ਉਹਨਾਂ ਨੂੰ ਕਾਨੂੰਨ ਦੀ ਹਿਫਾਜ਼ਤ 'ਚ ਰਹਿਣਾ ਪਊਗਾ, ਤਾਂ ਮੈਨੂੰ ਲੱਗਦਾ ਗਵਾਹ ਹੀ ਨਹੀਂ ਅੱਗੇ ਪੇਸ਼ ਹੋ ਸਕਦੇ। ਇਹ ਲੱਗਦਾ ਨਹੀਂ ਕਿ ਇਹੋ ਜਿਹੇ ਕੰਮ ਕਰਨ ਦਾ ਕਰਕੇ ਜਗਦੀਸ਼ ਟਾਈਟਲਰ ਜਿਹੜਾ ਬਾਹਰ ਫਿਰ ਰਿਹਾ। ਮੈਂ ਤੁਹਾਨੂੰ ਜਗਦੀਸ਼ ਟਾਈਟਲਰ ਦੇ 84 ਦੇ ਦੰਗਿਆਂ ਤੇ ਗਵਾਹਾਂ ਦੀ ਤੇ ਬੜੀ ਦੂਰ ਦੀ ਗੱਲ ਆ। ਅਸੀਂ ਆਪਣੇ ਹੱਕ ਵਾਸਤੇ ਖੜੇ ਆ ਤੇ ਸਾਨੂੰ ਫੋਨ ਆਉਣ ਡਿਆ ਵੀ ਸਿਆਸੀ ਮੁੱਦਾਬਾਜੀ, ਉੱਥੇ ਤੁਸੀਂ ਨਾ ਜਾਓ, ਨਾ ਬੋਲਿਓ, ਤੁਹਾਡੇ ਤੇ ਕੱਲ ਨੂੰ ਐਕਸ਼ਨ ਆ ਸਕਦੇ ਆ। ਤੇ ਮੈਂ ਉਸ ਬੰਦੇ ਨੂੰ ਇੱਕੋ ਜਵਾਬ ਦਿੱਤਾ ਵੀ ਮੈਂ ਮਾਤਾ ਭਾਗ ਕੌਰ ਜੀ ਦੀ ਵਾਰਸ ਆ। ਜੇ ਉਹਨਾਂ ਨੇ ਪਰਵਾਹ ਨਹੀਂ ਸੀ ਨਾ ਕੀਤੀ, ਅਸੀਂ ਵੀ ਪਰਵਾਹ ਨਹੀਂ ਕਰਾਂਗੇ। ਅਸੀਂ ਪ੍ਰਮਾਤਮਾ ਦੇ ਗੜੀ ਇਹੋ ਹੱਥ ਜੋੜਦੇ, ਸੱਚੇ ਪਾਤਸ਼ਾਹ ਸਾਡੇ ਪੰਜਾਬ ਨੂੰ ਤੱਤੀ ਵਾਰ ਨਾ ਲੱਗੇ। ਅਸੀਂ ਨਹੀਂ ਚਾਹੁੰਦੇ ਪੰਜਾਬ ਦਾ ਮਾਹੌਲ ਖਰਾਬ ਹੋਏ। ਉਹ ਵਿਚਾਰੇ ਕੀ ਪਤਾ ਉਹਨੂੰ ਕਿੰਨੀਆਂ ਧਮਕੀਆਂ ਦਿੰਦੇ ਹੋਣਗੇ, ਕੀ ਕਰਦੇ ਹੋਣਗੇ, ਕੀ ਕੁਛ ਉਹਨਾਂ ਦੇ ਅੰਦਰ ਇਹਨਾਂ ਨੇ ਡਰ ਪਾਇਆ ਹੋਊਗਾ ਵੀ ਤੁਸੀਂ ਜਾ ਕੇ ਇੱਥੇ ਮਤਲਬ ਗਵਾਹੀ ਨਹੀਂ ਦੇਣੀ, ਕਿੰਨੀਆਂ ਕੁ ਉਹਨਾਂ ਦੀਆਂ ਮਜਬੂਰੀਆਂ ਹੋਣਗੀਆਂ। ਅਸੀਂ ਆਪਣੀ ਅੱਖਾਂ ਨਾਲ ਨਹੀਂ ਵੇਖਿਆ, ਅਸੀਂ ਸੁਣ ਕੇ ਸੋਸ਼ਲ ਮੀਡੀਆ ਤੋਂ ਵੇਖ ਕੇ ਸਾਡਾ ਖੂਨ ਖੌਲਦਾ। ਜਿਨ੍ਹਾਂ ਨੇ ਆਪਣੀ ਅੱਖਾਂ ਦੇ ਨਾਲ ਵੇਖ ਕੇ ਵਿਚਾਰੇ ਅੱਜ ਗਵਾਹੀ ਨਹੀਂ ਦੇ ਰਹੇ, ਉਹ ਕਿੰਨੇ ਮਜਬੂਰ ਹੋਣਗੇ। ਬਿਲਕੁਲ ਜੀ, ਜਿੰਨੇ 84 ਦਾ ਦਰਦ ਹੰਢਾਇਆ ਉਹ 84 ਬਾਰੇ ਜਾਣਦਾ, ਪਰ ਜਦੋਂ ਲਿਖਤ ਵੀ ਪੜ੍ਹੀ ਜਾਂਦੀ ਆ 84 ਦੀ, ਫਿਰ ਵੀ ਰੌਂਗਟੇ ਖੜੇ ਹੋ ਜਾਂਦੇ ਆ। ਆਪਾਂ ਦਿੱਲੀ ਦੀ ਗੱਲ ਕਰੀਏ, ਆਪਾਂ ਕਾਨਪੁਰ ਦੀ ਗੱਲ ਕਰੀਏ, ਆਪਾਂ ਬੁਕਾਰਾ ਦੀ ਧਰਤੀ ਤੇ ਗੱਲ ਕਰੀਏ ਤੇ ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਕੇ ਸਾੜ ਦਿੱਤਾ ਜਾਂਦਾ ਵਾ, ਧੀਆਂ ਭੈਣਾਂ ਦੀ ਬੇਇੱਜ਼ਤੀ ਕੀਤੀ ਜਾਂਦੀ ਆ। ਇਹ ਕੌਣ ਨਹੀਂ ਜਾਣਦਾ। ਤੇ 2 ਮੁੱਖ ਨਾਮ ਆ ਉਸ ਟਾਈਮ ਤੇ ਜ਼ਾਲਮ ਸਰਕਾਰ ਦਾ ਨਾਮ ਜ਼ਰੂਰ ਆਇਆ ਤੇ ਨਾਲ 2 ਨਾਮ ਮੁੱਖ ਨਾਮ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੇ ਆਏ। ਵੱਖੋ ਵੱਖਰੇ ਟਾਈਮ ਦੇ ਉੱਤੇ ਕਾਨੂੰਨੀ ਚਾਰਾਜੋਈ ਹੁੰਦੀ ਆ। ਕਾਨੂੰਨੀ ਚਾਰਾਜੋਈ ਦੇ ਵਿੱਚ ਅਜੇ ਤੱਕ ਉਹ ਬਾਹਰ ਆ। ਸੱਜਣ ਕੁਮਾਰ ਦਾ ਨਾਮ ਆ ਚੁੱਕਾ ਵਾ ਵਿੱਚ, ਜਗਦੀਸ਼ ਟਾਈਟਲਰ ਦਾ ਨਾਮ ਅਜੇ ਤੱਕ ਬਾਹਰ ਆ। ਉਹ ਨਾਮ ਦਾ HS ਫੂਲਕਾ ਜੀ ਨੇ ਵੀ ਕੱਲ ਸਪਸ਼ਟੀਕਰਨ ਦਿੱਤਾ ਹੈਗਾ ਵਾ ਕਿ 3 ਵਾਰ ਉਹਨਾਂ ਦੇ ਗਵਾਹ ਨੂੰ ਮੁਕਰਵਾ ਦਿੱਤਾ ਗਿਆ। ਤਾਂ ਹੀ ਕਾਰਨ ਸੀ ਕਿ ਅਜੇ ਤੱਕ ਜਗਦੀਸ਼ ਟਾਈਟਲਰ ਦੋਸ਼ੀ ਕਰਾਰ ਨਹੀਂ ਹੋ ਸਕਿਆ। ਅੱਜ ਉਸ ਲੋਕੇਸ਼ਨ ਤੇ ਆ ਜਿਹੜੀ ਲੋਕੇਸ਼ਨ ਤੇ ਮੈਂ ਪਹਿਲਾਂ ਦੱਸ ਚੁੱਕਾ ਕਿ ਜਗਦੀਸ਼ ਟਾਈਟਲਰ ਦੇ ਜਨਮ ਦਿਨ ਦੇ ਵਧਾਈ ਦੇ ਪੋਸਟਰ ਲੱਗਦੇ ਆ ਤੇ ਪੰਜਾਬ ਦੀ ਸ਼ਾਂਤੀ ਨੂੰ ਭੜਕਾਉਣ ਦੀ, ਪੰਜਾਬ ਦੀ ਸ਼ਾਂਤੀ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆ। ਕੌਣ ਆ ਉਹ? ਸਿੱਖੀ ਰੂਪ 'ਚ ਬਹਿਰੂਪੀਏ ਕਹਿ ਸਕਦੇ ਉਹਨਾਂ ਲੋਕਾਂ ਨੂੰ। ਅਕਾਲ ਚੈਨਲ ਇੱਕ ਮਾਧਿਅਮ ਹੈਗਾ ਵਾ, ਅਸੀਂ ਵੀ ਉਹਨੂੰ ਕਹਿੰਦੇ ਆ ਕਿ ਤੁਸੀਂ ਵੱਖੋ ਵੱਖਰੇ ਚੈਨਲਾਂ 'ਤੇ ਗਏ ਆ, ਆਓ ਸਾਡੇ ਨਾਲ ਵਾਰਤਾਲਾਪ ਕਰੋ, ਆਪਾਂ ਇੱਕ ਪੱਖ ਰੱਖੀਏ ਸੰਗਤ ਦੇ ਸਾਹਮਣੇ ਕਿ 84 'ਚ ਕੀ ਹੋਇਆ। ਜਿੰਨੇ 84 ਹੰਢਾਈ ਆ, ਜਿਹੜੇ ਪਰਿਵਾਰ ਉੱਥੋਂ ਉੱਜੜ ਕੇ ਆਏ ਆ, ਉਹਨਾਂ ਨੂੰ ਪੁੱਛੋ, ਉਹਨਾਂ ਦਾ ਪਤਾ ਲਓ। ਪਰ ਤੁਸੀਂ ਘਰਾਂ 'ਚ ਬੈਠੇ ਕੋਈ ਇਹੋ ਜਿਹੇ ਬਿਆਨ ਦੇ ਕੇ ਫਿਰ ਆਪਾਂ ਦੁਬਾਰਾ
ਪੰਜਾਬ ਨੂੰ ਉਸ ਦੁਖਾਂਤ ਵਾਲੇ ਪਾਸੇ ਨਾ ਲੈ ਕੇ ਜਾਈਏ, ਅਸੀਂ ਉਸ ਚੀਜ਼ ਨੂੰ ਨਾ ਚੇਤਾ ਕਰਾਈਏ। ਵੱਖੋ ਵੱਖਰੇ ਜਥੇਬੰਦੀਆਂ ਦੇ ਨੁਮਾਇੰਦਿਆਂ ਨਾਲ ਗੱਲ ਕੀਤੀ ਆ, ਵੀਰ ਸਾਡੇ ਨਾਲ ਜੁੜ ਚੁੱਕੇ ਆ। ਪਹਿਲਾਂ ਫਤਿਹ ਸਾਂਝ ਪਾਉਂਦੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਥਾ 6 ਨੂੰ ਭਿੰਡਰਾਂ ਵਾਲੇ ਵੱਲੋਂ ਹਰਪਾਲ ਸਿੰਘ ਖਾਲਸਤਾਨੀ, ਅਕਾਲ ਖਾਲਸਾ ਦਲ ਦਾ ਮੀਤ ਜਥੇਦਾਰ। ਬੇਨਤੀ ਇਸ ਤਰ੍ਹਾਂ, ਵਾਹਿਗੁਰੂ ਜੀ, ਇਹ ਜਿਹੜਾ ਗਿੱਲ ਆ ਇਹ ਟੋਟ ਬਣਿਆ ਆ ਸੈਂਟਰ ਗਵਰਨਮੈਂਟ ਦਾ ਟੋਟ। ਜਿਸ ਤਰ੍ਹਾਂ ਬੇਅੰਤਾ ਬੁੱਚਾ ਟੋਟ ਸੀ ਨਾ, ਉਹਨੇ ਸਿੰਘਾਂ ਦਾ ਘਾਣ ਕਰਾਇਆ ਸੀ। ਅਸੀਂ ਕਹਿੰਦੇ ਆ ਜੇ ਤੈਨੂੰ ਉਹ ਟਾਈਟਲ ਚੰਗਾ ਲੱਗਦਾ ਵਾ, ਤੂੰ ਉਹਦਾ ਜਨਮ ਦਿਨ ਆਪਣੇ ਘਰ ਮਨਾ, ਤੇਰੇ ਜਨਮ ਦਿਨ ਨਾਲ ਸਾਨੂੰ ਕੋਈ ਰੋਸ ਨਹੀਂ ਆ। ਲੇਕਿਨ ਇੱਥੇ ਜਿੰਨੇ ਸਿੰਘ ਆਏ ਆ, ਸੰਤ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲੇ ਨੂੰ ਤੂੰ ਲਲਕਾਰਿਆ, ਤੂੰ ਸਿੰਘਾਂ ਨੂੰ ਲਲਕਾਰਿਆ ਵੀ ਅਸੀਂ ਤੁਹਾਨੂੰ ਵੇਖਣਾ ਵਾ। ਤੇ ਇਹ ਜਿੰਨੇ ਵੀ ਸਿੰਘ ਹੈਗੇ ਆ ਸਿਰਫ ਤੇਰੇ ਟਾਈਮ ਦੇ ਉੱਤੇ ਇੱਥੇ ਇਕੱਠੇ ਹੋਏ ਆ, ਅਸੀਂ ਆਪਣੀ ਮਰਜ਼ੀ ਨਾਲ ਨਹੀਂ ਇਕੱਠੇ ਹੋਏ। ਹੁਣ ਅਸੀਂ ਇਹ ਸੋਚਣ ਡਏ ਆ ਵੀ ਜੇ ਤੂੰ ਆਪਣਾ ਬਾਕੀ ਕੋਈ ਰੱਖਦਾ ਏ ਤੇ ਆਪਣੇ ਇਸ਼ਟ ਦਾ ਹੈ ਤੇ ਇੱਥੇ ਆ ਕੇ ਸਾਡੇ ਨਾਲ ਤੂੰ ਗੱਲ ਕਰ। ਆ ਕੇ ਲੜ, ਕਹਿੰਦਾ ਮੈਂ ਲੜਨਾ ਵਾ ਜਾਂ ਤੈਨੂੰ ਵੇਖਣਾ ਵਾ, ਇਹ ਸਿੰਘਾਂ ਨੂੰ ਵੇਖਣਾ ਤੇ ਆ ਕੇ ਵੇਖ, ਦੋ ਹੱਥ ਕਰ। ਖਾਲਸਤਾਨੀ ਜੀ, ਥੋੜਾ 2-3 ਸਾਲ ਪਹਿਲਾਂ ਦੀ ਗੱਲ ਆ ਕਿ ਇਸੇ ਤਰ੍ਹਾਂ ਹੀ ਟਾਈਮ ਦੇ ਕੇ ਬਿਆਸ ਵਾਲੇ ਪੁਲ ਤੇ ਰੌਲਾ ਰੱਪਾ ਪਿਆ ਸੀ। ਸਿੱਖ ਜਥੇਬੰਦੀਆਂ ਪਹੁੰਚਦੀਆਂ ਵਾ, ਪ੍ਰਸ਼ਾਸਨ ਬਹੁਤ ਭਾਰੀ ਤਾਦਾਦ ਉੱਥੇ ਪਹੁੰਚ ਜਾਂਦਾ ਵਾ, ਪਰ ਉੱਥੇ ਕੋਈ ਨਹੀਂ ਪਹੁੰਚਦਾ। ਤੁਹਾਨੂੰ ਲੱਗਦਾ ਨਹੀਂ ਕਿ ਛੇੜਖਾਨੀਆਂ ਕੀਤੀਆਂ ਜਾ ਰਹੀਆਂ? ਕੇਵਲ ਇਹ ਤੋਂ ਬਗੈਰ ਕੁਝ ਨਹੀਂ ਹੈਗਾ। ਸੋਸ਼ਲ ਮੀਡੀਆ ਤੇ ਕੁਝ ਫੋਟੋਆਂ ਵਾਇਰਲ ਕਰ ਦੇਣੀਆਂ, ਸੋਸ਼ਲ ਮੀਡੀਆ ਤੇ ਵੀਡੀਓਜ਼ ਵਾਇਰਲ ਕਰ ਦੇਣੀਆਂ, ਉਸ ਤੋਂ ਬਾਅਦ ਚੰਦਰਾਂ 'ਚ ਲੋਕੇ ਬੈਠ ਜਾਣਾ। ਬੇਨਤੀ ਇਸ ਤਰ੍ਹਾਂ ਜੀ, ਇਹ ਸੈਂਟਰ ਗਵਰਨਮੈਂਟ ਦਾ RSS ਦਾ ਪ੍ਰੋਪੇਗੰਡਾ ਵਾ ਵੀ ਸਿੱਖਾਂ ਨੂੰ ਕਿੱਦਾਂ ਇਸੇ ਚੱਕਰ ਦੇ ਵਿੱਚ ਉਲਝਾ ਕੇ ਰੱਖਣਾ ਵਾ। ਇੱਕ ਮਸਲਾ ਖੜਾ ਨਹੀਂ ਹੁੰਦਾ ਸਾਡਾ ਤੇ ਦੂਜਾ ਮਸਲਾ ਸਾਡਾ ਖੜਾ ਕਰ ਲੈਂਦੇ ਆ ਵੀ ਇਹ ਸਿੱਖ ਇਸੇ ਪਾਸੇ ਲੱਗੇ ਰਹਿਣ। ਕਦੀ ਆਹ ਚੌਂਕ ਦੇ ਵਿੱਚ ਸਾਨੂੰ ਖਲੋਣਾ ਪੈਂਦਾ, ਕਦੀ ਕਿਸੇ ਚੌਂਕ ਦੇ ਵਿੱਚ ਖਲੋਣਾ ਪੈਂਦਾ। ਜੇ ਅਸੀਂ ਚੁੱਪ ਕਰਕੇ ਘਰ ਬਹਿ ਜਾਂਦੇ ਆ ਤੇ ਲਲਕਾਰਾ ਮਾਰਦਾ ਹੋਵੇ ਕੋਈ ਤੇ ਸਿੱਖ ਬਾਹਰ ਨਾ ਆਵੇ ਤੇ ਬੜੀ ਨਮੋਸ਼ੀ ਵਾਲੀ ਗੱਲ ਆ। ਲੇਕਿਨ ਇਹ ਸਾਰੇ ਪ੍ਰੋਪੇਗੰਡੇ ਕੀਤੇ ਜਾ ਰਹੇ ਆ। ਪਹਿਲਾਂ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ ਹੈ ਨਾ, ਬਾਦਲ ਲਾਣਾ ਗਾਵਾ, ਇਹਨੇ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਾਈ। ਸਾਰਾ ਪੰਜਾਬ ਸੜਕਾਂ ਤੇ ਆਇਆ, ਲੇਕਿਨ ਆਪਾਂ ਆਪਣੇ ਘਰ ਵੜ ਗਏ। ਉਹ ਜਿਹੜਾ ਮੁੱਦਾ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦਾ ਵਾ, ਉਹ ਉੱਥੇ ਦਾ ਉੱਥਾ ਹੀ ਖੜਾ ਵਾ, ਉਹਦਾ ਕੋਈ ਮਸਲਾ ਹੱਲ ਨਹੀਂ ਆ। ਉਸ ਤੋਂ ਬਾਅਦ ਬਰਗਾੜੀ ਦੇ ਵਿੱਚ ਇਹਨਾਂ ਗੋਲੀਆਂ ਚਲਾ ਕੇ ਸਿੰਘ ਸ਼ਹੀਦ ਕੀਤੇ। ਜੇ ਇੰਦਰਾ ਗਾਂਧੀ ਨੂੰ ਮਾਰਿਆ ਭਾਈ ਸਤਵੰਤ ਸਿੰਘ ਨੇ ਤੇ ਸਾਲ ਦੇ ਵਿੱਚ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਂਦੀ ਆ, ਤੇ ਜੇ ਵੈਦੀਆਂ ਮਾਰਿਆ ਉਹਨੂੰ ਸਾਲ ਦੇ ਵਿੱਚ ਫਾਂਸੀ ਦੇ ਦਿੱਤੀ ਜਾਂਦੀ ਆ। ਮੈਂ ਨਾ ਦੁਰ ਫਿੜੇ ਮੂੰਹ ਇਹੋ ਜਿਹੇ ਕਾਨੂੰਨ ਦਾ ਹੀ, ਇਹੋ ਜਿਹੀਆਂ ਅਦਾਲਤਾਂ ਦਾ ਹੀ, ਇਹੋ ਜਿਹੇ ਜੱਜਾਂ ਦਾ ਹੀ। ਉਹ ਤੁਹਾਨੂੰ ਸਿਰਫ ਸਿੱਖ ਹੀ ਨਜ਼ਰ ਆਉਂਦੇ ਅਦਾਲਤਾਂ ਦੇ ਵਿੱਚ ਦੋਸ਼ੀ, ਹੋਰ ਤੁਹਾਨੂੰ ਕੋਈ ਨਜ਼ਰ ਨਹੀਂ ਆਉਂਦਾ। 84 ਦੇ ਵਿੱਚ ਜਿੰਨੇ ਵੀ ਸਿੱਖਾਂ ਦਾ ਕਤਲੇਆਮ ਕੀਤਾ, ਕਿਸੇ ਨੂੰ ਫਾਂਸੀ ਦਿੱਤੀ? ਨਹੀਂ ਦਿੱਤੀ, ਕਿਉਂਕਿ ਹਿੰਦੂ ਜੱਜ, ਹਿੰਦੂ ਅਦਾਲਤਾਂ ਤੇ ਹਿੰਦੂ ਸੁਪਰੀਮ ਕੋਰਟ ਹੈਗਾ ਵਾ। ਤੇ ਸਿੱਖਾਂ ਨੂੰ ਕਿੰਨੇ ਇਨਸਾਫ ਦੇਣਾ ਗਾ? ਸਿੱਖਾਂ ਵਾਸਤੇ ਕੋਈ ਇਨਸਾਫ ਨਹੀਂ ਹੈਗਾ। ਸਿਰਫ ਟਿੰਡ ਨੂੰ ਟਿੰਡ ਸਲਾਮ ਕਰਦੀ ਪਈ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 84 ਦੀ ਗੱਲ ਕਰਦੇ ਆ ਤੇ ਦਰਦ ਉੱਠਦੀ ਆ ਹਰ ਸਿੱਖ ਦੇ, ਉਹ ਭਾਵੇਂ ਪ੍ਰਸ਼ਾਸਨਿਕ ਅਧਿਕਾਰੀ ਹੋਵੇ ਜਾਂ ਆਮ ਸਿੱਖ ਆ, ਭਾਵੇਂ ਉਹ ਜਥੇਬੰਦੀਆਂ ਦੇ ਨੁਮਾਇੰਦੇ ਆ। 84 ਦੀ ਗੱਲ ਦਿੱਲੀ ਦੀ ਨਹੀਂ ਕਰ ਸਕਦੇ, ਇਕੱਲੇ ਕਾਨਪੁਰ ਦੀ ਨਹੀਂ ਗੱਲ ਕਰ ਸਕਦੇ, ਬੋਕਾਰੋ ਦੀ ਨਹੀਂ ਗੱਲ ਕਰ ਸਕਦੇ। ਬੜਾ ਵੱਡਾ ਦਰਦ ਹੰਦਾਇਆ 84 ਦਾ ਕੌਮ ਨੇ, ਪਰ 84 ਤੋਂ ਬਾਅਦ 'ਚ ਅਜੇ ਤੱਕ ਇਨਸਾਫ ਕੀ ਮਿਲਿਆ? ਅਜੇ ਉਹ ਕਟਹਿਰੇ 'ਚ ਖੜੇ ਨਹੀਂ ਹੋਏ ਜਿਨ੍ਹਾਂ ਨੇ 84 ਦੇ ਵਿੱਚ ਐਡਾ ਵੱਡਾ ਕਤਲੇਆਮ ਕਰਾਇਆ। ਪਰ ਸਾਡੇ ਹੀ ਕੁਝ ਨੌਜਵਾਨ ਸ਼ਾਇਦ ਕੁਝੀਆਂ ਹਰਕਤਾਂ ਕਰ ਰਹੇ ਆ। ਉਹ ਜਾਂ ਤੇ ਆਪਣੇ ਆਪ ਨੂੰ ਹਾਈਲਾਈਟ ਕਰਨਾ ਚਾਹੁੰਦੇ ਆ, ਜਾਂ ਚਾਹੁੰਦੇ ਆ ਕਿ ਸ਼ਾਇਦ ਸਾਨੂੰ ਕੁਝ ਗਨਮੈਨ ਮਿਲ ਜਾਣਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਕੈਸ਼ੋ ਆਰਾਮ ਦੀ ਜ਼ਿੰਦਗੀ ਵਾਸਤੇ। ਪਰ ਕਿਉਂ ਫਿਰ ਅੱਗ ਲਾਈ ਜਾ ਰਹੀ ਆ ਪੰਜਾਬ ਨੂੰ? ਅੱਜ ਸਿੱਖ ਜਥੇਬੰਦੀਆਂ ਦੇ ਇੱਥੇ ਪਹੁੰਚਣ ਦਾ ਮੇਨ ਮਕਸਦ ਇਹੋ ਹੀ ਆ ਕਿ ਕਰਮਜੀਤ ਨਾਂ ਦੇ ਇੱਕ ਵਿਅਕਤੀ ਵੱਲੋਂ, ਇਹ ਲੋਕੇਸ਼ਨ ਮੈਂ ਬਾਰ-ਬਾਰ ਦੱਸ ਰਿਹਾ, ਇਹ ਉਹ ਲੋਕੇਸ਼ਨ ਆ ਜਿੱਥੇ ਕਰਮਜੀਤ ਨਾਮ ਦੇ ਇੱਕ ਵਿਅਕਤੀ ਵੱਲੋਂ, ਇੱਕ ਨੌਜਵਾਨ ਵੱਲੋਂ ਬੈਨਰ ਲਾ ਦਿੱਤਾ ਜਾਂਦਾ ਵਾ। ਉਹ ਬੈਨਰ ਵੇਖ ਕੇ ਸੰਗਤਾਂ 'ਚ ਰੋਸ ਜਾਗਦਾ, ਕਿਉਂਕਿ ਉਸ ਬੈਨਰ ਦੇ ਉੱਤੇ ਵਧਾਈ ਸੰਦੇਸ਼ ਦਿੱਤਾ ਗਿਆ ਸੀ ਜਗਦੀਸ਼ ਟਾਈਟਲਰ ਨੂੰ। ਤੇ ਜਦੋਂ ਜਗਦੀਸ਼ ਟਾਈਟਲਰ ਤੇ ਸੱਜਣ ਕੁਮਾਰ ਦਾ ਨਾਮ ਆਉਂਦਾ ਵਾ ਤੇ ਉਦੋਂ ਹਰ ਇੱਕ ਸਿੱਖ ਦਾ ਹਿਰਦਾ ਜ਼ਰੂਰ ਰੁੰਧਿਆ ਜਾਂਦਾ। ਤੇ ਉਹ ਵੀ ਪੰਜਾਬ ਦੀ ਧਰਤੀ ਦੇ ਉੱਤੇ ਪੋਸਟਰ ਲੱਗੇ ਹੁਣ ਜਗਦੀਸ਼ ਟਾਈਟਲਰ ਤੇ, ਕਿਉਂ ਨਾ ਖੂਨ ਖੋਲੂਗਾ ਹਰ ਇੱਕ ਦਾ। ਤੇ ਉਹੋ ਹੀ ਪੋਸਟਰ ਜਿਹੜਾ ਸਿੱਖ ਜਥੇਬੰਦੀਆਂ ਵੱਲੋਂ ਲਾ ਦਿੱਤਾ ਜਾਂਦਾ, ਉਹ ਲਾਉਣ ਤੋਂ ਬਾਅਦ ਕਾਨੂੰਨੀ ਚਾਰਾਜੋਈ ਕੀਤੀ ਜਾਂਦੀ ਆ, ਕਿਉਂਕਿ ਵਿਸ਼ਵਾਸ ਰੱਖਿਆ ਜਾ ਰਿਹਾ ਕਿ ਕਾਨੂੰਨ ਦੇ ਤੋਂ ਬਾਹਰ ਨਹੀਂ ਜਾਣਾ,
ਕਾਨੂੰਨ ਦੇ ਵਿੱਚ ਵਿਸ਼ਵਾਸ ਰੱਖਦੇ ਹੋਏ ਇਹ ਸਾਰੀਆਂ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਕਾਨੂੰਨਨ ਕਾਰਵਾਈ ਕਰਨੀ ਚਾਹੁੰਦੇ ਆ। ਕਰਮਜੀਤ ਆਪਣੀ ਫੇਸਬੁੱਕ ਤੇ ਜਾਂ ਕੁਝ ਮੀਡੀਆ ਰਾਹੀਂ ਫਿਰ ਲਾਈਵ ਹੁੰਦਾ ਤੇ ਉਹ ਦੱਸਦਾ ਕਿ ਜੇ ਤੁਸੀਂ ਮੈਨੂੰ ਟਾਈਮ ਪਾ ਕੇ ਆਉਂਦੇ ਤੇ ਇਹ ਪੋਸਟਰ ਲੱਥਣ ਨਾ ਦਿੰਦਾ। ਫਿਰ ਉਹ ਜਿਹਦਾ ਇੱਕ ਚੈਲੰਜ ਵਾਲੀ ਗੱਲ ਸੀ ਉਹ ਚੈਲੰਜ ਕਬੂਲ ਕੀਤਾ ਗਿਆ। ਸਿੱਖ ਜਥੇਬੰਦੀਆਂ ਨੇ ਕੱਲ ਦਾ ਲਗਭਗ 24 ਘੰਟੇ ਤੋਂ ਫਿਰ ਕਹਿ ਦਿੱਤਾ ਕਿ ਜੇ ਲੱਗਦਾ ਸੀ ਤੈਨੂੰ ਉਦਣ ਕਿ ਅਸੀਂ ਤੈਨੂੰ ਦੱਸ ਕੇ ਨਹੀਂ ਆਏ ਤੇ ਅੱਜ ਤੈਨੂੰ ਦੱਸ ਕੇ ਇੱਥੇ ਪਹੁੰਚ ਰਹੇ ਹਾਂ। ਤੇ ਜਥੇਬੰਦੀਆਂ ਦੇ ਨੁਮਾਇੰਦੇ ਵੇਖ ਸਕਦੇ ਆ ਕਿ ਵੱਖੋ ਵੱਖਰੇ ਜਥੇਬੰਦੀ ਦੇ ਨੁਮਾਇੰਦੇ ਇੱਥੇ ਤੁੰਗਾ ਵਾਲੀ ਪੁਲ ਜਿਹੜਾ ਕਿ ਅੰਮ੍ਰਿਤਸਰ ਦਾ ਮਸ਼ਹੂਰ ਆ ਉੱਥੇ ਪਹੁੰਚੇ ਹੈਗੇ ਆ। ਸ਼ਾਂਤਮਈ ਪ੍ਰੋਟੈਸਟ ਕੀਤਾ ਜਾ ਰਿਹਾ ਤੇ ਇਹੋ ਹੀ ਬਾਰ-ਬਾਰ ਕਿਹਾ ਜਾ ਰਿਹਾ ਕਿ ਪੰਜਾਬ ਦੀ ਸ਼ਾਂਤੀ ਨੂੰ ਅੱਗ ਨਾ ਲਾਓ। ਬੇਸ਼ੱਕ ਉਹ ਸਵਾਲ ਹੋਵੇ ਗਨਮੈਨਾਂ ਦਾ ਜਾਂ ਸਵਾਲ ਹੋਵੇ ਤੁਹਾਡੀ ਸਿਆਸਤ ਦਾ, ਪਰ ਸਿਆਸਤ ਦੀ ਖੇਡ ਦੇ ਵਿੱਚ ਪੰਜਾਬ ਨੂੰ ਉਸ ਅੱਗ ਵੱਲ ਨਾ ਧੱਕੋ ਜਿਹੜਾ ਕਿ ਅਸੀਂ ਸੇਕ ਪਹਿਲਾਂ ਹੰਢਾ ਚੁੱਕੇ ਆ। ਉਹ ਆ ਸੇਕ 1984 ਦਾ। ਜਦੋਂ ਭਾਰਤ ਦੇਸ਼ ਆਜ਼ਾਦ ਹੁੰਦਾ ਤੇ ਸਭ ਤੋਂ ਵੱਧ ਨੁਕਸਾਨ ਵੀ ਪੰਜਾਬ ਦਾ ਹੁੰਦਾ। ਤੇ ਜੇ 1984 ਦੇ ਵਿੱਚ ਆਪਾਂ ਗੱਲ ਕਰੀਏ, ਉਹ ਦਿੱਲੀ ਹੋਵੇ, ਕਾਨਪੁਰ ਹੋਵੇ, ਬੋਕਾਰੋ ਹੋਵੇ, ਉਹ ਹਰ ਇੱਕ ਥਾਂ ਦੇ ਉੱਤੇ ਵੱਧ ਤੋਂ ਵੱਧ ਜਿਹੜਾ ਘਾਣ ਜਿਹੜਾ ਕਤਲੇਆਮ ਕੀਤਾ ਜਾਂਦਾ ਉਹ ਸਿੱਖਾਂ ਦਾ ਹੀ ਕੀਤਾ ਜਾਂਦਾ ਵਾ। ਪਰ ਸਿੱਖ ਕਿਵੇਂ ਬਰਦਾਸ਼ਤ ਕਰ ਜਾਣ ਕਿ ਸਾਡੇ ਹੀ ਕਤਲੇਆਮ ਕਰਾਉਣ ਵਾਲਿਆਂ ਦੇ ਪੋਸਟਰ ਪੰਜਾਬ ਦੇ ਵਿੱਚ ਲਾ ਦਿੱਤੇ ਜਾਂਦੇ ਆ ਤੇ ਉਹ ਵੀ ਸਾਡੇ ਕੁਝ ਨੁਮਾਇੰਦਿਆਂ ਵੱਲੋਂ, ਸਾਡੇ ਹੀ ਕੁਝ ਨੌਜਵਾਨਾਂ ਵੱਲੋਂ। ਵੱਖ ਵੱਖਰੇ ਜਥੇਬੰਦੀਆਂ ਦੇ ਨੁਮਾਇੰਦੇ ਇੱਥੇ ਪਹੁੰਚੇ ਹੈਗੇ ਆ। ਇਸ ਟਾਈਮ ਪ੍ਰਸ਼ਾਸਨ ਵੀ ਪੂਰਾ ਹਰਕਤ 'ਚ ਆ। ਸ਼ਾਇਦ ਜਥੇਬੰਦੀਆਂ ਨੂੰ ਇੱਥੋਂ ਲੈ ਕੇ ਜਾਣ ਦੀ ਵੀ ਗੱਲਬਾਤ ਹੋ ਰਹੀ ਆ ਕਿ ਇੱਥੋਂ ਛੇਤੀ ਵਾਪਸ ਜਾਣਾ ਚਾਹੀਦਾ ਹੈਗਾ ਵਾ। ਪਰਮਜੀਤ ਅਕਾਲੀ ਇੱਕ ਵਾਰੀ ਫਿਰ ਮੇਰੇ ਨਾਲ ਕੋਈ ਪਰਮਜੀਤ ਜੀ ਅੱਧਾ ਪੌਣਾ ਘੰਟਾ ਹੋ ਗਿਆ ਵਾ ਸਾਨੂੰ ਵੀ ਲਾਈਵ ਕੀਤਿਆਂ ਨੂੰ, ਕੋਈ ਮੈਸੇਜ ਆਇਆ ਦੂਜੀ ਧਿਰ ਵੱਲੋਂ ਕੋਈ ਲੱਗਦਾ ਉਹ ਕਿੱਥੇ ਸਰ ਜੀ, ਕਿੱਥੇ? ਇਹ ਨਹੀਂ ਕਰਤੂਤ ਦੇ ਮਾਲਕ ਇੰਨੀ ਦੇ, ਇਹ ਭੌਂਕਣ ਵਾਲੇ ਨੇ, ਵੱਢਣ ਵਾਲੇ ਨਹੀਂ ਹੈਗੇ। ਪੰਜਾਬ ਦੀ ਸ਼ਾਂਤੀ ਨੂੰ ਫਰਾਕ ਕਿਉਂ ਲਾਈ ਜਾ ਰਹੀ ਆ? ਪ੍ਰਸ਼ਾਸਨ ਵੀ ਇਸ ਟਾਈਮ ਤੇ ਬਾਹਰ ਬਹੁਤ ਭਾਰੀ ਤਾਦਾਦ ਤੇ ਲਾਈਵ ਵੀ ਵੇਖ ਰਹੇ ਹੋਣਗੇ, ਕਿਉਂ ਨਹੀਂ ਉਦੋਂ ਦਾ ਉਹਨੂੰ ਕੈਦ ਕਰਕੇ ਅੰਦਰ ਕੀਤਾ? ਗੱਲ ਤਾਂ ਇਹੋ ਵੱਡੀ ਆ ਨਾ ਵੀ ਜਦੋਂ ਸਭ ਕੁਝ ਦੇਖ ਰਿਹਾ ਵਾ ਵੀ ਉਹ ਬੰਦਾ ਅੱਗ ਲਾ ਰਿਹਾ, ਪ੍ਰਸ਼ਾਸਨ ਦੇਖ ਰਿਹਾ ਵਾ ਵੀ ਉਹ ਬੰਦਾ ਅੱਗ ਲਾ ਰਿਹਾ ਵਾ, ਤੇ ਕਿਉਂ ਨਹੀਂ ਉਹਨੂੰ ਫੜ ਕੇ ਚੱਕ ਕੇ ਜੇਲ੍ਹ 'ਚ ਮਾਰਦੇ? ਕਿਉਂ ਨਹੀਂ ਠੋਕ ਕੇ ਉੱਤੇ ਪਰਚਾ ਕਰਦੇ? ਮਸਲਾ ਤਾਂ ਸਿਰਫ ਇੰਨਾ ਹੀ ਆ ਵੀ ਜੋ ਬੰਦਾ ਇੱਕ ਸ਼ਰਾਰਤੀ ਆ, ਸ਼ਰਾਰਤ ਕਰਦਾ, ਅੱਗ ਲਾ ਰਿਹਾ ਵਾ, ਉਹ ਤੇ ਪਰਚਾ ਕਰਕੇ ਉਹਨੂੰ ਜੇਲ੍ਹ ਸੁੱਟੋ, ਗੱਲ ਖਤਮ ਹੋ ਗਈ। ਸ਼ਰਾਰਤੀਆਂ ਤੇ ਪਰਚੇ ਕਿਉਂ ਨਹੀਂ ਹੁੰਦੇ? ਉਹਨਾਂ ਨੂੰ ਤਾਂ ਸਗੋਂ ਗਨਮੈਨ ਮਿਲ ਰਹੇ ਆ। ਭਾਜੀ ਇਹੋ ਹੀ ਸਾਡੀ ਤਰਾਸਦੀ ਆ ਜੀ, ਇਹੋ ਹੀ ਦੁੱਖ ਦੀ ਗੱਲ ਆ। ਇੱਥੇ ਆ ਕੇ ਫਿਰ ਵਖਰੇਵੇਂ ਪੈਦਾ ਹੋ ਜਾਂਦੇ ਨੇ। ਜਦੋਂ ਇੱਕ ਸਾਡਾ ਕੋਈ ਸਿੰਘ, ਕੋਈ ਨੌਜਵਾਨ ਜਜ਼ਬਾਤੀ ਹੋ ਕੇ ਕੁਝ ਬੋਲ ਦਿੰਦਾ ਵਾ, ਸ਼ਾਨ ਦੇ ਵਿਰੁੱਧ ਗੱਲ ਕਰ ਦਿੰਦਾ ਵਾ, ਉੱਤੇ ਪਰਚੇ ਹੋ ਜਾਂਦੇ ਨੇ। ਤੇ ਕੋਈ ਬੰਦਾ ਉੱਠ ਕੇ ਕੌਮ ਨੂੰ ਚੈਲੰਜ ਕਰਦਾ ਵਾ, ਉਹਨੂੰ ਸਿਕਿਉਰਟੀਆਂ ਮਿਲ ਜਾਂਦੀਆਂ ਨੇ। ਸਾਨੂੰ ਇਹ ਚੀਜ਼ ਸਮਝ ਨਹੀਂ ਆਉਂਦੀ। ਧੰਨਵਾਦ ਜੀ। ਸਾਡੇ ਨਾਲ ਹੋਰ ਵੀਰ ਵੀ ਜੁੜ ਚੁੱਕੇ ਆ। 3-4 ਦਿਨ ਤੋਂ ਆਪਾਂ ਲਗਾਤਾਰ ਵੇਖ ਰਹੇ ਆ ਨੌਜਵਾਨ ਇੱਥੇ ਪਹੁੰਚੇ ਸੀ, ਜਿਹੜਾ ਕਿ ਬੋਰਡ ਲਾ ਦਿੱਤਾ ਜਾਂਦਾ ਵਾ। ਉਸ ਤੋਂ ਬਾਅਦ 'ਚ ਕਰਮਜੀਤ ਨਾਂ ਦਾ ਨੌਜਵਾਨ ਜਿਹੜਾ ਫਿਰ ਕਹਿੰਦਾ ਕਿ ਜੇ ਤੁਸੀਂ ਮੈਨੂੰ ਟਾਈਮ ਦੱਸ ਕੇ ਆਏ ਹੁੰਦੇ ਤੇ ਮੈਂ ਬੋਰਡ ਨਹੀਂ ਸੀ ਲਾਉ ਦੇਣੇ। ਤੇ ਬੋਰਡ ਦੀ ਜਿਹੜੀ ਗੱਲ ਕਰ ਰਹੇ ਆ ਬਾਰ-ਬਾਰ, ਉਹ ਬੋਰਡ ਦੇ ਉੱਤੇ ਜਗਦੀਸ਼ ਟਾਈਟਲਰ ਦੀ ਫੋਟੋ ਲੱਗੀ ਹੁੰਦੀ ਆ। ਤੇ ਜਿੱਥੇ ਜਗਦੀਸ਼ ਟਾਈਟਲਰ ਦੀ ਤੇ ਸੱਜਣ ਕੁਮਾਰ ਦੀ ਫੋਟੋ ਲੱਗੀ ਹੋਊ ਤੇ ਮੈਨੂੰ ਲੱਗਦਾ ਕਿ ਉਹ ਹਰ ਸਿੱਖ ਨੂੰ ਉਹ ਮੂੰਹ ਚੜਾਉਂਦੀ ਫੋਟੋ ਲੱਗਦੀ ਹੋਊਗੀ। ਉਹ ਭਾਵੇਂ ਤੁਸੀਂ ਸੋਸ਼ਲ ਮੀਡੀਆ ਤੇ ਵੇਖਦੇ ਆ ਤੇ ਜਾਂ ਪੋਸਟਰ ਲੱਗਦੀ ਆ, ਪੰਜਾਬ ਦੇ ਵਿੱਚ ਹੀ ਉਹ ਪੋਸਟਰ ਲੱਗ ਜਾਣਗੇ ਤੇ ਸਿੱਖ ਕਿਵੇਂ ਬਰਦਾਸ਼ਤ ਕਰ ਸਕਦਾ ਵਾ? ਵੀਰ ਸਾਡੇ ਨਾਲ ਜੁੜ ਚੁੱਕੇ ਆ। ਹੋਰ ਪਹਿਲਾਂ ਫਤਿਹ ਸਾਂਝ ਪਨੇ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਉਸ ਦਿਨ ਵੀ ਲਾਈਵ ਹੋਏ ਸੀ ਜਦੋਂ ਇਹ ਪੋਸਟਰ ਲਾ ਕੇ, ਉਸ ਤੋਂ ਬਾਅਦ ਤੁਸੀਂ ਪ੍ਰਸ਼ਾਸਨ ਕੋ ਗਏ। ਪਹਿਲਾਂ ਇਹ ਦੱਸੋ ਕਿ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਕੀਤੀ ਗਈ ਹੈ ਤੱਕ? ਭਾਈ ਸਾਹਿਬ ਪ੍ਰਸ਼ਾਸਨ ਨੂੰ ਇੱਥੇ ਹੀ SHO ਆ ਗਿਆ, ਸਿਵਲ 'ਚ ਆ ਗਏ ਸਾਡੇ ਕੋਲ, ਤੇ ਮੌਕੇ ਤੇ ਅਸੀਂ ਜਿਹੜਾ ਵਾ ਇੱਥੇ ਬੋਰਡ ਜਿਹਦਾ ਲਾ ਕੇ ਤੇ ਉੱਥੇ ਥਾਣੇ ਕਹਿੰਦਾ ਲੈ ਆਓ ਕਿ ਇਹਨੂੰ ਪਾੜਿਓ ਨਾ। ਅਸੀਂ ਜੋ ਮੂੰਹ ਕਾਲਾ ਕਰਨਾ ਕੀਤਾ ਉਹ ਬੋਰਡ ਦਾ, ਅਸੀਂ ਉੱਥੇ ਥਾਣੇ ਗਏ। ਥਾਣੇ ਜਾ ਕੇ ਅਸੀਂ ਆਪਣੀ ਦਰਖਾਸਤ ਦਿੱਤੀ। ਦਰਖਾਸਤ ਦੇ ਕੇ ਜਦੋਂ ਅਸੀਂ ਉਹਨਾਂ ਨੂੰ ਪੁੱਛਿਆ ਕਿ ਕਾਰਵਾਈ ਦਾ ਕੀ ਕਰ ਰਹੇ ਜੋ, ਉਹਨਾਂ ਨੇ ਕਿਹਾ ਵੀ ਸ਼ਾਮਾਂ ਤੱਕ ਇਸ ਬੰਦੇ ਨੂੰ ਅਰੈਸਟ ਕਰ ਲਾਂਗੇ, ਇਸ ਬੰਦੇ ਤੇ ਪਰਚਾ ਹੋ ਜਾਏਗਾ, ਸਾਨੂੰ ਉੱਤੇ ਗੱਲ ਕਰ ਲੈਂਦੋ ਅਫਸਰਾਂ ਨਾਲ ਤੇ ਅਸੀਂ ਇੱਥੇ ਪਰਚਾ ਕਰ ਲਾਂਗੇ। ਪਰ ਪਰਚਾ ਤਾਂ ਕੀ ਹੋਣਾ ਸੀ? ਪੂਰੀਆਂ 7 ਗੱਡੀਆਂ, ਰਾਤ 7 ਗੱਡੀਆਂ ਪੂਰੀਆਂ ਸਿਕਿਉਰਿਟੀ ਦੀਆਂ ਉਹਦੇ ਕੋਲ ਪਹੁੰਚ ਗਈਆਂ। ਸਾਰੀ ਰਾਤ ਉਹਦੇ ਘਰ ਦੇ ਜਿਹੜਾ ਘੇਰਾਬੰਦੀ ਕਰਕੇ ਤੇ ਸਾਰੀ ਰਾਤ ਪ੍ਰਸ਼ਾਸਨ ਜਿਹੜਾ ਵਾ ਉਹਦੀ ਰਾਖੀ ਵਾਸਤੇ ਰਿਹਾ। ਇੱਕ ਗੱਡੀ ਜਾਂਦੀ ਉਹਨੂੰ ਫੜ ਕੇ ਬਾਹਾਂ ਬੰਨ੍ਹ ਕੇ ਤੇ ਉਹਨੂੰ ਅੰਦਰ ਲਿਆਉਂਦੀ ਕਿ ਤੂੰ ਪੰਜਾਬ ਦਾ ਮਾਹੌਲ ਖਰਾਬ ਕਰਨ ਡਿਆ, ਤੇਰੀ ਹਸਤੀ ਕੀ ਪਈ ਹੈ ਕੰਮ ਕਰ ਲਈ। ਹੁਣ ਇਹ ਪ੍ਰਸ਼ਾਸਨ ਜਾਂ ਇਹ ਜਿਹੜਾ ਆਪਣਾ ਕਾਨੂੰਨ ਆ, ਇਹ ਸਾਰੇ ਪਹਿਲਾਂ ਤਾਂ ਇਹਨਾਂ ਬੰਦਿਆਂ ਨੂੰ ਦੇ ਦਿੰਦੇ ਸ਼ਾਹ। ਵੇਖੋ ਹੁਣ ਸਿਕਿਉਰਟੀਆਂ ਦੇ ਦਿੱਤੀਆਂ, ਜੇ ਇਹੋ ਹੀ ਬੰਦਾ ਫੜ ਕੇ ਅੰਦਰ ਕੀਤਾ ਹੁੰਦਾ ਤੇ ਆਪੇ ਪੰਜਾਬ ਦੇ ਮਾਹੌਲ ਨੂੰ ਅੱਗ ਨਾ ਲੱਗਦੀ। ਇਸ ਬੰਦੇ ਨੇ ਸ਼ਰਾਰਤ ਕੀਤੀ, ਜਗਦੀਸ਼ ਟਾਈਟਲਰ ਦੀ ਫੋਟੋ ਲਾਈ, ਉਹਦਾ ਕੇਕ ਕੱਟਿਆ। ਗੁਰੂ ਘਰਾਂ ਦੇ ਵਿੱਚ ਵੀ ਇਸ ਬੰਦੇ ਨੇ ਫੋਟੋ ਲਾਈ ਵੀ ਇਹ ਬੰਦੇ ਦੀ ਬਣਦੀ ਸੀ। ਇਹ ਕਰਤੂਤ ਜਿਹੜੀ ਕੀਤੀ ਆ ਉਹ ਵੀ ਪਰਚਾ ਇੱਥੇ ਬਣਦਾ ਵਾ। ਪ੍ਰਸ਼ਾਸਨ ਚਾਹੁੰਦਾ ਤੇ ਉਹ ਵੀ ਪਰਚਾ ਕਰ ਸਕਦਾ ਸੀ। ਫਿਰ ਇਸ ਬੰਦੇ ਨੇ ਵੇਖੋ ਕੀ ਕੀਤਾ, ਮੀਡੀਆ ਦੇ ਵਿੱਚ ਇਸ ਬੰਦੇ ਨੇ ਲਲਕਾਰ ਮਾਰੀ। ਸਿੱਖ ਕੌਮ ਕਿਸੇ ਨੂੰ ਲਲਕਾਰਦੀ ਨਹੀਂ, ਨਾ ਕਿਸੇ ਨੂੰ
ਕੋਈ ਨਿਭਾਉਣ ਦੀ ਗੱਲ ਕਰਦੀ ਆ, ਪਰ ਇਸ ਬੰਦੇ ਨੇ ਲਲਕਾਰ ਮਾਰੀ ਕਿ ਜੇ ਇਸ ਆਗੂਆਂ ਦੇ ਵਿੱਚ ਜਾਂ ਇਸ ਕੌਮ ਦੇ ਵਿੱਚ ਜਾਂ ਇਹ ਜਥੇਦਾਰਾਂ ਦੇ ਵਿੱਚ ਥੋੜਾ ਜਿਹਾ ਵੀ ਜਜ਼ਬਾ ਜਾਂ ਹਿੰਮਤ ਜਾਂ ਅਣਖ ਹੈਗੀ ਆ ਤੇ ਇਹ ਬੰਦੇ ਮੈਨੂੰ ਲਲਕਾਰ ਕੇ ਆਉਂਦੇ ਤੇ ਮੈਨੂੰ ਆ ਕੇ ਦੱਸ ਕੇ ਇੱਥੇ ਪਹੁੰਚਦੇ ਤੇ ਫਿਰ ਮੈਂ ਦੱਸਦਾ ਕੀ ਕਰਨਾ ਸੀ। ਫਿਰ ਕੱਲ ਪੂਰੇ 12 ਵਜੇ ਮੀਡੀਆ ਨੂੰ ਅਸੀਂ ਬਾਈਟ ਦਿੱਤੀ। ਅਸੀਂ ਇੰਨੀ ਗੱਲ ਕਹੀ ਵੀ ਵੀਰ ਤੇਰੀ ਜਿਹੜੀ ਲਲਕਾਰ ਆ ਅਸੀਂ ਸਵੀਕਾਰ ਲਈ ਆ। ਅਸੀਂ ਕੱਲ 12 ਵਜੇ ਉੱਥੇ ਚੌਂਕ 'ਚ ਪਹੁੰਚਾਂਗੇ ਜਿੱਥੇ ਤੇਰਾ ਬੋਰਡ ਲਾਇਆ ਸੀ ਤੇ ਜੇ ਤੂੰ ਮਾਂ ਦਾ ਦੁੱਧ ਪੀਤਾ ਫਿਰ ਤਾਂ ਤੂੰ ਜਾਏਗਾ ਪਹੁੰਚ, ਤੇ ਜੇ ਕਿ ਕੁੱਤੀ ਦਾ ਜਾਂ ਬੱਕਰੀ ਦਾ ਜਾਂ ਸੂਰੀ ਦਾ ਪੀਤਾ ਤੇ ਫਿਰ ਤੂੰ ਕਦੀ ਨਹੀਂ ਪਹੁੰਚਣਾ। ਮਿਹਨਤ ਵੀ ਕੀਤੀ ਸੀ ਹੱਥ ਜੋੜ ਕੇ ਵੀ ਤੇਰੇ ਚਰਨਾਂ ਦੇ ਵਿੱਚ ਬੇਨਤੀ ਆ ਕਿ ਵੀਰ ਮੇਰਾ ਪਹੁੰਚ ਜੀ, ਸਾਡੀਆਂ ਮਨਦੀਆਂ ਮਨ 'ਚ ਨਾ ਰਹਿ ਜਾਣ। ਪਰ ਗੱਲ ਉਹੀ ਹੀ ਕੀਤੀ ਇਸ ਬੰਦੇ ਨੇ, ਬੁਜਦਲ ਡਰਪੋਕ ਨੇ, ਕਿ ਸਾਡੀਆਂ ਮਨਦੀਆਂ ਮਨ ਦੇ ਵਿੱਚ ਹੀ ਰਹਿ ਗਈਆਂ। ਤੇ ਇਹ ਬੰਦੇ ਜਿਹੜੇ ਬਕਵਾਸ ਸੂਰੀ ਵਾਂਗੂ ਕਰਨ ਵਾਲੇ ਆ, ਇਹਨਾਂ ਮੀਡੀਆ ਦੇ ਹੀ ਕਰਨਾ ਜਾਣਦੇ, ਆਪਣੇ ਆਪ ਨੂੰ TRP ਲੈਣੀ ਚਾਹੁੰਦੇ ਆ ਜਾਂ ਕੋਈ ਅਹੁਦੇ ਸਰਕਾਰਾਂ ਕੋਲ ਲੈਣੇ ਚਾਹੁੰਦੇ ਆ, ਤਾਂ ਇਹ ਬੰਦੇ ਜਿਹੜੇ ਕੌਮ ਦੀ ਹਿਰਦਿਆਂ ਨੂੰ ਠੇਸ ਪਹੁੰਚਾਉਂਦੇ ਆ। ਅਹੁਦੇ ਲੈਣ ਵਾਸਤੇ ਕੇਵਲ ਸਿੱਖ ਕੌਮ ਹੀ ਨਿਸ਼ਾਨਾ ਕਿਉਂ? ਜੇ ਅਹੁਦੇ ਲੈਣੇ ਜਗਦੀਸ਼ ਕੁਮਾਰ ਸੱਜਣ ਕੁਮਾਰ ਦੀ ਗੱਲ ਕਰਦੇ ਆ, ਉਹਨਾਂ ਨੂੰ ਅਹੁਦੇ ਮਿਲ ਜਾਂਦੇ ਆ। ਉਹਨਾਂ ਵੀ 1984 ਬਾਰੇ ਕੌਣ ਨਹੀਂ ਜਾਣਦਾ। ਕਰਮਜੀਤ ਦੀ ਗੱਲ ਕਰੀਏ ਤਾਂ ਬਿਲਕੁਲ ਸੇਮ ਇਹੋ ਗੱਲ ਮੇਲ ਖਾ ਰਹੀ ਆ ਕਿ ਜੇ ਉਹਨਾਂ ਨੂੰ ਅਹੁਦੇ ਦਿੱਤੇ ਜਾਂਦੇ ਤੇ ਇਹ ਵੀ ਲੱਗਦਾ ਉਹਦੇ ਦੌੜ ਦੇ ਵਿੱਚ ਹੀ ਆ। ਬਿਲਕੁਲ ਭਾਈ ਸਾਹਿਬ, ਪਰ ਗੱਲ ਇਹੀ ਆ ਵੀ ਜਿਹੜੀ ਕੌਮ ਅਣਖ ਰੱਖਦੀ ਬੋਲੂ ਤਾਂ ਉਹੀ ਨਾ, ਜਿਹਨੂੰ ਕਰਿੰਤੂ ਪਰਿੰਤੂ ਕਰਾਂਗੇ ਤੇ ਜਿਹੜੀ ਕੌਮ ਅਣਖ ਰੱਖਦੀ ਆ ਉਹਦੇ ਕੋਈ ਬਰਖਲਾਫ ਬੋਲੂ ਤਾਂ ਰੌਲਾ ਪਊਗਾ ਨਾ। ਇਹਨਾਂ ਸਿਰਫ ਟਾਰਗੇਟ ਸਿੱਖ ਕੌਮ ਨੂੰ ਕਰਦੇ ਆ। ਪਤਾ ਵਾ ਇਹਨਾਂ ਦੇ ਆਗੂ ਜਾਂ ਸਿੱਖ ਕੌਮ ਜਿਹੜੀ ਆ ਇਸ ਚੀਜ਼ ਨੂੰ ਬਰਦਾਸ਼ਤ ਨਹੀਂ ਕਰਦੀ। ਇਹ ਬਾਰ-ਬਾਰ ਜਿਹੜਾ ਵਾ ਸੂਰੀ ਵੀ ਇਹੋ ਗੱਲੋਂ ਚੜਿਆ, ਉਹਨੂੰ ਸਕਿਉਰਟੀਆਂ ਸਰਕਾਰ ਨੇ ਪ੍ਰਮੋਟ ਕੀਤਾ, ਦਿੱਤੀਆਂ ਗਈਆਂ, ਇਹੀ ਕਰਕੇ ਦਿੱਤੀਆਂ ਗਈਆਂ ਜੀ। ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਬਾਰੇ ਵੀ ਉਹਨੇ ਕੋਈ ਅਪਸ਼ਬਦ ਬੋਲਿਆ। ਸ਼ਾਇਦ ਉਹ ਨੌਜਵਾਨ ਨਹੀਂ ਜਾਣਦਾ ਕਿ ਸੰਤਾਂ ਬਾਰੇ ਅਜੇ ਤੱਕ ਕੋਈ FIA ਦਰਜ ਨਹੀਂ ਹੈਗੀ। ਜੇ ਜਗਦੀਸ਼ ਟਾਈਟਲਰ ਦੀ ਗੱਲ ਕਰਦੇ ਆ, ਸੱਜਣ ਕੁਮਾਰ ਦੀ ਗੱਲ ਕਰਦੇ ਆ, ਤੇ ਕੱਲ੍ਹ ਐਚ ਫੂਲਕਾ ਦਾ ਬਿਆਨ ਹੈ ਕਿ ਜਗਦੀਸ਼ ਟਾਈਟਲਰ ਨੂੰ ਹੁਣ ਤੱਕ ਸਜ਼ਾ ਹੋ ਜਾਣੀ ਸੀ, ਪਰ ਉਹਦੇ ਗਵਾਹ ਮੁਕਰਾ ਦਿੱਤੇ ਜਾਂਦੇ ਆ, ਗਵਾਹਾਂ ਨੂੰ ਧਮਕੀਆਂ ਦਿੱਤੀਆਂ ਜਾਂਦੀਆਂ। ਤੇ ਮੈਨੂੰ ਨਹੀਂ ਲੱਗਦਾ ਕਿ ਸੰਤਾਂ ਬਾਰੇ ਕਿਨੇ ਫੋਟੋ ਫੜੀ ਹੋਵੇ ਜਾਂ ਸੰਤਾਂ ਦੀ ਫੋਟੋ ਕਿਨੇ ਲਾਈ ਹੋਵੇ ਤੇ ਸਿੱਖ ਕੌਮ ਦੇ ਜਜ਼ਬਾਤ ਭੜਕੇ ਹੋਣ। ਸ਼ਾਂਤਮਈ ਜ਼ਰੂਰ ਉਹ ਬੰਦੇ ਨੂੰ ਸਮਝਾਇਆ ਹੋਊਗਾ ਕਿ ਅਜੇ ਤੱਕ ਸੰਤਾਂ ਦੇ ਉੱਤੇ ਕੋਈ FIA ਦਰਜ ਨਹੀਂ ਹੈਗੀ, FIR। ਜੇ ਜਗਦੀਸ਼ ਟਾਈਟਲਰ ਦੀ ਗੱਲ ਕਰੀਏ ਤੇ ਐਚ ਫੂਲਕਾ ਦਾ ਇੱਕ ਵੱਡਾ ਬਿਆਨ ਆ, ਕੱਲ੍ਹ ਹੀ ਬਿਆਨ ਦਿੱਤਾ ਉਹਨਾਂ ਨੇ ਕਿ ਇਹਨੇ ਸਿਕਿਉਰਿਟੀ ਦਿੱਤੀ ਗਈ ਸੀ, ਉਹਨਾਂ ਦੇ ਜਿਹੜਾ ਕਿ ਗਵਾਹ ਸੀ ਉਹਨੂੰ ਮੁਕਰਨ ਵਾਸਤੇ ਧਮਕੀਆਂ ਵੀ ਦਿੱਤੀਆਂ ਜਾਂਦੀਆਂ, ਉਹਦੀ ਸਿਕਿਉਰਿਟੀ ਵਾਪਸ ਲਈ ਜਾਂਦੀ ਆ, ਤਾਂ ਹੀ ਕਰਕੇ ਅਜੇ ਤੱਕ ਸਜ਼ਾਵਾਂ ਨਹੀਂ ਹੋਈਆਂ। ਬਿਲਕੁਲ ਭਾਈ ਸਾਹਿਬ, FIR ਇਹ 'ਤੇ ਹੋਈ ਆ, ਇਸ ਬੰਦੇ ਜਗਦੀਸ਼ ਟਾਈਟਲਰ 'ਤੇ ਹੋਈ ਆ। ਇਹਦਾ ਗਵਾਹ ਵੀ ਕਾਇਮ ਆ, ਅੱਜ ਵੀ ਕਾਇਮ ਆ, ਤੇ ਉਹਦੀ ਸਿਕਿਉਰਿਟੀ ਸਗੋਂ ਉਲਟੀ ਸਰਕਾਰ ਨੇ ਖੋਲੀ ਕਿ ਇਸ ਬੰਦੇ ਨੂੰ ਜਗਦੀਸ਼ ਟਾਈਟਲਰ ਵੱਲੋਂ ਧਮਕੀਆਂ ਵੀ ਆ ਰਹੀਆਂ ਕਿ ਤੈਨੂੰ ਮਾਰ ਦਿੱਤਾ ਜਾਊਗਾ, ਤੇਰਾ ਪਰਿਵਾਰ ਜਿਹੜਾ ਕੁਚਲ ਦਿੱਤਾ ਜਾਊਗਾ, ਨਹੀਂ ਤੇ ਚੁੱਪ ਕਰਕੇ ਬੈਠ ਜਾ। ਇਸ ਬੰਦੇ ਨੇ ਖੁਦ 2 ਸਾਲ ਪਹਿਲਾਂ, ਤੁਸੀਂ ਵੀ ਵੇਖਿਆ ਹੋਣਾ ਵਾ, ਸਾਰੀ ਮੀਡੀਆ ਸਾਰੇ ਵੀਰਾਂ ਨੇ ਵੇਖਿਆ, ਇਸ ਜਗਦੀਸ਼ ਟਾਈਟਲਰ ਦੀ ਵੀਡੀਓ ਵਾਇਰਲ ਹੋਈ ਵੀ ਹਾਂ ਮੈਂ ਖੁਦ ਜਿਹੜਾ ਵਾ 84 ਦੇ ਵਿੱਚ ਦੰਗੇ ਕਰਾਏ, ਮੈਂ ਖੁਦ ਜਿਹੜਾ ਵਾ ਖੁਦ ਆਪਣੇ ਹੱਥੀਂ ਜਿਹੜੇ ਸਿੱਖਾਂ ਨੂੰ ਕਤਲ ਕੀਤਾ। ਬਿਆਨ ਸੀ ਉਹ, ਜਿਹੜਾ ਬਿਆਨ ਸੀ ਉਹਦੇ ਆਧਾਰ ਤੇ ਉਹ ਕਾਰਵਾਈ ਹੋ ਸਕਦੀ। ਪਰ ਗੱਲ ਇਹੀ ਹੈ ਜੀ, ਜਦੋਂ ਖਾਲਿਸਤਾਨ ਦਾ ਕੋਈ ਨਾਰਾ ਮਾਰੇ ਤੇ ਉਦੋਂ ਪਰਚਾ, ਜਦੋਂ ਕੋਈ 2020 ਦਾ ਨਾਂ ਉਹ ਦੂਜਾ ਲਵੇ, ਹਿੰਦੂ ਰਾਸ਼ਟਰ ਦੀ ਨਾਂ ਲੈਂਦਾ ਵਾ, ਤੇ ਉਦੋਂ ਕੋਈ ਗੱਲ ਨਹੀਂ, ਉਦੋਂ ਲਲਕਾਰੇ ਮਾਰੇ ਜਾਂਦੇ ਆ ਵੀ ਬਹੁਤ ਵਧੀਆ ਇਸ ਬੰਦੇ ਨੇ ਗੱਲ ਕੀਤੀ। ਜਦੋਂ ਸਿੱਖਾਂ ਦੇ ਟੋਟੇ ਕਰਨ ਦੀ ਗੱਲ ਕਰਦੇ ਆ, ਨਿੱਕੇ ਨਿੱਕੇ ਟੋਟੇ ਕਰਕੇ ਇਹਨਾਂ ਨੂੰ ਪਾਕਿਸਤਾਨ ਭੇਜੋ, ਉਦੋਂ ਕੋਈ ਪਰਚਾ ਨਹੀਂ ਕਿਸੇ ਤੇ ਜਦੋਂ ਕੋਈ ਸਿੱਖ ਕੋਈ ਗੱਲ ਕਰ ਦਿੰਦਾ ਵਾ ਤੇ ਬਿਨਾਂ ਕੋਈ ਜਾਂਦਾ ਦਰਖਾਸਤ ਦੇਣ ਫਿਰ ਉਹ ਬੱਚੇ ਨੂੰ ਚੁੱਕ ਕੇ ਤੇ ਉਹਨੂੰ ਅੰਦਰ ਕੀਤਾ ਜਾਂਦਾ ਵਾ, ਉਹਦੀ ਕੋਈ ਸੁਣਵਾਈ ਨਹੀਂ ਕੀਤੀ ਜਾਂਦੀ ਅਖੀਰ ਤੱਕ। ਇਹ ਗੁਲਾਮੀ ਦੀ ਨਿਸ਼ਾਨੀ ਆ। ਫਿਰ ਦੂਜੀ ਗੱਲ, ਇਸ ਬੰਦੇ ਨੇ ਗੱਲ ਵੇਖੋ ਕੀ ਕੀਤੀ, ਉਹਨੇ ਕਿਹਾ ਖਾਲਿਸਤਾਨ ਵਾਲੇ ਬੰਦੇ, ਇਹ 2020 ਵਾਲੇ ਬੰਦੇ ਇੱਥੇ ਆਏ, ਇਹ ਸੰਤ ਭਿੰਡਰਾਂ ਵਾਲੇ ਜਰਨੈਲ ਸਿੰਘ ਦੀ ਫੋਟੋ ਨੂੰ ਮੈਂ ਆ ਕਰੂੰਗਾ, ਸੰਤ ਭਿੰਡਰਾਂ ਵਾਲਾ ਜਰਨੈਲ ਸਿੰਘ ਐਉਂ ਆ ਜਿਉਂ ਆ। ਪਹਿਲੀ ਗੱਲ ਤੇ ਇਸ ਬੰਦੇ ਨੂੰ ਬੇਵਕੂਫ ਨੂੰ ਪੁੱਛੇ ਵੀ ਗੱਲ ਤੇ ਜਗਦੀਸ਼ ਟਾਈਟਲਰ ਦੀ ਜਿਹੜੀ ਆ ਉਹ ਹੁੰਦੀ ਆ, ਤੂੰ ਮੁੱਦਾ ਭੜਕਾ ਕੇ ਦੂਜੇ ਬੰਨੇ ਨੂੰ ਖੜਨ ਡਿਆ, ਖਾਲਿਸਤਾਨ ਨਾਲ ਨੂੰ ਜਾਂ 2020 ਵੱਲ ਨੂੰ ਖੜਨ ਡਿਆ। ਜਿਹੜੀ ਗੱਲ ਕਰਨ ਵਾਲੀ ਆ ਸਾਡੇ ਨਾਲ ਬਹਿ ਕੇ ਜਾਂ ਖੜ ਕੇ ਕਰ ਜੇ ਹਿਰਦਾ ਹੈਗਾ ਤੇਰਾ, ਹੁਣ ਦੂਜੇ ਬੰਨੇ ਕਿਉਂ ਖੜਦਾ, ਕਿਉਂ ਆਪਣੇ ਆਪ ਨੂੰ ਤੂੰ ਪ੍ਰਮੋਟ ਕਰਨਾ ਚਾਹੁੰਦਾ ਵਾ। ਇਸ ਕਰਕੇ ਇਸ ਬੰਦੇ ਨੂੰ ਚੇਤਾਵਨੀ ਆ ਵੀ ਅੱਜ ਤੋਂ ਗਾਂ ਆਪਣੇ ਬਿਲਕੁਲ ਹੀ ਆਪਣੀ ਕਰਤੂਤ ਦੇ ਵਿੱਚ ਰਹੇ, ਤੇ ਜੇ ਨਾ ਰਿਹਾ ਤੇ ਤੇਰਾ ਬੁਰਾ ਹਾਲ ਕੀਤਾ ਜਾਊਗਾ। ਧੰਨਵਾਦ ਜੀ। ਇਹ ਸਨ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਕਿ ਤੁੰਗਾ ਵਾਲੀ ਪੁਲੀ ਤੇ ਪਹੁੰਚੇ ਆ। 1984 ਕਤਲੇਆਮ ਬਾਰੇ ਕੌਣ ਨਹੀਂ ਜਾਣਦਾ, 1984 ਦੇ ਵਿੱਚ ਕੀ ਭਾਣਾ ਵਾਪਰਿਆ
ਕੀ ਕੁਝ ਹੋਇਆ। ਉਹਦੇ ਵਿੱਚ ਜਦੋਂ ਨਾਮ ਸਾਹਮਣੇ ਆਉਂਦੇ ਆ ਜਗਦੀਸ਼ ਟਾਈਟਲਰ ਦੇ, ਸੱਜਣ ਕੁਮਾਰ ਦੇ, ਤੇ ਉਹ ਸਾਡੀ ਆਉਣ ਵਾਲੀ ਪੀੜ੍ਹੀ ਵੀ ਸ਼ਾਇਦ ਇੱਕ ਬੱਚੇ ਨੂੰ ਵੀ ਉਹ ਫੋਟੋ ਦਿਖਾ ਦਿੱਤੀ ਜਾਵੇ ਤੇ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ ਦੀ ਫੋਟੋ ਬਾਰੇ ਵਿਸਤਾਰਪੂਰਵਕ ਦੱਸ ਸਕਦਾ। ਪਰ ਅੰਮ੍ਰਿਤਸਰ ਦੀ ਇਸੇ ਧਰਤੀ ਦੇ ਉੱਤੇ ਜਗਦੀਸ਼ ਟਾਈਟਲਰ ਦੀ ਫੋਟੋ ਤੇ ਵਧਾਈਆਂ ਦੇ ਦਿੱਤੇ ਜਾਂਦੀਆਂ ਕਿ ਤੈਨੂੰ ਜਨਮ ਦਿਨ ਮੁਬਾਰਕ ਆ। ਹਾਂ, ਜਥੇਬੰਦੀਆਂ ਵੀ ਕਹਿ ਰਹੀਆਂ ਕਿ ਤੁਸੀਂ ਆਪਣੇ ਘਰਾਂ ਦੇ ਵਿੱਚ ਪ੍ਰੋਗਰਾਮ ਕਰ ਸਕਦੇ ਆ, ਸਾਨੂੰ ਕੋਈ ਇਤਰਾਜ਼ ਨਹੀਂ, ਪਰ ਜੇ ਤੁਸੀਂ ਸ਼ਰੇਆਮ ਉਹ ਬੋਰਡ ਲੈ ਕੇ ਸੜਕਾਂ ਤੇ ਲਾ ਦਿੱਤੇ ਜਾਓਗੇ ਤੇ ਕਿਤੇ ਨਾ ਕਿਤੇ ਉਹ ਸਿੱਖਾਂ ਦੇ ਹਿਰਦੇ ਜ਼ਰੂਰ ਵਲੂੰਧਰੇ ਜਾਣਗੇ। ਹਿਰਦੇ ਵਲੂੰਧਰੇ ਜਾਂਦੇ ਆ, ਸਿੱਖ ਕੌਮ ਫਿਰ ਸੜਕਾਂ ਤੇ ਆਉਂਦੀ ਆ। ਅੱਜ ਵੇਖ ਸਕਦੇ ਆ, ਅੱਜ ਤੋਂ 3 ਦਿਨ ਦੀਆਂ ਪਹਿਲਾਂ ਵੀਡੀਓ 'ਚ ਵੇਖ ਸਕਦੇ ਆ, ਇਸੇ ਹੀ ਲੋਕੇਸ਼ਨ ਤੋਂ ਬੋਰਡ ਨੂੰ ਲਾ ਦਿੱਤਾ ਜਾਂਦਾ। ਪ੍ਰਸ਼ਾਸਨ ਦੇ ਕਹਿਣ ਅਨੁਸਾਰ ਪ੍ਰਸ਼ਾਸਨ ਨੇ ਕਿਹਾ ਕਿ ਇਸ ਬੋਰਡ ਨੂੰ ਥਾਣੇ ਦੇ ਵਿੱਚ ਭੇਜ ਦਿੱਤਾ ਜਾਵੇ ਤੇ ਉਹ ਸਿੱਖ ਜਥੇਬੰਦੀ ਦੇ ਨੁਮਾਇੰਦੇ ਉਹ ਬੋਰਡ ਨੂੰ ਲੈ ਕੇ ਥਾਣੇ ਵਿੱਚ ਪਹੁੰਚ ਜਾਂਦੇ ਆ। ਉਸ ਤੋਂ ਬਾਅਦ 'ਚ ਕਾਰਵਾਈ ਕਰਨ ਤੇ ਭਰੋਸਾ ਦਿੱਤਾ ਜਾਂਦਾ, ਪਰ ਕਈ ਦਿਨ ਤੋਂ ਉਹਨਾਂ ਦੱਸਿਆ ਕਿ ਕੋਈ ਕਾਰਵਾਈ ਨਹੀਂ ਹੋਈ। ਉਹ ਤੋਂ ਉਲਟ ਉਹਦੀ ਪ੍ਰਸ਼ਾਸਨ ਰੱਖਿਆ ਜ਼ਰੂਰ ਕਰ ਰਿਹਾ। ਰਾਤ ਨੂੰ 7 ਤੋਂ 8 ਗੱਡੀਆਂ ਉਹਦੀ ਦੇਖਭਾਲ ਵਾਸਤੇ ਪਹੁੰਚ ਜਾਂਦੀਆਂ ਤੇ ਅਗਲਾ ਦਿਨ ਇਹੋ ਜਿਹਾ ਆਉਂਦਾ ਕਿ ਉਹਦੇ ਨਾਲ ਗੱਡੀਆਂ ਦਾ ਕਾਫਲਾ ਚੱਲਦਾ ਤੇ ਉਹਨੂੰ ਦਿੱਲੀ ਲੈ ਕੇ ਜਾਇਆ ਜਾਂਦਾ। ਤੇ ਅੱਜ ਦੀ ਘਟਨਾ ਦੀ ਮੈਂ ਗੱਲ ਕਰਾਂ, ਅੱਜ ਦੀ ਹੁਣ ਤੱਕ ਦੀ ਘਟਨਾ ਜੋ ਸਿੱਖ ਜਥੇਬੰਦੀ ਦੇ ਨੁਮਾਇੰਦੇ ਦੱਸ ਰਹੇ ਆ ਕਿ ਕਰਮਜੀਤ ਜਿਹਨੇ ਪੋਸਟਰ ਲਾਏ ਸੀ ਇਸ ਟਾਈਮ ਦਿੱਲੀ 'ਚ 24 ਘੰਟੇ ਦਾ ਟਾਈਮ ਦਿੱਤਾ ਸੀ ਉਹਨੂੰ ਕਿ ਆ ਜਾਓ, ਅਸੀਂ ਤੁਹਾਡੇ ਨਾਲ ਮਿਲ ਕੇ ਕੋਈ ਗੱਲਬਾਤ ਕਰਨੀ ਚਾਹੁੰਦੇ ਆ। ਇਹ ਕੋਈ ਲਲਕਾਰਨ ਵਾਲੀ ਗੱਲ ਨਹੀਂ ਹੈਗੀ। ਜੇ ਤੁਸੀਂ ਸਾਡੇ ਨਾਲ ਗੱਲਬਾਤ ਵੀ ਕਰਨੀ ਚਾਹੋ, ਗੱਲਬਾਤ ਕਰਨ ਵਾਸਤੇ ਤਿਆਰ ਆ, ਪਰ ਕਰਮਜੀਤ ਨਾਂ ਦਾ ਵਿਅਕਤੀ ਇੱਥੇ ਨਹੀਂ ਪਹੁੰਚਦਾ। ਕੇਵਲ ਸ਼ਾਇਦ ਬਿਆਨ ਦੇ ਦੇਣੇ, ਇਹ ਹਾਸੋਹੀਣਾ ਬਿਆਨ ਸੀ ਉਹ, ਜਿਹਦੇ ਵਿੱਚ ਉਹਨੇ ਜਥੇਬੰਦੀ ਨੂੰ ਕਿਹਾ ਕਿ ਮੈਨੂੰ ਦੱਸ ਕੇ ਆਉਂਦੇ ਤੇ ਮੈਂ ਹੋ ਸਕਦਾ ਕਿ ਮੈਂ ਤੁਹਾਡੇ ਤੇ ਕਾਰਵਾਈ ਕਰਦਾ। ਪਰ ਕਿਉਂ ਪੰਜਾਬ ਦੇ ਸ਼ਾਂਤ ਮਾਹੌਲ ਨੂੰ ਅੱਗ ਲਾਈ ਜਾ ਰਹੀ ਆ? ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਜੇ ਮੀਡੀਆ ਬੋਲਦਾ ਤੇ ਉਹਦੀ ਆਵਾਜ਼ ਬੰਦ ਕਰ ਦਿੱਤੀ ਜਾਂਦੀ ਆ, ਜੇ ਜਥੇਬੰਦੀਆਂ ਬੋਲਦੀਆਂ ਤੇ ਆਵਾਜ਼ ਬੰਦ ਕਰ ਦਿੱਤੀ ਜਾਂਦੀ ਆ। ਪਰ ਕਿਉਂ ਅੱਜ ਕੱਲ੍ਹ ਇਹੋ ਜਿਹੇ ਦਰਿੰਦਿਆਂ ਦੀ ਆਵਾਜ਼ ਬੰਦ ਕਿਉਂ ਨਹੀਂ ਹੁੰਦੀ? ਇਹੋ ਜਿਹੇ ਦਰਿੰਦੇ ਜਿਹੜੇ ਕਿ ਕੌਮ ਦੀਆਂ ਭਾਵਨਾਵਾਂ ਭੜਕਾ ਰਹੇ ਆ, ਕਿਉਂ ਨਹੀਂ ਅੰਦਰ ਕੀਤੇ ਜਾਂਦੇ? ਕਿਉਂਕਿ ਜਦੋਂ ਇਹਨਾਂ ਬਾਰੇ ਕੋਈ ਕਾਰਵਾਈ ਹੋਊਗੀ ਤੇ ਫੇਰ ਹੀ ਸ਼ਾਇਦ ਪੰਜਾਬ ਸੁੱਖ ਦੀ ਨੀਂਦ ਸੌਊਗਾ। ਜਥੇਬੰਦੀ ਦੇ ਨੁਮਾਇੰਦੇ ਵੇਖ ਸਕਦੇ ਤੇ ਪਹੁੰਚੇ ਸੀ, ਕੋਈ ਇੱਥੇ ਹੋਰ ਨਹੀਂ ਪਹੁੰਚਿਆ। ਉਹਨਾਂ ਨੇ ਆਪਣਾ ਰੋਜ਼ ਜ਼ਰੂਰ ਜ਼ਾਹਿਰ ਕੀਤਾ ਕਿ ਕਰਮਜੀਤ ਜੇ ਤੂੰ 24 ਘੰਟੇ ਬਾਅਦ ਵੀ ਨਹੀਂ ਆਏਗਾ ਤਾਂ ਮੈਨੂੰ ਲੱਗਦਾ ਹੁਣ ਤੂੰ ਆਉਣਾ ਨਹੀਂ। ਸ਼ਾਇਦ ਉਹਨਾਂ ਦੀ ਹੁਣ ਵਾਪਸੀ ਹੈਗੀ ਆ, ਸਾਰੇ ਜਾ ਵੀ ਰਹੇ ਆ। ਪਰ ਨਾ ਕਰੋ ਇਹੋ ਜਿਹੇ ਕੰਮ ਜਿਹਦੇ ਨਾਲ ਪੰਜਾਬ ਦੀ ਸ਼ਾਂਤੀ ਨੂੰ ਦੁਬਾਰਾ ਭੜਕਾਇਆ ਜਾ ਸਕੇ। ਪ੍ਰਸ਼ਾਸਨ ਨੂੰ ਵੀ ਚਾਹੀਦਾ ਕਿ ਸਾਰਿਆਂ ਨੂੰ ਇੱਕ ਜੁੜਤ ਦਾ ਪ੍ਰਗਟਾਵਾ ਕਰਦੇ ਹੋਏ, ਜਿਸ ਤਰ੍ਹਾਂ ਜੇ ਕੋਈ UAPA ਦੇ ਕਾਰਵਾਈ ਹੋ ਸਕਦੀ ਆ ਤੇ ਇਹੋ ਜਿਹੇ ਲੋਕਾਂ ਤੇ ਇਹੋ ਜਿਹਾ ਧਾਰਾ ਕਿਉਂ ਨਹੀਂ ਲੱਗਦੀ? ਭਾਵਨਾ ਭੜਕਾਉਣ ਦੀਆਂ ਧਾਰਾਵਾਂ ਕਿਉਂ ਨਹੀਂ ਲੱਗਦੀਆਂ? ਵੇਖਦੇ ਆ ਪ੍ਰਸ਼ਾਸਨ ਕਿਸ ਕਰਵਟ ਬੈਠਦਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਜਥੇਬੰਦੀਆਂ ਵੱਲੋਂ ਕਿਹੋ ਜਿਹੀ ਕਾਰਵਾਈ ਕੀਤੀ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਗਦੀਸ਼ ਟਾਈਟਲਰ, ਸੱਜਣ ਕੁਮਾਰ, ਇਹ ਜਦੋਂ ਦੋ ਨਾਮ ਅੱਗੇ ਆਉਂਦੇ ਆ ਤੇ 1984 ਦੀ ਘਟਨਾ ਯਾਦ ਆ ਜਾਂਦੀ ਆ। ਕੋ ਕੇ ਮਾਰਨ ਦੀ ਗੱਲ ਤੇ ਬੱਚਿਆਂ ਨਾਲ ਕੀਤੇ ਹੋਏ ਬਲਾਤਕਾਰ ਦੀਆਂ ਘਟਨਾਵਾਂ, ਭਾਵੇਂ ਉਹ ਦਿੱਲੀ ਦੀ ਘਟਨਾ ਹੋਵੇ ਜਾਂ ਗੱਲ ਕਰੀਏ ਕਾਨਪੁਰ ਤੇ ਬੋਕਾਰੋ ਜਾਂ ਵੱਖੋ ਵੱਖਰੇ ਸ਼ਹਿਰਾਂ ਦੀ ਘਟਨਾ, ਕਿਸੇ ਇੱਕ ਥਾਂ ਦੀ ਘਟਨਾ ਨਹੀਂ ਦੱਸ ਸਕਦੇ। ਪਰ ਕੁਝ ਨਾਮ ਅੱਗੇ ਆਏ ਸੀ ਜਦੋਂ 1984 ਤੋਂ ਬਾਅਦ ਦੇ ਵਿੱਚ, ਉਹਦੇ ਵਿੱਚ ਸੱਜਣ ਕੁਮਾਰ ਤੇ ਜਗਦੀਸ਼ ਟਾਈਟਲਰ, ਜਿਨ੍ਹਾਂ ਉਸ ਟਾਈਮ ਦੇ ਉੱਤੇ ਉਸ ਆਵਾਮ ਨੂੰ ਜਿਹੜੇ ਕਿ ਰੋਡਾਂ ਤੇ ਉਤਰੇ ਸੀ, ਉਹ ਲੁਟੇਰੇ ਜਿਨ੍ਹਾਂ ਨੇ ਬੇਪਤੀਆਂ ਕੀਤੀਆਂ, ਉਹ ਦਰਿੰਦੇ ਜਿਨ੍ਹਾਂ ਨੇ ਕੋਹਰਾਮ ਮਚਾਇਆ ਸੀ ਦਿੱਲੀ ਦੀ ਧਰਤੀ ਦੇ ਉੱਤੇ ਤੇ ਕਾਨਪੁਰ ਦੀ ਧਰਤੀ ਉੱਤੇ। ਸਿੱਖਾਂ ਦੀਆਂ ਧੀਆਂ ਭੈਣਾਂ ਦੀਆਂ ਬੇਇੱਜ਼ਤੀਆਂ ਕੀਤੀਆਂ ਗਈਆਂ, ਗਲਾਂ 'ਚ ਟਾਇਰ ਪਾ ਕੇ ਸਾੜ ਦਿੱਤਾ ਜਾਂਦਾ ਵਾ। ਲਗਾਤਾਰ ਇਨਸਾਫ ਦੀ ਗੁਹਾਰ ਲਾਈ ਜਾਂਦੀ ਹੈ, ਗੁਹਾਰ ਪ੍ਰਸ਼ਾਸਨ ਤੱਕ ਪਹੁੰਚਦੀ ਆ, ਪਰ ਅਜੇ ਤੱਕ ਇਨਸਾਫ ਨਹੀਂ ਮਿਲਿਆ। ਤੇ ਜੇ ਗੱਲ ਕਰੀਏ ਜਗਦੀਸ਼ ਟਾਈਟਲਰ ਦੀ, ਤੇ ਜੋ 2-3 ਦਿਨ ਤੋਂ ਘਟਨਾਵਾਂ ਵਿੱਚ ਵੇਖ ਹੀ ਰਹੇ ਆਪਾਂ ਮੀਡੀਆ ਦੇ ਵਿੱਚ, ਕਰਮਜੀਤ ਸਿੰਘ ਨਾਮ ਦਾ ਇੱਕ ਨੌਜਵਾਨ ਜਿਹੜਾ ਅੰਮ੍ਰਿਤਸਰ ਦਾ, ਮੈਂ ਸਿੰਘ ਤਾਂ ਹੀ ਲਾ ਰਿਹਾ ਕਿ ਉਹ ਹੈ ਹੀ ਕਰਮਜੀਤ ਸਿੰਘ ਆ। ਕਰਮਜੀਤ ਗਿੱਲ ਨਾਮ ਦੀ ID ਹੈਗੀ ਉਹਦੀ, ਕਰਮਜੀਤ ਕਰਮ। ਉਹਨੇ ਇੱਕ ਪੋਸਟਰ ਲਗਾ ਦਿੱਤੇ ਸੀ ਅੰਮ੍ਰਿਤਸਰ ਦੀ ਧਰਤੀ ਉੱਤੇ, ਉਹ ਵੀ ਜਗਦੀਸ਼ ਟਾਈਟਲਰ ਦੀ ਫੋਟੋ ਲਾ ਕੇ ਉਹਨੂੰ ਜਨਮ ਦਿਨ ਦੀਆਂ ਵਧਾਈਆਂ। ਤੇ ਸਿੱਖ ਕਿਵੇਂ ਬਰਦਾਸ਼ਤ ਕਰ ਸਕਦਾ ਕਿ ਸਿੱਖਾਂ ਦਾ ਦੁਸ਼ਮਣ ਹੋਵੇ ਤੇ ਉਹਦੇ ਪੋਸਟਰ ਲੱਗ ਜਾਣ, ਉਹ ਵੀ ਅੰਮ੍ਰਿਤਸਰ ਦੀ ਧਰਤੀ ਦੇ ਉੱਤੇ। ਸਿੱਖ ਜਥੇਬੰਦੀਆਂ ਰੋਸ ਦੇ ਵਿੱਚ ਆਉਂਦੀਆਂ, ਉਸ ਤੋਂ ਬਾਅਦ 'ਚ ਪੋਸਟਰ ਲਾ ਦਿੱਤੇ ਜਾਂਦੇ ਆ। ਪ੍ਰਸ਼ਾਸਨ ਨਾਲ ਗੱਲਬਾਤ ਹੁੰਦੀ ਆ, ਪ੍ਰਸ਼ਾਸਨ ਨੇ ਕਿਹਾ ਕਿ ਇਹ ਪੋਸਟਰ ਜਿਹੜੇ ਆ ਉਹ ਥਾਣੇ ਦੇ ਪਹੁੰਚਾ ਦਿੱਤੇ ਜਾਣ। ਉਸ ਤੋਂ ਬਾਅਦ ਦੇ ਵਿੱਚ ਪ੍ਰਸ਼ਾਸਨ ਨਾਲ ਗੱਲਬਾਤ ਹੋਈ FIR ਵਾਸਤੇ ਕਿ ਉਹ ਜਿਹੇ ਸ਼ਖਸ ਦੇ ਉੱਤੇ FIR ਦਰਜ ਹੋਣੀ ਚਾਹੀਦੀ ਆ। ਪ੍ਰਸ਼ਾਸਨ ਵੱਲੋਂ ਕੀ ਕਾਰਵਾਈ ਹੁਣ ਤੱਕ ਹੋਈ ਆ? ਤੇ ਅੱਜ ਦੀ ਘਟਨਾ ਦਾ ਥੋੜ੍ਹਾ ਜਿਹਾ ਮੈਂ ਜ਼ਿਕਰ ਕਰ ਦੇਵਾਂ ਕਿ ਜਦੋਂ ਵੀਡੀਓ ਵਾਇਰਲ ਹੁੰਦੀ ਆ ਕੁਝ ਨੌਜਵਾਨਾਂ ਦੀ, ਕੁਝ ਜਥੇਬੰਦੀਆਂ ਦੀ, ਤੁੰਗਾ ਵਾਲਾ ਪੁੱਲ ਜਿਹੜਾ ਕਿ ਬਿਲਕੁਲ ਥੋੜ੍ਹੀ ਦੂਰ ਹੀ ਆ, ਤੇ ਕਰਮਜੀਤ
ਫਿਰ ਮੀਡੀਆ ਨੂੰ ਕਹਿੰਦੇ ਕਿ ਇਹ ਮੈਨੂੰ ਦੱਸ ਕੇ ਆਉਂਦੇ, ਮੈਨੂੰ ਟਾਈਮ ਦੇ ਕੇ ਆਉਂਦੇ, ਸ਼ਾਇਦ ਇੱਕ ਲਲਕਾਰ ਸੀ। ਪਰ ਉਹ ਲਲਕਾਰ ਨੂੰ ਵੇਖਦੇ ਹੋਏ ਫਿਰ ਜਥੇਬੰਦੀਆਂ ਰੋਸ ਦੇ ਵਿੱਚ ਆਉਂਦੀਆਂ ਕਿ ਸਾਡੀ ਕੋਈ ਲਲਕਾਰ ਨਹੀਂ ਹੈਗੀ ਤੇਰੇ ਨਾਲ, ਨਾ ਅਸੀਂ ਤੇਰੇ ਮੂੰਹ ਲੱਗਣਾ ਚਾਹੁੰਦੇ ਆ। ਪਰ ਫਿਰ ਵੀ ਜੇ ਤੂੰ ਸਾਨੂੰ ਚੈਲੰਜ ਕੀਤਾ ਵਾ, ਕਿਉਂਕਿ ਤੁਸੀਂ ਸੰਤ ਭਿੰਡਰਾਂਵਾਲਾ ਦਾ ਜ਼ਿਕਰ ਕੀਤਾ, ਤੁਸੀਂ 1984 ਦਾ ਜ਼ਿਕਰ ਕੀਤਾ, ਜੇ ਤੁਸੀਂ ਜ਼ਖਮ ਭਰ ਨਹੀਂ ਸਕਦੇ ਤੇ ਕੁਰੇਦਣ ਦਾ ਅਧਿਕਾਰ ਨਹੀਂਗਾ ਤੁਹਾਨੂੰ। ਜ਼ਖਮ ਕੁਰੇਦਿਆ ਫਿਰ ਜਥੇਬੰਦੀਆਂ ਰੋਸ ਦੇ ਵਿੱਚ ਆਈਆਂ ਤੇ ਅੱਜ ਕੱਲ 12 ਵਜੇ ਦਾ ਟਾਈਮ ਸੀ। ਕੱਲ 12 ਵਜੇ ਇੱਕ ਵੀਡੀਓ ਵਾਇਰਲ ਹੁੰਦੀ ਆ ਸਿੱਖ ਜਥੇਬੰਦੀਆਂ ਵੱਲੋਂ, ਤੇ ਅੱਜ 12 ਵਜੇ ਨੂੰ ਕਿਹਾ ਸੀ ਕਿ ਅਸੀਂ ਫਿਰ ਤੁੰਗ ਵਾਲੀ ਪੁਲੀ ਤੇ ਆਉਣੇ ਆ, ਕੋਈ ਲੜਾਈ ਨਹੀਂ ਸਾਡੀ ਤੇਰੇ ਨਾਲ, ਤੂੰ ਸਾਡੇ ਨਾਲ ਬਹਿ ਕੇ ਵੀ ਗੱਲਬਾਤ ਕਰ ਸਕਦਾ। ਪਰ ਕੀ ਕਾਰਨ ਸੀ ਅੱਜ ਕਿਉਂ ਨਹੀਂ ਪਹੁੰਚਿਆ? ਸ਼ਾਇਦ ਥੋੜੀ ਦੇਰ ਪਹਿਲਾਂ ਭਰੋਸੇਯੋਗ ਸੂਤਰਾਂ ਨੇ ਦੱਸਿਆ ਕਿ ਉਹ ਕਰਮਜੀਤ ਇਸ ਟਾਈਮ ਦਿੱਲੀ ਦੇ ਵਿੱਚ ਆ। ਕਿਹੜੀ ਬੁੱਕਲ 'ਚ ਆ ਉਹਦੇ ਬਾਰੇ ਤਾਂ ਨਹੀਂ ਅਜੇ ਤੱਕ ਪਤਾ ਲੱਗਾ, ਪਰ ਦਿੱਲੀ 'ਚ ਕਿਵੇਂ ਪਹੁੰਚਿਆ ਇਹਦੇ ਬਾਰੇ ਵੀ ਪ੍ਰਸ਼ਾਸਨ ਦੱਸ ਸਕਦਾ। ਕਿਉਂਕਿ ਜਦੋਂ ਤੇ ਆਉਂਦੀ ਆ ਸਿੱਖ ਜਥੇਬੰਦੀ ਨੁਮਾਇੰਦਿਆਂ ਦੀ ਗੱਲ ਜਾਂ ਕਿਸੇ ਸਿੱਖ ਦੇ ਨੌਜਵਾਨ ਦੀ ਗੱਲ ਤੇ ਘਰੋਂ ਵੀ ਚੁੱਕ ਲਿਆ ਜਾਂਦਾ, ਉਹਨੂੰ ਕਿਉਂ ਨਹੀਂ ਫੜਿਆ ਗਿਆ? ਕਿਉਂ ਗਨਮੈਨ ਦੇ ਕੇ ਉਹਨੂੰ ਦਿੱਲੀ ਵੱਲੋਂ ਤੋੜ ਦਿੱਤਾ ਗਿਆ? ਇਹ ਤੇ ਇੱਕ ਪਹੇਲੀ ਆ। ਜੇ ਫੜਨਾ ਹੋਵੇ ਤਾਂ ਦਿੱਲੀ 'ਚੋਂ ਫੜ ਸਕਦਾ। ਜੇ ਸੁਧੀਰ ਕੁਮਾਰ ਸੂਰੀ ਵਰਗੇ ਨੂੰ ਫੜਿਆ ਜਾ ਸਕਦਾ ਭਾਵਨਾ ਭੜਕਾਉਣ ਦੇ ਦੋਸ਼ ਦੇ ਵਿੱਚ, ਤੇ ਇਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਆ। ਜਥੇਬੰਦੀ ਦੇ ਨੁਮਾਇੰਦੇ ਅੱਜ ਫਿਰ ਉੱਥੋਂ ਪਹੁੰਚੇ ਆ, ਫਿਰ ਥਾਣਾ ਸਦਰ ਦੇ ਵਿੱਚ ਕੀ ਗੱਲਬਾਤ ਹੋਈ ਅੰਦਰ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੇ ਇੱਥੇ ਬੈਠਣ ਦੇ ਕੀ ਕਾਰਨ ਆ। ਹੁਣ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਣਜੀਤ ਜੀ, ਕੌਣ ਨਹੀਂ ਜਾਣਦਾ 1984 ਬਾਰੇ, ਤੇ ਕੌਣ ਨਹੀਂ ਜਾਣਦਾ ਕੀ ਕੁਕਰਮ ਹੋਇਆ ਉਦੋਂ ਦਿੱਲੀ, ਕਾਨਪੁਰ, ਬੁਖਾਰੋ ਦੇ ਵਿੱਚ? ਬਿਲਕੁਲ ਜੀ, ਕੋਈ ਦੋਰਾਵਾ ਨਹੀਂ ਵੀ ਜਿਹੜਾ ਨਸਲਕੁਸ਼ੀ ਉੱਥੇ ਕੀਤੀ ਗਈ, ਦਿੱਲੀ ਦੇ ਵਿੱਚ ਨਹੀਂ ਪੂਰੇ ਦੇਸ਼ ਦੇ ਵਿੱਚ ਨਸਲਕੁਸ਼ੀ ਕੀਤੀ ਗਈ। ਬਹੁਤ ਹੀ ਜ਼ਿਆਦਾ ਦੁਖਦਾਈ ਤੇ ਉਹ ਜ਼ਖਮ ਜਿਹੜਾ ਕਦੇ ਵੀ ਨਹੀਂ ਭੁੱਲਣਾ ਜਾਣਾ। ਪਰ ਇਹੋ ਜਿਹੇ ਕੁਝ ਲੋਕ ਕਰਮ ਵਰਗੇ ਜਿਹੜੇ ਨੇ ਇਹ ਜ਼ਖਮਾਂ 'ਤੇ ਲੂਣ ਪਾਉਂਦੇ ਨੇ, ਲੂਣ ਭੁੱਕਦੇ ਨੇ ਤੇ ਜਾਣ ਬੁੱਝ ਕੇ ਇਦਾਂ ਦੀਆਂ ਸ਼ਰਾਰਤਾਂ ਕਰਦੇ ਨੇ ਵੀ ਜਿਹੜੇ ਜ਼ਖਮ ਨੇ ਕੁਰੇਦ ਕੇ ਤੇ ਇਹਨਾਂ ਨੂੰ ਭੜਕਾਹਟ ਜਿਹੜੀ ਆ ਉਹ ਪੈਦਾ ਕੀਤੀ ਜਾਵੇ। ਅਸੀਂ ਫੇਰ ਵੀ ਲਾ ਦੇ ਵਿੱਚ ਰਹਿ ਕੇ, ਜਾਬ ਦੇ ਵਿੱਚ ਰਹਿ ਕੇ ਪ੍ਰਸ਼ਾਸਨ ਨੂੰ ਜਿਹੜੀ ਆ ਉਹ ਬੇਨਤੀ ਕਰਦੇ ਹਾਂ ਵੀ ਇਹੋ ਜਿਹੇ ਸ਼ਰਾਰਤੀ ਅਨਸਰਾਂ ਨੂੰ ਨੱਥ ਪਾਈ ਜਾਵੇ ਤਾਂ ਕਿ ਪੰਜਾਬ ਦਾ ਸ਼ਾਂਤ ਮਾਹੌਲ ਆ ਉਹ ਰਵੇ। ਕਿਉਂਕਿ ਕੋਵਿਡ ਚੱਲ ਰਿਹਾ, ਸਾਰੀਆਂ ਜਥੇਬੰਦੀਆਂ, ਸਾਰੇ ਸੇਵਾਦਾਰ ਲੰਗਰਾਂ ਦੀ ਸੇਵਾ ਕਰ ਰਹੇ ਨੇ, ਰਾਸ਼ਨ ਵੰਡ ਰਹੇ ਨੇ, ਨਾਲ ਆਪਣੀਆਂ ਕਿਰਤਾਂ ਕਰਦੇ ਨੇ, ਆਪਣੇ ਕਾਰਜ ਕਰ ਰਹੇ ਨੇ, ਪ੍ਰਚਾਰ ਦਾ ਕੰਮ ਚੱਲਦਾ ਗੁਰਮਤਿ ਦਾ, ਵਿਹਲੇ ਤਾਂ ਨਹੀਂ ਹੈਗੇ। ਪਰ ਇਹ ਲੋਕ ਜਾਣ ਬੁੱਝ ਕੇ ਜਿਹੜੇ ਨੇ ਇਦਾਂ ਦੇ ਮਾਹੌਲ ਬਣਾਉਂਦੇ ਨੇ, ਫਿਰ ਸਾਨੂੰ ਬੋਲਣਾ ਪੈਂਦਾ। ਜੇ ਨਹੀਂ ਬੋਲਦੇ ਤੇ ਕਿਤੇ ਨਾ ਕਿਤੇ ਸਾਡੇ ਤੇ ਸਵਾਲੀਆ ਚਿੰਨ੍ਹ ਲੱਗਦੇ ਨੇ। ਅੱਜ ਅਸੀਂ ਇੱਥੇ ਜਿਹੜੇ ਇਕੱਠੇ ਹੋਏ ਸੀ, ਇਕੱਠੇ ਹੋਣ ਦਾ ਕਾਰਨ ਇਹ ਸੀ ਵੀ ਉਹਦੇ ਵੱਲੋਂ ਚੈਲੰਜ ਮਾਰ ਕੇ ਸਿੰਘਾਂ ਨੂੰ, ਜਥੇਬੰਦੀਆਂ ਨੂੰ ਕੀਤਾ ਸੀ। ਤਕਰੀਬਨ ਅੱਜ 10 ਜਥੇਬੰਦੀਆਂ ਇੱਥੇ ਆਈਆਂ ਨੇ, ਉਹਨਾਂ ਦੇ ਨੁਮਾਇੰਦੇ ਆਏ ਨੇ ਸਾਰੇ, ਤੇ ਉਹਨੂੰ ਇਹ ਜਿਹੜਾ ਜਵਾਬ ਦਿੱਤਾ ਗਿਆ ਸੀ। ਨਾਲ ਹੀ ਅਸੀਂ ਇੱਥੇ ਥਾਣੇ ਅੱਜ ਖੜੇ ਹਾਂ ਸਦਰ ਆ ਕੇ, ਜਿਹੜੀ ਵੀ ਕਾਨੂੰਨੀ ਚਾਰਜ ਦੇ ਵਾਸਤੇ ਆ ਉਹ ਇੱਥੇ ਡੀਸੀਪੀ ਸਰਦਾਰ ਜਗਮੋਹਨ ਸਿੰਘ ਜਿਹੜੇ ਸ਼ਹਿਰ ਦੇ ਨੇ ਉਹ ਆਏ ਨੇ, ਬਾਕੀ ਸੀਨੀਅਰ ਅਫਸਰ ਆਏ ਨੇ। ਉਹਨਾਂ ਨੂੰ ਬੇਨਤੀ ਕਰ ਰਹੇ ਹਾਂ ਕਿ ਉੱਤੇ ਪਰਚਾ ਜਿਹੜਾ ਕੀਤਾ ਜਾਵੇ। ਬੇਸ਼ੱਕ ਪ੍ਰਸ਼ਾਸਨ ਵੱਲੋਂ ਸਾਨੂੰ ਆਸ਼ਵਾਸਨ ਦਿੱਤਾ ਜਾ ਰਿਹਾ ਕਿ ਅਸੀਂ ਉੱਤੇ ਕਾਰਵਾਈ ਕਰ ਰਹੇ ਹਾਂ, ਪਰ ਜਿਹੜੀ ਸੰਗਤ ਆਈ ਆ, ਜਥੇਬੰਦੀਆਂ ਆਈਆਂ ਨੇ, ਉਹਨਾਂ ਦਾ ਕਹਿਣਾ ਕਿ ਵਾਰ-ਵਾਰ ਅਸੀਂ ਇਕੱਠੇ ਨਹੀਂ ਹੋ ਸਕਦੇ ਤੇ ਵਾਰ-ਵਾਰ ਸਾਡੇ ਕੋਲ ਆਇਆ ਨਹੀਂ ਜਾਣਾ। ਅਸੀਂ ਸਾਰੇ ਕਾਰਜਾਂ ਵਾਲੇ ਸਿੰਘ ਆ, ਕਿਰਤੀ ਸਿੰਘ ਆ, ਆਪਣੀ ਸੇਵਾਵਾਂ ਵਾਲੇ ਸਿੰਘ ਨੇ। ਸੋ ਉਹਨਾਂ ਦੇ ਵੱਲੋਂ ਇਹ ਕਿਹਾ ਕਿ ਜੇ ਉਹਨਾਂ ਤੇ ਕਾਰਵਾਈ ਕਰਨੀ ਹੋ ਬੰਦੇ ਦੇ ਉੱਤੇ ਤੇ ਕਰਕੇ ਕਾਰਵਾਈ ਸਾਨੂੰ ਐਫਆਈਆਰ ਦੀ ਕਾਪੀ ਦਿਓ, ਜਿਵੇਂ ਤੁਹਾਨੂੰ ਸੂਰੀ ਤੇ ਕੀਤੀ ਸੀ, ਤੇ ਅਸੀਂ ਆਪਣੇ ਘਰਾਂ ਨੂੰ ਜਾਈਏ, ਤੁਸੀਂ ਉਹ ਦੋਸ਼ੀ ਫੜ ਕੇ ਜੇਲ੍ਹ ਸੁੱਟੋ। ਸੋ ਪ੍ਰਸ਼ਾਸਨ ਵੱਲੋਂ ਸਾਨੂੰ ਕਿਹਾ ਗਿਆ ਵਾ, ਤਾਂ ਕਰਕੇ ਜਿੱਥੇ ਥਾਣੇ ਜਿਹੜੀ ਸਾਰੀ ਜਥੇਬੰਦੀਆਂ ਦੇ ਨੁਮਾਇੰਦੇ ਤੇ ਸੰਗਤ ਜਿਹੜੀ ਆ ਉਹ ਬੈਠੀ ਆ ਕਿ ਜਿੰਨਾ ਚਿਰ ਐਫਆਈਆਰ ਦੀ ਕਾਪੀ ਨਹੀਂ ਮਿਲਦੀ ਉਹਨਾਂ ਚਿਰ ਅਸੀਂ ਨਹੀਂ ਜਾਵਾਂਗੇ। ਤੇ ਤੁਸੀਂ ਅੰਦਰ ਗਏ ਸੀ, ਕੀ ਭਰੋਸਾ ਦਿੱਤਾ ਐਫਆਈਆਰ ਦੀ ਕਾਪੀ ਕਦੋਂ ਮਿਲ ਸਕਦੀ? ਬਿਲਕੁਲ, ਉਹਨਾਂ ਨੇ ਵੱਲੋਂ ਕਿਹਾ ਗਿਆ ਕਿ ਜਿਹੜੀ ਸਾਡੀ ਇੱਕ ਕਾਨੂੰਨੀ ਪ੍ਰਕਿਰਿਆ ਹੁੰਦੀ ਆ, ਇਹਦੇ ਵਾਸਤੇ ਜਿਹੜੀਆਂ ਧਾਰਾਵਾਂ ਬਣਦੀਆਂ ਨੇ, ਕਾਨੂੰਨੀ ਜਿਹੜੀ ਸਲਾਹਕਾਰ ਇਹਨਾਂ ਦੇ ਹੁੰਦੇ ਨੇ, ਉਹਨਾਂ ਕੋਲ ਸਲਾਹ ਲੈ ਕੇ ਅਸੀਂ ਉਹ ਪ੍ਰੋਸੈਸ ਸਾਡਾ ਚੱਲ ਰਿਹਾ ਤੇ ਜਲਦੀ ਅਸੀਂ ਤੁਹਾਨੂੰ ਸ਼ਾਮ ਤੱਕ ਐਫਆਈਆਰ ਦੀ ਕਾਪੀ ਦੇਵਾਂਗੇ। ਪਰ ਜਥੇਬੰਦੀਆਂ ਉਹਨੂੰ ਕਿਹਾ ਸੀ ਬੇਸ਼ੱਕ ਸ਼ਾਮ ਹੁਣ 2 ਵਜੇ ਚੱਲੇ ਨੇ ਤੇ 2-4 ਘੰਟੇ ਦਾ ਜਿਹੜਾ ਤੁਹਾਡਾ ਪ੍ਰੋਸੈਸ ਆ ਉਹਨੂੰ ਕਰ ਲਓ, ਤੁਸੀਂ ਸਾਨੂੰ ਐਫਆਈਆਰ ਦੀ ਕਾਪੀ ਦੇ ਦੋਗੇ, ਅਸੀਂ ਤੇ ਚੱਲ ਜਾਾਂਗੇ। ਪ੍ਰਸ਼ਾਸਨ ਵੀ ਉਹਦੇ ਤੇ ਕੰਮ ਕਰ ਰਿਹਾ ਜੀ। ਧੰਨਵਾਦ ਜੀ। ਸਾਡੇ ਨਾਲ ਸੰਤ ਸਿਪਾਹੀ ਗਰੁੱਪ ਤੋਂ ਵੀਰ ਦਵਿੰਦਰ ਸਿੰਘ ਜੁੜ ਚੁੱਕੇ ਆ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਨੇ ਵਿਸਥਾਰ 'ਚ ਦੱਸਿਆ ਹੈਗਾ ਕਿ ਅਸੀਂ ਫਿਰ ਵੀ ਪ੍ਰਸ਼ਾਸਨ ਕੋਲ ਪਹੁੰਚੇ ਹਾਂ ਗੁਹਾਰ ਲਾਉਣ ਵਾਸਤੇ ਕਿ ਸਿੱਖ ਹਮੇਸ਼ਾ ਇਨਸਾਫ ਮੰਗਦਾ, ਇਨਸਾਫ ਪਸੰਦ ਆ। ਤੇ ਉਦੋਂ ਵੀ ਇੱਥੇ ਪਹੁੰਚੇ ਸੀ ਤੇ ਥਾਣਾ ਸਦਰ ਦੇ ਜਾ ਫਿਰ ਥਾਣਾ ਸਦਰ ਜੀ ਪਹੁੰਚੇ ਹੈਗੇ ਆ, ਐਫਆਈਆਰ ਦੀ ਕਾਪੀ ਲੈ ਕੇ ਕਹਿੰਦੇ ਫਿਰ ਇੱਥੋਂ ਕੂਚ ਕੀਤਾ ਜਾਊਗਾ। ਵੀਰ ਜੀ, ਸਾਡੇ ਵਾਸਤੇ ਨਾ ਬਸ ਇੱਕੋ ਚੀਜ਼ ਰਹਿ ਗਈ ਸਿੱਖਾਂ ਵਾਸਤੇ, ਇਨਸਾਫ ਮੰਗਣਾ, ਧਰਨੇ ਲਾਉਣੇ। ਇਨਸਾਫ ਸਾਨੂੰ ਮਿਲਦਾ ਹੀ ਨਹੀਂ। ਦੱਸੋ ਮੈਨੂੰ, ਸ਼ੁਰੂ ਤੋਂ ਲੈ ਕੇ ਤੱਕ ਕਿੱਥੇ ਸਾਨੂੰ ਇਨਸਾਫ ਮਿਲਿਆ ਵਾ? ਜੇ ਕੋਈ ਸਿੱਖ ਸੰਗਤ ਜਾਂ ਸਿੱਖ ਗਤੀਵਿਧੀ ਕੋਈ ਬੰਦਾ ਹਰਕਤ 'ਚ ਆਉਂਦਾ ਵਾ ਤੇ ਇਹ ਤੁਸੀਂ ਪਹਿਲਾਂ ਹੀ ਕਹਿ ਚੁੱਕੋ ਕਿ ਘਰੋਂ ਚੁੱਕ ਲੈਂਦੇ ਆ, ਇਹਦੇ 'ਚ ਕੋਈ ਦੁਆਰਾ ਹੀ ਨਹੀਂ ਹੈਗੀ। ਠੀਕ ਆ ਜੀ। ਅੱਜ ਸਾਡੇ ਸਿੱਖਾਂ ਨੇ ਜਿਨ੍ਹਾਂ ਨੇ ਵੀ ਇਹ ਧਰਤੀ ਦੇ ਜਿਨ੍ਹਾਂ ਨੇ ਕਿਤੇ ਮਾੜਾ ਕਰਮ ਕੀਤਾ, ਉਹਨਾਂ ਨੂੰ ਗੱਡੀ ਚਾੜਿਆ, ਉਹਨਾਂ ਨੂੰ ਜਾਂ ਉਹਨਾਂ 'ਤੇ ਕੋਈ ਕਾਰਵਾਈ ਕੀਤੀ ਆ,
ਤੇ ਇਹ ਤੁਹਾਨੂੰ ਵੀ ਪਤਾ ਵਾ, ਸਿੱਖ ਸੰਗਤ ਸਭ ਜਾਣਦੀ ਆ ਕਿ ਅੱਜ ਸਾਡੇ ਉਹ ਸਿੱਖ ਯੋਧੇ ਜਿਹੜੇ ਨਾ ਅੱਜ ਤੱਕ ਜੇਲ੍ਹਾਂ 'ਚ ਬੰਦ ਨੇ, ਜਿਨ੍ਹਾਂ ਦੀਆਂ ਸਜ਼ਾਵਾਂ ਵੀ ਪੂਰੀਆਂ ਹੋ ਚੁੱਕੀਆਂ ਨੇ, ਕੋਰਟ ਉਹਨਾਂ ਨੂੰ ਬਰੀ ਕਰ ਚੁੱਕੀ ਆ, ਪਰ ਅੱਜ ਵੀ ਕਿਤੇ ਨਾ ਕਿਤੇ ਵਿਚਾਰੇ ਉਹ ਜੇਲ੍ਹਾਂ ਦੇ ਵਿੱਚ ਪਤਾ ਨਹੀਂ ਉਹਨਾਂ ਨੂੰ ਕਿਉਂ ਨਹੀਂ ਕੱਢ ਰਹੇ। ਤੇ ਜਿਨ੍ਹਾਂ ਨੇ 1984 ਦੇ ਵਿੱਚ ਦੰਗੇ ਕਰਵਾਏ ਨੇ, ਉਹ ਅੱਜ ਸ਼ਰੇਆਮ ਬੇਖੌਫ ਦੀ ਜਿਹੜੀ ਜ਼ਿੰਦਗੀ ਆ ਉਹ ਸਰਕਾਰ ਦੀ ਸ਼ਹਿ ਹੇਠ ਰਹਿ ਕੇ ਦਿੱਲੀ ਧਰਤੀ ਤੇ ਆਨੰਦ ਮਾਣਨ ਡੇ ਨੇ। ਮਿਲਦੀਆਂ ਉਹਨਾਂ ਨੂੰ, ਜਿਹੜਾ ਇਹੋ ਜਿਹਾ ਕੰਮ ਕਰਦਾ ਉਹਨੂੰ ਪਦਵੀ ਮਿਲ ਜਾਂਦੀ। ਤੇ ਮੈਂ ਕਹਿਣਾ ਚਾਹੁੰਦਾ ਵਾਂ ਵੀਰ ਜੀ, ਆਪਣੀ ਜਿਹੜੀਆਂ ਸਾਡੀਆਂ ਰਾਜਨੀਤਿਕ ਪਾਰਟੀਆਂ ਵਾਂ, ਕਿ ਆਏ ਦਿਨ ਤੁਸੀਂ ਪੰਜਾਬ ਦੀ ਧਰਤੀ ਤੇ ਜਾਂ ਪੰਜਾਬ ਤੋਂ ਬਾਹਰ ਸਿੱਖ ਯੂਥ ਜਿਹੜਾ ਨਾ ਤੁਸੀਂ ਉਹਨੂੰ ਤਿਆਰ ਕਰ ਰਹੇ ਹੋ। ਤੇ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵਾਂ ਕਿ ਕੀ ਗੱਲ ਜਿਹੜਾ ਸਿੱਖ ਯੂਥ ਆ ਇਹ ਬਣਾ ਰਹੇ ਹੋ ਤੁਸੀਂ, ਸਿੱਖ ਯੂਥ ਇਹ ਸਿਰਫ ਤੇ ਸਿਰਫ ਪੰਜਾਬੀਅਤ ਤੇ ਪੰਜਾਬੀ ਦਾ ਘਾਣ ਕਰਨ ਵਾਸਤੇ ਬਣਾ ਰਹੇ ਹੋ? ਜਿਹੜੀ ਨੌਜਵਾਨੀ ਆ ਤੁਸੀਂ ਪੰਜਾਬ ਦੀ, ਉਹਨਾਂ ਨੂੰ ਯੂਥ ਦਾ ਨਾਮ ਦੇ ਕੇ ਰਾਜਨੀਤੀ ਤੌਰ ਦੇ ਉੱਤੇ ਪੰਜਾਬ ਦਾ ਘਾਣ ਕਰਵਾ ਰਹੇ ਹੋ। ਜੇ ਇਹਦੇ ਵਰਗੇ ਕੁੱਤੇ ਅੱਜ ਭੌਂਕਣ ਡੇ ਤੇ ਕਿਤੇ ਨਾ ਕਿਤੇ ਮੈਂ ਕਹਿੰਦਾ ਤੂੰ ਨਹੀਂ ਬੋਲਦੀ ਰਕਾਨੇ, ਤੂੰ ਨਹੀਂ ਬੋਲਦੀ, ਤੇਰੇ 'ਚ ਤੇਰਾ ਯਾਰ ਬੋਲਦਾ, ਇਹਦੀ ਔਕਾਤ ਨਹੀਂ ਇੰਨੀ ਕਿ ਇਹ ਸਿੱਖ ਜਥੇਬੰਦੀਆਂ ਨੂੰ ਜਾਂ ਸਿੱਖ ਕੌਮ ਨੂੰ ਲਲਕਾਰ ਜਾਂਦਾ। ਜੇ ਅੱਜ ਨੇ ਸਿੱਖ ਕੌਮ ਨੂੰ ਵੰਗਾਰਿਆ ਵਾ ਤੇ ਕਿਸੇ ਮਾਂ ਦਾ ਪੁੱਤ ਹੁੰਦਾ ਤੇ ਇੱਥੇ ਪਹੁੰਚਦਾ, ਠੀਕ ਆ ਨਾ। ਇੱਥੇ ਇੱਕ ਸਿੰਘ ਵੀਰ ਕਹਿ ਰਿਹਾ ਸੀ ਕਿ ਜੇ ਤੂੰ ਕਿਤੇ ਬੱਕਰੀ ਦਾ ਦੁੱਧ ਵੀ ਪੀਤਾ ਹੁੰਦਾ, ਮੈਂ ਕਹਿੰਦਾ ਭਾਜੀ ਬੱਕਰੀ ਦਾ ਦੁੱਧ ਵੀ ਪੀਤਾ ਹੁੰਦਾ ਉਹਨੇ ਤੇ ਉਹਦੇ 'ਚ ਵੀ ਕਹਿੰਦੇ ਬੜੇ ਗੁਣ ਹੁੰਦੇ ਆ ਉਹਦੇ 'ਚ, ਪਰ ਮੈਂ ਕਹਿੰਦਾ ਇਹਨੇ ਕਿ ਕੁੱਤੀ ਦਾ ਦੁੱਧ ਪੀਤਾ ਨੇ। ਮੈਂ ਸ਼ਰੇਆਮ ਕਹਿੰਦਾ ਮਾफ़ ਕਰਨਾ, ਗੁਰਸਿੱਖ ਹੋ ਕੇ ਇਹੋ ਜਿਹੀਆਂ ਲਫ਼ਜ਼ ਮੈਂ ਯੂਜ਼ ਨਹੀਂ ਕਰਨਾ ਚਾਹੁੰਦਾ ਕਿਸੇ ਦੀ ਧੀ ਭੈਣ ਨੂੰ। ਆਫਟਰ ਆਲ ਉਹਦੀ ਵੀ ਮਾਂ ਸਾਡੀ ਮਾਂ ਵਾ, ਪਰ ਸਾਡਾ ਅੰਦਰ ਪਾਟਾ ਪਿਆ ਇਸ ਵੇਲੇ, ਕੀ ਕਰੀਏ ਅਸੀਂ ਹੁਣ? ਰਾਤੋਂ ਰਾਤ ਕਿੱਦਾਂ ਪਹੁੰਚ ਗਿਆ ਬੰਦਾ? ਪ੍ਰਸ਼ਾਸਨ ਦੀਆਂ ਸਿਕਿਉਰਟੀਆਂ ਦੇ ਵਿੱਚ ਜਾ ਕੇ ਬੰਦਾ ਉੱਥੇ ਪਹੁੰਚਿਆ ਵਾ, ਸ਼ਹਿਰ ਪਹੁੰਚਿਆ ਵਾ ਨਾ। ਮਰਦੀ ਜਿਹੜੀ ਆ ਉਹ ਸ਼ਰੇਆਮ ਇਹ ਬੰਦੇ ਦੀ ਝਲਕਦੀ ਆਈ ਹੈ। ਔਰ ਕਮ ਸੇ ਕਮ ਜੇ ਤੂੰ ਟਾਈਮ ਦਿੱਤਾ ਸੀ ਤੇ ਪਹੁੰਚਦਾ, ਕਿ ਜਾਂ ਤੂੰ, ਮੈਂ ਤਾਂ ਕਹਿੰਦਾ ਉਹ ਤੇਰੇ ਨਾਲੋਂ ਚੰਗੇ ਤੇ ਭਰਾਵਾ ਉਹ ਸਾਡੇ ਸ਼ਿਵ ਸ਼ਾਨਾ ਵਾਲੇ ਆ, ਕਮ ਸੇ ਕਮ ਕਿਤੇ ਨਾ ਕਿਤੇ ਮੂਹਰੇ ਤੇ ਆ ਜਾਂਦੇ ਆ। ਤੂੰ ਰਾਤੋਂ ਰਾਤ ਜਾ ਕੇ ਪਿਓ ਦੀ ਬੁੱਕਲ 'ਚ ਪਾ ਕੇ ਬੈਠਾ ਵਾ ਔਰ ਤੂੰ ਸਾਬਤ ਕਰਤਾ ਕਿ ਤੂੰ ਕੁੱਤਮਦੀਸ਼ ਦੀ ਔਲਾਦ ਆ। ਕਿੰਨਾ ਕੁ ਚਿਰ ਤੈਨੂੰ ਬਚਾ ਕੇ ਰੱਖੇਗਾ? ਇੱਥੇ ਤੇ ਸਕੀਆਂ ਮਾਵਾਂ ਆਪਣੀਆਂ ਪੁੱਤਾਂ ਨਹੀਂ ਸਾਂਭਣੀਆਂ, ਤੂੰ ਤੇ ਫਿਰ ਹਰਾਮ ਦੀ ਔਲਾਦ ਆ, ਤੈਨੂੰ ਬਚਾਉਣਾ ਨਹੀਂ ਇਹਨਾਂ ਨੇ। ਸਿਰਫ ਤੇ ਸਿਰਫ ਇਹ ਆ ਕਿ ਤੂੰ ਫੇਮ ਭਾਲਦਾ ਹਾਂ, ਫੇਮ ਤੈਨੂੰ ਮਿਲਣਾ ਨਹੀਂ, ਸ਼ਤਰੌਲ ਤੇਰੀ ਫਰੀ ਦੀ ਹੋ ਜਾਣੀ ਹੈ ਤੇਰੀ। ਦਵਿੰਦਰ ਸਿੰਘ ਸੰਤ ਸਿਪਾਹੀ ਗਰੁੱਪ ਤੋਂ ਸੀ। ਤੇ ਦੂਜੇ ਪਾਸੇ ਆਪਾਂ ਤਸਵੀਰਾਂ ਵੀ ਦਿਖਾ ਦਿੰਦੇ ਆ, ਦਰੀਆਂ ਆ ਚੁੱਕੀਆਂ ਵਾ, ਜਥੇਬੰਦੀ ਦੇ ਨੁਮਾਇੰਦੇ ਬੈਠ ਚੁੱਕੇ ਆ, ਬਲਬੀਰ ਸਿੰਘ ਮੁੱਛਲ ਤੇ ਹੋਰ ਇੱਥੇ ਭੈਣਾਂ ਤੇ ਵੀਰ ਬੈਠੇ ਹੈਗੇ। ਆਪਾਂ ਉਹਨਾਂ ਨੂੰ ਵੀ ਗੱਲਬਾਤ ਕਰਾਂਗੇ ਕਿਉਂਕਿ ਇਨਸਾਫ ਦੀ ਉਡੀਕ ਆ। ਦੂਜੇ ਪਾਸੇ ਉਹ ਤਸਵੀਰਾਂ ਵੀ ਵਿਖਾ ਦਈਏ, ਸਦਰ ਥਾਣੇ ਦੇ ਬਿਲਕੁਲ ਸਾਹਮਣੇ ਬੈਠੇ ਆ। ਜਿਹੜੀਆਂ ਲਾਈਵ ਤਸਵੀਰਾਂ ਤੁਸੀਂ ਵੇਖ ਰਹੇ ਹੋ, ਥਾਣੇ ਸਦਰ ਦੇ ਬਿਲਕੁਲ ਸਾਹਮਣੇ ਦੀਆਂ ਅਕਾਲ ਚੈਨਲ ਦੇ ਮਾਧਿਅਮ ਨਾਲ ਤੁਸੀਂ ਜੁੜੇ ਹੋ। ਇਸ ਟਾਈਮ ਥਾਣਾ ਸਦਰ ਆ, ਇੱਥੇ FIR ਦਰਜ ਉਦੋਂ ਕਰਵਾਈ ਸੀ ਪਰ ਉਹਦੀ ਕਾਪੀ ਲੈਣ ਵਾਸਤੇ ਤੇ ਬੈਠੇ ਆ। ਕੀ ਆਸ ਲੱਗਦੀ ਹੈ ਸ਼ਾਮ ਤੱਕ ਕਾਪੀ ਮਿਲਣ ਦੀ? ਬਲਬੀਰ ਸਿੰਘ ਮੁੱਛਲ ਜੀ ਨਾਲ ਗੱਲਬਾਤ ਕਰਦੇ ਹਾਂ। ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਦਰੀਆਂ ਵਿਛਾ ਕੇ ਬਹਿਣ ਦੀ ਲੋੜ ਪੈ ਗਈ ਤੁਹਾਨੂੰ? ਦਰੀਆਂ 3-4 ਦਿਨ ਹੋ ਗਿਆ ਕਿ ਜਿਹੜੇ ਭਾਈ ਦਿਲਬਾਗ ਸਿੰਘ ਜੀ ਜਥਾ ਸਿਰਲੱਥ ਵਾਲੇ ਤੇ ਭਾਈ ਪਰਮਜੀਤ ਅਕਾਲੀ ਤੇ ਹੋਰ ਸਿੰਘ ਜਿਹੜੇ ਜ਼ਿੰਮੇਵਾਰ ਵਾ, ਜਿਨ੍ਹਾਂ ਨੇ ਪ੍ਰਸ਼ਾਸਨ ਨੂੰ ਇੱਕ ਲਿਖਤੀ ਦਰਖਾਸਤ ਦਿੱਤੀ ਤੇ ਮੈਂ ਆਪ ਬੈਠ ਸੁਣੀ ਆ ਪ੍ਰਸ਼ਾਸਨ ਦੀ ਕਿ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ। ਅੱਜ ਤੱਕ ਉਹ 'ਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ। ਜੇਕਰ ਅੱਜ ਅਸੀਂ ਇਕੱਤਰ ਹੋ ਕੇ ਇਹਨਾਂ ਨੇ ਰਾਤੀ ਕੋਈ ਬਿਆਨ ਵੀ ਸਿੰਘਾਂ ਦੇ ਕੀਤੇ ਆ ਕਿ ਤੁਸੀਂ ਬਿਆਨ ਦਿਓ ਤੇ ਅਸੀਂ ਬਣਦੀ ਕਾਰਵਾਈ ਕਰ ਦੇਵਾਂਗੇ। ਹੁਣ ਕਹਿੰਦੇ ਆ ਕਿ ਅਸੀਂ ਗੱਲਬਾਤ ਚੱਲਣ ਦੀ ਆ, ਸ਼ਾਮਾਂ ਤੱਕ ਕਰ ਦੇਵਾਂਗੇ ਕਰਦੇ ਆ। ਜਦੋਂ ਅਸੀਂ ਸੂਰੀ ਦਾ ਪਰਚਾ ਕਰਾਉਣਾ ਸੀ ਤੇ ਅਸੀਂ ਸ਼ਹਿਰੀ ਜਿਹੜੇ ਇਹ ਜਗਮੋਹਨ ਸਿੰਘ ਜੀ ਉਹਨਾਂ ਕੋਲ ਗਏ, ਉਹਨਾਂ ਨੇ ਸਾਨੂੰ SP ਹਰਪਾਲ ਦੇ ਕੋਲ ਭੇਜਤਾ। SP ਹਰਪਾਲ ਨੇ ਸਾਨੂੰ ਭੇਜਤਾ ਕਿ ਇਹਨੇ ਆ ਜਿਹੜੀ ਵੀਡੀਓ ਪਾਈ ਆ, ਇਹ ਪਾਈ ਆ ਕਿ ਦਿਹਾਤੀ ਥਾਣੇ 'ਚ ਪੈਂਦਾ, ਉਹ ਜੰਡਿਆਲੇ 'ਚ ਪੈਂਦਾ, ਉੱਥੇ ਦਾ ਦਫ਼ਤਰ ਵਾ। ਭਾਵ ਕਿ ਇਦਾਂ ਦੀਆਂ ਗੱਲਾਂ ਤੋਂ ਸਾਨੂੰ ਦੂਰ ਲੈ ਜਾ ਕੇ ਤੇ ਅੱਖਾਂ 'ਚ ਘਟਾ ਪਾ ਕੇ ਤੇ ਆ ਫਿਰ ਮੁੜ ਕੇ ਆਪਣੀਆਂ ਚਲਾਕੀਆਂ ਖੇਡਦੇ ਆ ਪ੍ਰਸ਼ਾਸਨ ਵਾਲੇ। ਜੇਕਰ ਹੁਣੇ ਹੀ FIR ਦਰਜ ਹੋ ਜਾਂਦੀ ਹੈ, ਕਿਤੇ ਉਦੋਂ ਹੀ ਹੋ ਜਾਂਦੀ ਤੇ ਇਸ ਬੰਦੇ ਨੇ ਦੁਬਾਰਾ ਬਕਵਾਸ ਨਹੀਂ ਕਰਨਾ। ਇਹਨੂੰ 2-3 ਦਿਨ ਸਿਕਿਉਰਿਟੀ ਦਿੱਤੀ ਗਈ ਆ। ਹੁਣ ਪਤਾ ਲੱਗਾ ਕਿ ਇਹ ਇੱਥੋਂ ਦਿੱਲੀ ਚਲ ਗਿਆ, ਇੱਦਾਂ ਕਹੀ ਜਾ ਰਿਹਾ। ਦਿੱਲੀ ਨਹੀਂ ਗਿਆ ਹੋਊਗਾ, ਗਾਂਹ ਪਛਾਂ ਆਊਗਾ ਜ਼ਰੂਰ। ਕਰਮਜੀਤ ਵੀ ਅੱਗੇ ਕਹਿ ਰਿਹਾ ਕਿ ਮੈਂ ਵੀ FIR ਦਰਜ ਕਰਾਉਣੀ ਆ, ਪੋਸਟਰ ਲਾਤਾ ਜਗਦੀਸ਼ ਟਾਈਟਲਰ ਦਾ, ਭਾਵਨਾ ਭੜਕਾਉਣ ਦੀ ਗੱਲ ਕਰਦਾ ਵਾ। ਉਹ ਵੀ ਅੱਗੇ ਇਹੋ ਜਿਹਾ ਅੱਗੇ ਨਹੀਂ, ਉਹ ਤਾਂ ਕੁੱਤਾ ਭੌਂਕੀ ਜਾ ਰਿਹਾ ਵਾ, ਪਰ ਗੁਰੂ ਘਰ ਵਿੱਚ ਉਹਦੇ ਜ਼ਰੂਰਤ ਕਿੱਦਾਂ ਪੈ ਗਈ? ਮੈਂ ਤਾਂ ਹੈਰਾਨ ਹੋ ਗਿਆ, ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਕਿੱਥੇ ਗਈ? ਗੁਰੂ ਘਰ 'ਚ ਲਾਇਆ ਇੱਕ ਗੁਰੂ ਘਰ ਵਿੱਚ ਪੋਸਟਰ ਲਾ ਕੇ ਗਿਆ ਵਾ, ਸਿੱਖਾਂ ਦੇ ਜ਼ਖਮਾਂ ਦੇ ਲੂਣ ਪਾਇਆ ਗਿਆ ਉਹਨੇ। ਜਿਸ ਨੇ ਜਗਦੀਸ਼ ਟਾਈਟਲਰ ਨੇ ਤੇ ਇਸ ਪਰਿਵਾਰ ਨੇ ਉਹਦੇ ਨਾਲ ਰਹਿ ਕੇ ਜਿਹੜਾ ਕਤਲੇਆਮ ਕੀਤਾ ਵਾ, ਇਹ ਵੀ ਉਹਨਾਂ ਦੋਸ਼ੀ ਬੰਦਾ। ਇਹ ਉੱਥੇ ਵੀ ਇਹਨੂੰ ਨਾਲ ਹੀ ਰੱਖਣਾ ਚਾਹੀਦਾ। ਇਹ ਬਚ ਗਿਆ ਤਾਂ ਕਰਕੇ ਇੱਥੇ ਅੱਜ ਬੋਲਣ ਦਿਆ ਵਾ, ਉਹਦੇ ਜਨਮ ਦਿਨ ਜਿਹੜਾ ਮਨਾ ਰਿਹਾ ਵਾ, ਖੁਸ਼ੀ ਕਰ ਰਿਹਾ ਵਾ। ਇਹ ਸਾਰੀ ਸ਼ਹਿ ਵਾ ਸਰਕਾਰ ਦੀ, ਕਿਉਂਕਿ ਪਹਿਲਾਂ ਕੋਈ ਨਹੀਂ ਬੋਲਿਆ, ਇਹ ਅੱਜ ਕਿਉਂ ਬੋਲਿਆ? ਕਾਂਗਰਸ ਸਰਕਾਰ ਵਾ।
ਕਾਂਗਰਸ ਸਰਕਾਰ ਦੀ ਇਸ ਬੰਦੇ ਨੂੰ ਸ਼ਾਇਦ ਇਹ ਸਿਕਿਉਰਿਟੀ ਲੈਣਾ ਚਾਹੁੰਦਾ ਵਾ। ਅਸੀਂ ਸਰਕਾਰ ਨੂੰ ਕਹਿਣਾ ਚਾਹੁੰਦੇ ਹਾਂ ਕਿ ਐਸੇ ਬੰਦਿਆਂ ਨੂੰ ਸਿਕਿਉਰਿਟੀ ਨਾ ਦਿਓ ਜਿਹਦੇ ਨਾਲ ਪੰਜਾਬ ਦਾ ਮਾਹੌਲ ਖਰਾਬ ਹੁੰਦਾ ਵਾ। ਜਲਦੀ ਹੀ ਤੁਰੰਤ ਹੀ ਇਸ ਬੰਦੇ ਨੂੰ ਫੜ ਕੇ ਸਲਾਖਾਂ ਦੇ ਅੰਦਰ ਪਰਿਵਾਰ ਸਮੇਤ ਹੀ ਬੰਦ ਕੀਤਾ ਜਾਵੇ। ਗਾਂ ਕਿਸੇ ਦਾ ਹੀ ਲਾਣਾ ਪਵੇ ਕਿ ਐਸਾ ਕੋਈ ਕੰਮ ਕਰ ਸਕੇ ਜਿਹਦੇ ਨਾਲ ਸਿੱਖ ਭਾਵਨਾ ਨੂੰ ਠੇਸ ਪਹੁੰਚੇ। ਅਸੀਂ ਇਹ ਨਹੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਕਿ ਮਾਹੌਲ ਸ਼ਾਂਤ ਰਹੇ ਪੰਜਾਬ ਦਾ, ਅਮਨ ਸ਼ਾਂਤੀ ਨਾਲ ਅਸੀਂ ਰਹੀਏ, ਆਪਣੀ ਕਿਰਤ ਕਰੀਏ। ਤੇ ਪਰ ਇਸ ਬੰਦੇ ਨੇ ਜਿਹੜਾ ਬਕਵਾਸ ਕੀਤਾ ਇਹਨੂੰ ਬੰਦ ਦੀਆਂ ਧਰਾਵਾਂ ਲਾ ਕੇ ਇਹਨੂੰ ਸਲਾਖਾਂ ਦੇ ਅੰਦਰ ਬੰਦ ਕਰ। ਵੀਰ ਸਿੰਘ ਜੀ, ਇਹ ਦਰੀਆਂ ਵੇਚ ਚੁੱਕੀਆਂ, ਦਰੀਆਂ FIR ਦਰਜ ਹੋਏ ਜੇ ਨਹੀਂ ਮਿਲਦੀ ਤੁਹਾਨੂੰ ਕਾਪੀ ਉਹਨਾਂ ਚਿਰ ਤਾਂ ਵਿਛੀਆਂ ਰਹਿਣ। ਆਸ ਅਸੀਂ ਅਰਦਾਸ ਕਰਕੇ ਤੁਰੇ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ 'ਚ। ਮਹਾਰਾਜ ਜੀ ਪਾਤਸ਼ਾਹ ਜੀ ਦੇ ਪਾਵਨ ਸ਼ਬਦ ਵੀ ਉਹੀ ਆਏ ਸੀ ਕਿ ਐਸੇ ਨਿੰਦਕਾਂ ਨੂੰ ਮਾਰ ਪੈਣੀ। ਇਦਾਂ ਹੀ ਜੀ ਮਹਾਰਾਜ ਨੇ ਪਾਵਨ ਹੁਕਮਨਾਮੇ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੇ ਕਿ ਜਿਹੜੇ ਇਹ ਨਿੰਦਕ ਨੇ ਇਸੇ ਕੌਮ ਦੇ, ਗੁਰੂ ਘਰ ਦੇ ਨਿੰਦਕ ਨੇ, ਇਹਨਾਂ ਨੂੰ ਮਾਰ ਵੀ ਪੈਣੀ ਆ, ਇਹਨਾਂ ਦੀ ਕੁੱਲ ਵੀ ਨਾਸ ਹੋਣੀ ਆ। ਤੇ ਇਹਨਾਂ ਨੂੰ ਅਸੀਂ ਪਰਚਾ ਦਰਜ ਕਰਾ ਕੇ ਸਲਾਖਾਂ ਦੇ ਅੰਦਰ ਇਦਾਂ ਹੀ ਸਦੀਰ ਸੂਰੀ ਦਾ ਸਾਨੂੰ ਪੁਲਿਸ ਨੇ ਬੜਾ ਆਪਣੇ ਵੱਲੋਂ ਗਲੋਂ ਲਾਉਣ ਦੀ ਕੋਸ਼ਿਸ਼ ਕੀਤੀ। ਪਰ ਅਸੀਂ ਜਿਹੜੇ ਸਿੰਘ ਆ ਸਾਰੇ ਪਿਆਰ ਵਾਲੇ ਆ। ਬੜਾ ਇਹਨਾਂ ਦਾ ਮੈਂ ਧੰਨਵਾਦ ਵੀ ਕਰਦਾ ਕਿ ਜਿਹੜੇ ਉਸੇ ਵੇਲੇ ਹੀ ਕਹਿੰਦੇ ਕਿ ਅਸੀਂ ਉਹਨਾਂ ਚਿਰ ਜਾਣਾ ਨਹੀਂ ਆ ਜਿੰਨਾ ਚਿਰ ਪਰਚਾ ਦਰਜ ਨਹੀਂ ਹੁੰਦਾ। ਅਸੀਂ ਪਰਚਾ ਦਰਜ ਕਰਵਾ ਕੇ ਤੇ ਫਿਰ ਹੀ ਜਾਵਾਂਗੇ ਇੱਥੋਂ। ਧੰਨਵਾਦ ਜੀ। ਵੀਰ ਦਿਲਬਾਗ ਸਿੰਘ ਥੋੜੇ ਅੱਗੇ ਆ ਜਾਓ ਜੀ। ਦਿਲਬਾਗ ਸਿੰਘ ਜੀ, ਤੁਸੀਂ ਵੀ ਅੰਦਰ ਗਏ ਸੀ, ਪ੍ਰਸ਼ਾਸਨ ਨਾਲ ਤੁਹਾਡੀ ਕੀ ਗੱਲਬਾਤ ਹੋਈ ਹੁਣ? ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ 5 ਸਿੰਘ ਗਏ, ਸਰਦਾਰ ਬਲਵੀਰ ਸਿੰਘ ਮੁਸ਼ਲ ਵੀ ਗਏ ਸਨ ਸਰਕਾਰ ਕਮੇਟੀ ਤੋਂ, ਪਰਮਜੀਤ ਸਿੰਘ ਕਾਲੀ ਤੇ ਭੁਪਿੰਦਰ ਸਿੰਘ ਖਾਲਸਤਾਨੀ, ਚਤਾ ਸਰਲਤ ਖਾਲਸਾ ਵਾਲੇ ਦਾਸ, ਹੋਰ ਵੀ ਸਿੰਘ 2-3 ਗਏ ਸੀ ਨਾਲ। ਇਹ ਗੱਲ ਉਹੀ ਹੋਈ ਜੀ ਜਿਹੜੀ ਆਪਣਾ 2 ਦਿਨ ਪਹਿਲਾਂ ਜਿਹੜਾ ਪੋਸਟਰ ਦੀ ਹੋਈ ਵੀ ਉਦੋਂ ਵੀ ਅਸੀਂ ਪੋਸਟਰ SHO ਸਾਹਿਬ ਨਾਲ ਹੀ ਸੀ ਥਾਣੇ ਦੇ, ਸਦਰ ਥਾਣੇ ਦੇ। ਉਦੋਂ ਵੀ ਉਹਨਾਂ ਇਹੀ ਗੱਲ ਕਹੀ ਕਿ ਤੁਸੀਂ ਚਲੋ ਸਾਡੇ ਨਾਲ ਥਾਣੇ ਵੋਟ ਲੈ ਚਲੋ, ਪਾੜਿਓ ਨਾ ਵੋਟ, ਇਹ ਸਾਡਾ ਪ੍ਰੂਫ ਹੈ ਇੱਕ। ਤੇ ਇੱਥੋਂ ਹੀ ਇਹ ਆਧਾਰ ਤੇ ਅਸੀਂ ਜਿਹੜਾ ਵਾ ਇਹ ਪਰਚਾ ਜਿਹੜਾ ਵਾ ਦਰਜ ਕਰ ਦਿੰਨੇ ਆ। ਅਸੀਂ 10 ਮਿੰਟ ਬੈਠੇ, ਕਹਿੰਦੇ ਵੀ ਤੁਸੀਂ ਆਪਣੀ ਦਰਖਾਸਤ ਦੇ ਦਿਓ। ਅਸੀਂ ਦਰਖਾਸਤ ਦਿੱਤੀ, ਕਹਿੰਦੇ ਵੀ ਸ਼ਾਮਾਂ ਤੱਕ ਜਿਹੜੀ ਆ ਮੈਂ ਅਫਸਰਾਂ ਨਾਲ ਗੱਲ ਕਰਕੇ ਤੇ ਇਸ ਬੰਦੇ ਤੇ ਕਾਰਵਾਈ ਜਿਹੜੀ ਆ ਹੋ ਜਾਏਗੀ। ਪਰ ਸ਼ਾਮਾਂ ਨੂੰ ਸਾਨੂੰ ਪਤਾ ਲੱਗਾ ਕਿ ਉਹ 7 ਗੱਡੀਆਂ ਸਿਕਿਉਰਿਟੀ ਦੀਆਂ, ਭਾਈ ਭੁਪਿੰਦਰ ਸਿੰਘ ਖਾਲਸਤਾਨੀ ਦਾ ਘਰ ਨਾਲ ਹੀ ਆ, 7 ਗੱਡੀਆਂ ਸਿਕਿਉਰਿਟੀ ਦੀਆਂ ਉਹਦੇ ਘਰ ਪਹੁੰਚ ਗਈਆਂ। ਪਰਚਾ ਨਹੀਂ ਹੋਇਆ। ਉਹਨੂੰ ਪ੍ਰਮੋਟ ਕਰਨ ਵਾਸਤੇ, ਉਹਦੀ ਸਿਕਿਉਰਿਟੀ ਵਾਸਤੇ 7 ਗੱਡੀਆਂ ਜਿਹੜੀਆਂ ਉੱਥੇ ਰਾਤ ਖਲੋਤੀਆਂ ਰਹੀਆਂ। ਮਤਲਬ ਮੈਂ ਇਹ ਗੱਲ ਕਰਦਾ ਕਿ ਜੇ ਹੁਣ ਵੀ ਉਹੀ ਗੱਲ, ਜਦੋਂ ਅੰਦਰ ਗਏ ਅਸੀਂ, ਪ੍ਰਸ਼ਾਸਨ ਨਾਲ ਸਾਡੀ ਗੱਲ ਹੋਈ, ਪ੍ਰਸ਼ਾਸਨ ਨੇ ਇਹੀ ਸਾਨੂੰ ਗੱਲ ਕਹੀ ਕਿ ਤੁਹਾਨੂੰ ਸ਼ਾਮਾਂ ਤੱਕ FIR ਦੀ ਕਾਪੀ ਮਿਲ ਜੂ। ਪਰ ਵੱਡੇ ਤੋਂ ਵੱਡਾ ਨੁਮਾਇੰਦਾ ਜਿਹੜਾ ਅੰਦਰ ਬੈਠਾ ਸੀ, ਹਾਂ, ਇਸ ਥਾਣੇ ਦੇ ਵਿੱਚ ਇੰਨੀ ਪਾਵਰ ਇਹਨਾਂ 'ਚ ਸਾਨੂੰ ਪਤਾ ਵਾ ਮੌਕੇ ਤੇ ਹੈਗੀ ਸੀ ਕਿ ਹੁਣੇ ਹੀ ਪਰਚਾ ਕੱਟ ਕੇ ਬਕਾਇਦਾ ਸਾਨੂੰ ਜਿਹੜੀ FIR ਦੀ ਜਿਹੜੀ ਕਾਪੀ ਸਾਨੂੰ ਦੇ ਸਕਦੇ ਸੀ। ਇਹ ਤਾਰਾਂ ਤਾਂ ਦਿੱਲੀ ਤੋਂ ਖੜਕਦੀਆਂ ਨਾ, ਗਲਤੀ ਹੋਈ ਜਾਂਦੀ, ਤਾਰਾਂ ਤਾਂ ਦਿੱਲੀ ਤੋਂ ਖੜਕਣੀਆਂ। ਭਾਈ ਸਾਹਿਬ ਬਿਲਕੁਲ ਤੁਹਾਡੀ ਗੱਲ ਸਹੀ ਆ ਕਿ ਇਹ ਦਿੱਲੀ ਦੀਆਂ ਤਾਰਾਂ ਕਰਕੇ 7 ਗੱਡੀਆਂ ਉਹਦੇ ਬੂਹੇ ਕੇ ਚਲ ਗਈਆਂ। ਨਹੀਂ ਤਾਂ ਸਾਡੇ ਵਰਗੇ ਵੇਖੋ, ਜੇ ਅਸੀਂ ਚਾਹੀਏ ਤੇ ਸਾਡੇ ਤੇ ਕੋਈ ਹਵਾਲਾਟ ਤੋਂ ਇਲਾਵਾ ਤਾਂ ਕੋਈ ਆਉਂਦਾ ਨਹੀਂ ਇੱਥੇ। ਜਿਹੜਾ ਵੀ ਆਉਣਾ ਉਹਨਾਂ ਚੁੱਕਣਾ, ਹਵਾਲਾਟ 'ਚ ਸੁੱਟ ਦੇਣਾ। ਉਹਨੂੰ ਨਿੱਕੀ ਜੀ ਗੱਲ ਵੇਖੋ, ਮੁੱਦਾ ਕੇਸ ਬੰਨੇ ਨੂੰ ਭੜਕਾਉਣ ਤੁਰਿਆ ਇਹ ਬੰਦਾ। ਗੱਲ ਜਗਦੀਸ਼ ਟੈਟਲਰ ਦੀ ਹੋਈ, ਗੱਲ ਉਹਦੀ ਫੋਟੋ ਤੋਂ ਹੋਈ। ਸਿੱਖ ਕੌਮ ਦੀ, ਸਿੱਖ ਜਿਹੜੀ ਆ ਜਥੇਬੰਦੀਆਂ, ਉਹਨਾਂ ਦੀ ਭਾਵਨਾ ਨੂੰ ਠੇਸ ਪਹੁੰਚੀ। ਉਹਨਾਂ ਉਹ ਵੋਟ ਲਾਇਆ, ਨਾਲ ਸਾਡੇ ਨਾਲ ਆ ਗਏ। ਅਸੀਂ ਇੱਥੇ ਵੋਟ ਦਿੱਤਾ, ਸ਼ਾਂਤਮਈ ਜਾ ਕੇ ਅਸੀਂ ਇਹ ਜਿਹੜਾ ਦਰਖਾਸਤ ਦੇ ਕੇ ਅਸੀਂ ਘਰ ਚਲ ਗਏ। ਉਸ ਬੰਦੇ ਨੇ ਮੀਡੀਆ ਦੇ ਵਿੱਚ ਬਿਆਨ ਦਿੱਤਾ, ਉਹਦੇ ਕੁਝ ਨਾ ਕੁਝ ਉਹਦੇ ਮਗਰ ਹੈਗਾ ਸੀ ਜਿਹੜਾ ਬੋਲਦਾ ਸੀ। ਨਹੀਂ ਤਾਂ ਇਕੱਲੇ ਬੰਦੇ ਦੀ ਇੰਨੀ ਹਿੰਮਤ ਨਹੀਂ ਆ ਵੀ ਜਥੇਬੰਦੀਆਂ ਨੂੰ ਇੱਦਾਂ ਲਲਕਾਰ ਮਾਰ ਸਕੇ। ਕੁਝ ਨਾ ਕੁਝ ਤਾਂ ਮਗਰ ਹੈਗਾ ਸੀ ਵੀ ਜਿਹੜਾ ਬੰਦਾ ਉਹਨੂੰ ਸ਼ੇਅ ਦਿੰਦਾ ਸੀ। ਪਰ ਬੜੀ ਤਗੜੀ, ਮੈਂ ਉਹ ਮੀਡੀਆ ਵਾਲੇ ਪਹਿਲੀ ਗੱਲ ਤਾਂ ਇਹਨੇ ਜਾਂਦੇ ਮੀਡੀਆ ਵਾਲਿਆਂ ਨੂੰ ਕਿਹਾ ਵੀ ਮੀਡੀਆ ਸਾਰਾ ਵਕਾਊ। ਪਹਿਲਾ ਲਫ਼ਜ਼ ਹੀ ਇਹਨੇ ਕੀਤਾ ਵੀ ਮੀਡੀਆ ਸਾਰਾ ਵਕਾਊ। ਜਿਹੜਾ ਆਪ ਚੋਰ ਹੋਵੇ ਉਹਨੂੰ ਸਾਰੇ ਚੋਰ ਹੀ ਦਿਖਦੇ ਆ। ਬਿਲਕੁਲ ਜੀ, ਚੋਰ ਨੂੰ ਤਾਂ ਚੋਰ ਦਿਖਣੇ, ਸਾਧ ਨੂੰ ਸਾਧ ਦਿਖਣੇ ਆ। ਇਹ ਤੁਹਾਨੂੰ ਸਾਰਿਆਂ ਨੂੰ ਪਤਾ ਇਹ ਗੱਲ ਦਾ। ਫਿਰ ਉਹ ਮੀਡੀਆ ਵਾਲੇ ਦੀ ਦਲੇਰੀ ਦੀ, ਮੈਂ ਇਸ ਗੱਲੋਂ ਮੀਡੀਆ ਦੇ ਵਿੱਚ ਵੀ ਫਿਰ ਇਹ ਗੱਲ ਸਿਫਤ ਕਰਦਾ ਉਹਦੀ। ਉਸ ਬੰਦੇ ਨੇ ਵੇਖੋ ਕਿੱਡੀ ਵਧੀਆ ਗੱਲ ਕੀਤੀ। ਉਹਨੇ ਕਿਹਾ ਮੇਰਾ ਦਿਲ ਕਰਦਾ ਮੈਂ ਕੈਮਰਾ ਰੱਖ ਕੇ ਤੇਰੇ ਮੂੰਹ ਤੇ ਚਪੇੜ ਮਾਰਾਂ। ਅਗਲੇ ਦੇ ਘਰ ਜਾ ਕੇ, ਘਰ ਬਹਿ ਗਏ ਅਗਲੇ ਦੇ ਕੋਲ, ਐਡੀ ਤਗੜੀ ਗੱਲ ਕਰ ਦੇਣੀ ਜਿਹੜਾ ਲਲਕਾਰੇ ਮਾਰਨ ਡਿਆ ਕੌਮ ਨੂੰ। ਤੇ ਇੱਕ ਬੰਦਾ ਜਿਹੜਾ ਇੰਨੀ ਗੱਲ ਆ ਕੇ ਵੀ ਤੇਰੇ ਮੂੰਹ ਤੇ ਚਪੇੜ ਮਾਰਾਂ, ਇਹ ਤੋਂ ਵੱਡੀ ਵੇਖੋ ਬੇਇੱਜ਼ਤੀ ਵਾਲੀ, ਨਮੋਸ਼ੀ ਵਾਲੀ ਉਹਦੇ ਵਾਸਤੇ ਕੋਈ ਗੱਲ ਹੋਰ ਹੋ ਸਕਦੀ ਆ। ਉੱਥੋਂ ਹੀ ਸਾਨੂੰ ਪਤਾ ਲੱਗ ਗਿਆ ਵੀ ਇਹ ਜਿੰਨੀ ਕਣਕ ਦਾ ਬੰਦਾ ਵਾ, ਇਹ ਸੂਰੀ ਦਾ ਹੀ ਦੂਜਾ ਪੁੱਤਰ ਆ। ਇਹ ਸੂਰੀ ਦਾ ਹੀ ਦੂਜਾ ਪੁੱਤਰ ਆ। ਵੀ ਜਿਹੜੀਆਂ ਭਾਵਨਾਵਾਂ ਨੂੰ ਠੇਸ ਪਹੁੰਚਾ ਕੇ, ਤੇ ਉਹ ਕਹਿੰਦੇ ਨਹੀਂ ਹੁੰਦੇ, ਉਹ ਤੀਲੀ ਲਾ ਕੇ ਤੇ ਬਾਂਦਰ
ਰੁੱਖ ਤੇ। ਬਸ ਇਹੀ ਹਾਲ ਇਹਨਾਂ ਦਾ ਵਾ। ਇਹਨੇ ਗੱਲ ਹੁਣ ਖਾਲਿਸਤਾਨ ਦੀ ਕਰਤੀ। ਸੰਤ ਭਿੰਡਰਾਂ ਵਾਲੇ ਜਰਨੈਲ ਸਿੰਘ ਦੀ ਫੋਟੋ ਕੋ ਜਾ ਕੇ ਇਹਨੇ ਫੋਟੋ ਲਾ ਲਈ ਵੀ ਆਹ ਵੇਖੋ ਮੈਂ ਆਪਣੀ ਕਾਰਵਾਈ ਪਾਉਣ ਲੱਗਾ ਜੋ। ਮਰਦਾਂ ਦੇ ਕੰਮ ਆ, ਤੂੰ ਗੱਲ ਲਲਕਾਰ ਤੇ ਮਰਦਾਂ ਕੋ ਮਾਰੀ। ਮਰਦਾਂ ਦੇ ਕੰਮ ਆ ਵੀ ਜਿੱਥੇ ਵੀ ਆਉਣਾ ਲਲਕਾਰ ਕੇ ਆ, ਤੇ ਅਸੀਂ ਤੈਨੂੰ ਵੇਖੀਏ ਵੀ ਤੂੰ ਭਲਾ ਕਰਕੇ ਕੋਈ ਕੰਮ ਕਰ ਸਕਦਾ ਵਾ ਲਲਕਾਰ ਕੇ ਭਲਾ। ਦੂਜੀ ਗੱਲ ਕਰਦਾ 2020 ਦੀ ਖਾਲਿਸਤਾਨ ਦੀ ਗੱਲ ਇਹਨੇ ਕੀਤੀ ਇਸ ਬੰਦੇ ਨੇ। ਕੋਈ ਇੱਥੇ ਖਾਲਿਸਤਾਨ ਦਾ ਨਾਰਾ ਮਾਰਿਆ ਕਿਸੇ ਨੇ? ਕੋਈ 2020 ਦੀ ਗੱਲ ਕੀਤੀ ਇੱਥੇ ਕਿਸੇ ਨੇ? ਕੋਈ ਸੰਤ ਭਿੰਡਰਾਂ ਵਾਲੇ ਜਰਨੈਲ ਸਿੰਘ ਦੀ ਗੱਲ ਹੋਈ? ਜਾਣ ਬੁੱਝ ਕੇ ਸਾਨੂੰ ਖਾਲਿਸਤਾਨੀ, ਸਾਨੂੰ ਉਹ ਪਾਕਿਸਤਾਨ ਨਾਲ ਸੰਬੰਧਿਤ, ਸਾਨੂੰ ਕਦੀ ਕਿਸੇ ਬੰਨੇ ਨੂੰ ਤੋੜ ਦਿੰਦੇ, ਕਦੀ ਕਿਸੇ ਬੰਨੇ ਤੋੜ ਦਿੰਦੇ ਵੀ ਇਹ ਕੱਟੜਪੰਥੀਏ ਆ। ਗੱਲ ਭਟਕਾਉਣ ਮਾਰੇ ਵੀ ਜਿਹੜਾ ਪ੍ਰਸ਼ਾਸਨ ਹੈ, ਪ੍ਰਸ਼ਾਸਨ ਵੀ ਸਾਡੀ ਸੁਣੇ, ਇਹਨਾਂ ਦੀ ਨਾ ਸੁਣੇ। ਸਰਕਾਰਾਂ ਸਾਡੀ ਸੁਣਨ। ਕੈਪਟਨ ਸਾਹਿਬ, ਫਲਾਣਾ ਸਾਹਿਬ, ਆਪਣਾ ਜਗਦੀਸ਼ ਟਾਈਟਰ ਮੇਰਾ ਪਿਓ ਇਦਾਂ ਕਰਦਾ ਰਿਹਾ। ਬੰਦਾ ਪੁੱਛੇ ਇਹਨਾਂ ਬੰਦਿਆਂ ਨੂੰ, ਲੋਕਾਂ ਨੂੰ ਪੁੱਛੇ ਵੀ ਉਹ ਤਾਂ ਤੇਰਾ ਪਿਓ ਹੋ ਗਿਆ ਤੇ ਜਿਨ੍ਹਾਂ ਦਾ ਤੂੰ ਦਿੱਤਾ ਖਾਦਾ, ਕੌਮ ਦਾ ਖਾਦਾ, ਕੌਮ ਦੇ ਹੱਥੀਂ ਪਲਿਆ ਤੂੰ, ਤੇ ਇਹਨਾਂ ਦੀ ਦੇਣੀ ਕੋਈ ਨਹੀਂ ਤੈਨੂੰ, ਇਹਨਾਂ ਗੁਰੂ ਪੀਰਾਂ ਦੀ ਦੇਣੀ ਕੋਈ ਨਹੀਂ। ਅੱਜ ਆ ਕੇ ਤੂੰ ਜਿਹੜਾ ਜਥੇਬੰਦੀਆਂ ਨੂੰ ਲਲਕਾਰਾ ਮਾਰਿਆ, ਇੰਨੀ ਤੇਰੀ ਔਕਾਤ ਹੈਗੀ ਆ। ਕੱਲ ਦਾ ਬੱਚਾ ਇੱਥੋਂ ਭਾਈ ਸਾਹਿਬ, ਮੈਂ ਜਦੋਂ ਆਇਆ ਨਾ ਉਦੋਂ ਮੈਂ ਪੁੱਛਿਆ ਵੀ ਇਹ ਕੌਣ ਆ। ਇਹਦੇ ਘਰ ਦੇ ਲਾਗੋਂ ਪੁੱਛਿਆ, ਅਸੀਂ ਸਾਨੂੰ ਨਹੀਂ ਪਤਾ ਇਹਦਾ ਘਰ ਇੱਥੇ ਆ। ਇਹਦੇ ਘਰ ਦੇ ਲਾਗੋਂ ਪੁੱਛਿਆ, ਗਲੀ 'ਚ ਨਹੀਂ ਪਤਾ ਕਿਸ ਨੂੰ ਇਹ ਕੌਣ ਆ। ਕਰਮਜੀਤ ਸਿੰਘ ਕੌਣ ਆ ਗਿੱਲ, ਗਲੀ 'ਚ ਨਹੀਂ ਪਤਾ। ਇਹਦੀ ਗਲੀ 'ਚ, ਖੁਦ ਦੀ ਗਲੀ 'ਚ ਜਿਹੜੇ ਬੰਦੇ ਦੇ ਫੋਟੋ ਲਾ ਕੇ ਗਿਆ, ਉਹ ਬੰਦੇ ਨੂੰ ਵੀ ਪੁੱਛਿਆ। ਬੰਦਾ ਕਹਿੰਦਾ ਭਾਈ ਸਾਹਿਬ ਕਦੀ ਕਦਾਈ ਮੈਥੋਂ ਨਾ ਸਮਾਨ ਲੈਣ ਆਉਂਦਾ, ਘੜਿਆ ਘੁੜਾ ਜਿੱਦਾਂ ਕੱਚਾ ਘੜਾ ਜਾਂ ਕੋਈ ਚੱਪਣੀ ਉਹ ਵਗੈਰਾ ਲੈਣ ਆਉਂਦਾ ਵਾ, ਤੇ ਉਦੋਂ ਹੀ ਜਿਹੜਾ ਮੈਨੂੰ ਪਤਾ ਵਾ ਵੀ ਇਹ ਮੇਰਾ ਗਾਹਕ ਆ। ਬਾਕੀ ਇਹਦੇ ਘਰ ਬੂਹੇ ਦਾ ਮੈਨੂੰ ਨਹੀਂ ਪਤਾ ਕੌਣ ਆ ਕੌਣ ਨਹੀਂ। ਤੇ ਇਹ ਆ ਕੇ ਮਿੰਨਤ ਕਰਕੇ ਤੇ ਮੇਰੇ ਇੱਥੇ ਫੋਟੋ ਲਾ ਗਿਆ, ਤੇ ਮੇਰੀ ਕੋਈ ਗਲਤੀ ਨਹੀਂ, ਹੱਥ ਜੋੜਦਾ ਸੀ ਉਹ ਬੰਦਾ। ਤੇ ਚੱਪਣੀ ਨੱਕ ਡੋਬਣ ਵਾਸਤੇ ਖੜਦਾ ਹੋਊਗਾ ਇੱਥੇ ਵੀ ਹੁਣ ਨੱਕ ਡੋਬਣਾ ਪੈਣਾ, ਜਿਹੜੀ ਕਰਤੂਤ ਕੀਤੀ। ਫਿਰ ਇਹਨੇ ਲਲਕਾਰ ਮਾਰੀ। ਕੱਲ ਨੂੰ ਅਸੀਂ 12 ਵਜੇ, ਪੂਰੇ 12 ਵਜੇ ਮੀਡੀਆ ਦੇ ਵਿੱਚ ਬੋਲਿਆ ਕਿ ਤੂੰ ਕਹਿੰਦਾ ਹਾਂ ਵੀ ਬੋਰਡ ਮੈਨੂੰ ਪੁੱਛ ਕੇ ਲਾਉਂਦੇ ਤੇ ਮੈਂ ਵਹਿੰਦਾ। ਅਸੀਂ ਇਹਨੂੰ ਫਿਰ ਕੱਲ 12 ਵਜੇ ਮੀਡੀਆ ਦੇ ਵਿੱਚ ਵੀ ਫੋਨ ਵੀ ਸਿੰਘਾਂ ਨੇ ਕੀਤੇ ਇਹਨੂੰ ਵੀ ਤੂੰ 12 ਵਜੇ ਵੀਰ ਉੱਥੇ ਪਹੁੰਚ। ਅਸੀਂ ਜਿੱਥੇ ਬੋਰਡ ਲਾਇਆ ਸੀ ਕੱਲ 12 ਵਜੇ ਅਸੀਂ ਉੱਥੇ ਫਿਰ ਆ ਰਹੀ। ਜੇ ਤੇਰੇ 'ਚ ਹਿੰਮਤ ਆ, ਜੇ ਤੂੰ ਪੀਤਾ ਮਾਂ ਦਾ ਦੁੱਧ, ਤੂੰ ਸ਼ੇਰ ਵਾਲੇ ਲਲਕਾਰੇ ਮਾਰਦਾ, ਜੇ ਤੂੰ ਸ਼ੇਰਨੀ ਦਾ ਪੀਤਾ ਵਾ ਤੇ ਫਿਰ ਤੂੰ ਉੱਥੇ ਪਹੁੰਚੇਗਾ। ਜੇ ਕਿਸੇ ਕੁੱਤੀ ਦਾ ਪੀਤਾ ਜਾਂ ਕਿਸੇ ਬੱਕਰੀ ਦਾ ਪੀਤਾ ਜਾਂ ਕਿਸੇ ਖੋਤੀ ਦਾ ਪੀਤਾ ਵਾ, ਫੇਰ ਨਹੀਂ ਤੂੰ ਉੱਥੇ ਪਹੁੰਚਦਾ। ਤੇ ਗੱਲ ਉਹੀ ਹਕੀਕਤ ਨੇ ਕਰਤੀ। ਮੈਂ ਤਰਲੇ ਵੀ ਲਏ, ਹੱਥ ਵੀ ਜੋੜੇ ਸੀ ਵੀ ਮੇਰੀ ਬੇਨਤੀ ਸੁਣ ਲਾ, ਤੇਰੀ ਮਿਹਨਤੀ ਤੇਰੇ ਅੱਗੇ ਵੀ ਅਸੀਂ ਸੂਰੀਪੁਰ ਵੀ ਬੜਾ ਖਰਾਬ ਹੋਏ ਆ, ਟਾਈਮ ਦੇ ਕੇ ਸ਼ਿਵ ਸੈਨਾ ਵਾਲੇ ਨਹੀਂ ਆਉਂਦੇ, ਤੇ ਬੇਨਤੀ ਸਾਨੂੰ ਸਿੰਘਾਂ ਨੂੰ ਨਾ ਖਰਾਬ ਕਰੀ। ਸਾਡਾ ਇੰਨਾ ਟਾਈਮ ਨਹੀਂ ਹੈਗਾ, ਅਸੀਂ ਨਹੀਂ ਵੇਲੇ ਕਿਰਤੀ ਅਸੀਂ ਸਾਰੇ ਮਾਲ ਡੰਗਰ ਵਾਲੇ, ਕੋਈ ਵਿਚਾਰਾ ਟੈਂਪੂ ਚਲਾਉਂਦਾ, ਕੋਈ ਕਿਸ ਤਰ੍ਹਾਂ ਦੀ ਕਿਰਤ ਕਰਦਾ ਵਾ, ਤੇ ਸਾਡੀ ਇੰਨੀ ਜਿਹੜੀ ਆ ਇੰਨਾ ਟਾਈਮ ਨਹੀਂ ਹੈਗਾ ਵੀ ਇਹਨਾਂ ਤੁਹਾਡੇ ਵਰਗੇ ਬੇਵਕੂਫਾਂ ਦੇ ਮਗਰ ਅਸੀਂ ਭੱਜੇ ਫਿਰੀਏ। ਅਸੀਂ ਖੀਰ ਦੀ ਤਾਂ ਪਹਿਲੀ ਲਲਕਾਰ ਜਿਹੜੀ ਆ ਇਹਦੀ ਸਵੀਕਾਰ ਕੀਤੀ ਆ। ਅੱਜ ਤੋਂ ਗਾ ਕੁੱਤਿਆਂ ਨੂੰ ਜੋ ਮਰਜ਼ੀ ਬਕਵਾਸ ਕਰੀ ਜਾਵੇ, ਅਸੀਂ ਇਹਦੇ ਜਿਹੜੀ ਆ ਇਹਨੂੰ ਇਗਨੋਰ ਕਰਾਂਗੇ, ਅਸੀਂ ਇਹਦੇ ਮਗਰ ਨਹੀਂ ਆਵਾਂਗੇ। ਦੂਜੀ ਗੱਲ ਇਹ ਹਾਈਲਾਈਟ ਹੋਣ ਕਰਕੇ ਬੰਦੇ ਮੀਡੀਆ 'ਚ ਜਿਹੜਾ ਬਿਆਨ ਦਿੰਦੇ ਆ, ਜੇ ਮਰਦ ਹੁੰਦਾ ਦੇ ਕਾਰਨ ਕਹਿ ਸਕਦੇ ਆ, ਸੁਧੀਰ ਸੂਰੀ ਹੋ ਗਿਆ, ਕਰਮਜੀਤ ਹੋ ਗਿਆ, ਹੋਰ ਕਈ ਇਹੋ ਜਿਹੇ ਬੰਦੇ ਆ ਜਿਹੜੇ ਗਨਮੈਨ ਦੀ ਖਾਤਰ ਸ਼ਾਇਦ ਮੀਡੀਆ 'ਚ ਆ ਰਹੇ। ਬਿਲਕੁਲ ਜੀ, ਗੱਲ ਤੇ ਇੱਥੇ ਕੋਈ ਵੀ ਖਾਲਿਸਤਾਨ ਦੀ ਜਾਂ ਸੰਤ ਭਿੰਡਰਾਂ ਵਾਲੇ ਦੀ ਨਹੀਂ ਹੁੰਦੀ। ਇਹ ਜਾਣ ਬੁੱਝ ਕੇ ਮੀਡੀਆ ਦੇ ਵਿੱਚ ਸੰਗਤ ਨੂੰ ਛੇੜਦੇ ਨੇ, ਤੇ ਇਹਦੇ ਜੇ ਛੇੜਦੇ ਆ ਸੰਗਤ ਫਿਰ ਆਉਂਦੀ ਆ। ਕੋਈ ਭਾਵਕ ਹੋ ਕੇ ਬੱਚੇ ਜਿਹੜੇ ਆ ਉਹ ਆ ਗਏ ਇਹਨਾਂ ਦੇ ਬੂਹੇ ਕੇ ਲਲਕਾਰਾ ਮਾਰਦੇ, ਫਿਰ ਕਹਿੰਦੇ ਸਿੱਖ ਆ ਕੇ ਸਾਡੇ ਪੈ ਗਏ, ਸਾਨੂੰ ਮਾਰਦੇ ਲੱਗੇ। ਫਿਰ ਉਹ ਸਕਿਉਰਟੀਆਂ ਜਿਹੜੀਆਂ ਦਵਾ ਦਵਾ, ਜੇ ਕੋਈ ਫੋਨ ਤੇ ਗੱਲ ਬੱਚਾ ਕੋਈ ਧਮਕੀ ਦੇ ਦਿੰਦਾ, ਫਿਰ ਇਹ ਦਬਦਾ ਸਕਿਉਰਟੀਆਂ ਉਸੇ ਵੇਲੇ ਲਿਖ ਕੇ ਦੇ ਦਿੰਦੇ ਆ। ਉੱਤੋਂ ਸੈਂਟਰ ਵੱਲੋਂ ਸਕਿਉਰਟੀਆਂ ਆ ਜਾਂਦੀਆਂ ਇਹਨਾਂ ਨੂੰ, ਤੇ ਇਹਨਾਂ ਨੂੰ ਜਿਹੜਾ ਵਾ ਵੱਧ ਤੋਂ ਵੱਧ ਪ੍ਰਮੋਟ ਕੀਤਾ ਜਾਂਦਾ। ਬਾਅਦ ਦੇ ਵਿੱਚ ਇਹ ਬੰਦੇ ਖੁੱਲ੍ਹ ਜਾਂਦੇ ਆ। ਜੇ ਅੱਜ ਹੀ ਨੱਥ ਪੈ ਜੇ ਇਹਨਾਂ ਨੂੰ, ਅੱਜ ਹੀ ਅੰਦਰ ਕੀਤੇ ਜਾਣ, ਸੂਰੀ ਅੰਦਰ ਹੁੰਦਾ ਫਿਰਦਾ ਵਾ। ਹੁਣੇ ਪ੍ਰਸ਼ਾਸਨਿਕ ਅਧਿਕਾਰੀ ਵੀ ਤੁਹਾਡੇ ਕੋਲ ਆਏ ਸੀ, ਤੁਸੀਂ ਆਪ ਹੀ ਦੱਸਿਆ ਕਿ ਵੱਡੀਆਂ ਪਦਵੀਆਂ ਜਿਹੜੀਆਂ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਇੱਥੇ ਬੈਠੇ ਆ, ਕੀ ਆਸ ਰੱਖਦੇ ਹੋ ਤੇ ਕਿੰਨਾ ਕੁ ਟਾਈਮ ਇਹਨਾਂ ਦਰੀਆਂ ਤੇ ਬਹਿਣਾ ਪਊ? ਭਾਈ ਸਾਹਿਬ ਇਹ ਤੇ ਅਰਦਾਸ ਬੇਨਤੀ ਕਰਕੇ ਤੁਰੇ ਸਾਂ ਅਸੀਂ ਗੁਰਦੁਆਰੇ ਸਾਹਿਬੋਂ, ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਅੱਗੇ, ਗੁਰੂ ਗ੍ਰੰਥ ਸਾਹਿਬ ਜੀ ਅੱਗੇ, ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ, ਅਰਦਾਸ ਕਰਕੇ ਤੁਰੇ ਹਾਂ ਵੀ ਕੁਝ ਨਾ ਕੁਝ ਇਸ ਬੰਦੇ ਤੇ ਕਰਵਾ ਕੇ ਅਸੀਂ ਮੁੜਨਾ ਜਾਂ ਕਰਕੇ ਮੁੜਨਾ। ਜੇ ਤੂੰ ਆਪ ਟੱਕਰ ਪੈਂਦਾ ਤੇ ਅੱਜ ਕੁਝ ਨਾ ਕੁਝ ਹੋ ਜਾਣਾ ਅਸੀਂ, ਕਿਉਂਕਿ ਬੜੇ ਚਿਰ ਦੀਆਂ ਮਨ ਦੇ ਵਿੱਚ ਅਸੀਂ ਰੀਝਾਂ ਲਾ ਕੇ ਬੈਠੇ ਹਾਂ, ਬੜੀਆਂ ਤਮੰਨਾ ਸੀ ਮਨ ਦੇ ਵਿੱਚ ਵੀ ਕੋਈ ਤਾਂ ਇਦਾਂ ਦਾ ਟੱਕਰੇ ਵੀ ਜਿਹੜਾ ਲਲਕਾਰ ਕੇ ਸਾਡੇ ਟਾਈਮ ਤੇ ਆ ਜੇ। ਪਰ ਅੱਜ ਫਿਰ ਸਾਡੀ ਨਾ ਬੜੀ ਮਨ ਨੂੰ ਠੇਸ ਪਹੁੰਚੀ ਇਸ ਚੀਜ਼ ਦੀ ਵੀ ਸਾਡੇ ਜਿਹੜੇ ਟੱਕਰੇ ਆ ਬੁਜ਼ਦਲਾਂ ਨਾਲ ਹੁੰਦੇ ਆ, ਮਰਦਾਂ ਨਾਲ ਨਹੀਂ ਹੁੰਦੇ। ਕਾਸ਼ ਅੱਜ ਮਰਦ ਨਾਲ ਟਾਕਰਾ ਸਾਡਾ ਹੋ ਜਾਂਦਾ ਤਾਂ ਸਾਨੂੰ ਵੀ ਪਤਾ ਲੱਗਦਾ ਕਿ ਅੱਗੇ ਕੋਈ ਮਰਦ ਟੱਕਰਿਆ, ਪਰ ਬੱਕਰੀਆਂ ਮਾਰ ਕੇ ਲਲਕਾਰੇ ਮਰਦਾਂ ਵਾਲੇ ਤੇ ਫਿਰ ਮੰਜੀ ਥੱਲੇ ਵੜ ਜਾਂਦੇ ਆ। ਹੁਣ ਦੋ ਜਿੰਦਰੇ ਘਰ ਨੂੰ ਵੱਜੇ ਜੋ ਇਹਦੇ, ਮੌਕੇ ਤੇ ਜਾ ਕੇ ਵੇਖ ਲਓ। ਪ੍ਰਸ਼ਾਸਨ ਵੱਲੋਂ ਕੀ ਦੱਸਿਆ ਗਿਆ ਤੁਹਾਨੂੰ, ਕਦੋਂ ਤੱਕ FIR ਦੀ ਕਾਪੀ ਤੁਹਾਡੇ ਤੱਕ ਪਹੁੰਚਣ ਦੀ ਗੱਲਬਾਤ ਹੋ ਰਹੀ ਹੈ? ਬਿਲਕੁਲ ਭਾਈ ਸਾਹਿਬ, ਤੁਹਾਨੂੰ ਅੱਗੇ ਵੀ ਦੱਸ ਚੁੱਕੇ ਹਾਂ ਕਿ
ਸ਼ਾਮਾਂ ਦਾ ਟਾਈਮ ਉਹਨਾਂ ਦਿੱਤਾ ਵੀ ਅੱਜ ਸ਼ਾਮਾਂ ਤੱਕ ਅਸੀਂ FIR ਦੀ ਕਾਪੀ ਜਿਹੜੀ ਤੁਹਾਨੂੰ ਦੇ ਦਾਂਗੇ। ਪਰ ਜਿਹੜੇ ਸਿੰਘਾਂ ਨੂੰ ਸੰਗਤ ਨੇ ਬਾਹਰ ਘੱਲਿਆ ਉਹ ਸਿੰਘ ਫਿਰ ਜਿੱਦਾਂ ਆਮ ਸਾਡੇ ਆਗੂ ਜਿੱਦਾਂ ਅੱਗੇ ਕਰਦੇ ਆ ਫੈਸਲੇ ਹੀ ਆ ਕੇ ਬਾਹਰ ਸੁਣਾਉਂਦੇ ਵੀ ਆਹ ਗੱਲ ਹੋ ਗਈ ਪ੍ਰਸ਼ਾਸਨ ਨਾਲ, ਉਹ ਗੱਲ ਅਸੀਂ ਨਹੀਂ ਕਰਨੀ। ਅਸੀਂ ਤਾਂ ਜੋ ਵੀ ਆ ਪਹਿਲਾਂ ਸੰਗਤ ਨਾਲ ਫੈਸਲਾ ਕਰਾਂਗੇ ਵੀ ਅੰਦਰ ਆਹ ਗੱਲ ਹੋਈ ਆ ਤੇ ਇਹਦਾ ਫੈਸਲਾ ਹੁਣ ਕੀ ਕਰਨਾ। ਸੰਗਤ ਨੇ ਲਲਕਾਰਾ ਕੋ ਮਾਰਿਆ ਕਿ ਜਿੰਨਾ ਚਿਰ ਇਹ ਬੰਦੇ FIR ਦੀ ਕਾਪੀ ਨਹੀਂ ਦਿੰਦੇ ਤੇ ਭਾਈ ਸਾਹਿਬ ਆਪਾਂ ਇੱਥੇ ਦਰੀਆਂ ਵਿਛਾਵਾਂਗੇ ਬਵਾਂਗੇ, ਭਾਵੇਂ ਅੱਜ ਸ਼ਾਮਾਂ ਤੱਕ ਦੇ ਦੇਣ, ਭਾਵੇਂ ਕੱਲ ਸ਼ਾਮਾਂ ਤੱਕ ਦੇ ਦੇਣ, ਭਾਵੇਂ ਹਫ਼ਤੇ ਤੱਕ ਦੇ ਦੇਣ, ਹੁਣ ਅਸੀਂ ਇੱਥੇ ਰਹਾਂਗੇ। ਇਹ ਕਰਕੇ ਜਦੋਂ ਕਾਪੀ ਦਿੰਦੇ ਆ ਉਦੋਂ ਜਿਹੜੀ ਇਹ ਕੌਮ ਜਾਂ ਕੌਮ ਦੇ ਆਗੂ ਜਿਹੜੇ ਇੱਥੇ ਉੱਠਣਗੇ, ਨਹੀਂ ਤਾਂ ਨਹੀਂ ਉੱਠਣਗੇ। ਪ੍ਰਸ਼ਾਸਨ ਨੂੰ ਮੌਕਾ ਨਾ ਦਿੱਤਾ ਹੁੰਦਾ ਵਾ ਤੇ ਫਿਰ ਤਾਂ ਅਸੀਂ ਮੰਨਦੇ ਕਿ ਹਾਂ ਪ੍ਰਸ਼ਾਸਨ ਕਹਿੰਦਾ ਕਿ ਤੁਸੀਂ ਮੌਕਾ ਨਹੀਂ ਦਿੱਤਾ ਸਾਨੂੰ। ਪ੍ਰਸ਼ਾਸਨ ਨੂੰ ਮੌਕੇ ਦੇ ਚੁੱਕੇ ਆ ਤੇ ਪ੍ਰਸ਼ਾਸਨ ਫਿਰ ਵੀ ਅੱਜ ਅਣਗੌਲ ਕਰ ਰਿਹਾ ਤੇ ਇਹ ਪ੍ਰਸ਼ਾਸਨ ਦੀਆਂ ਨਲਾਇਕੀਆਂ ਨੇ। ਅਸੀਂ ਚਾਹੁੰਦੇ ਆ ਕਿ ਐਸੇ ਬੰਦਿਆਂ ਨੂੰ ਨਾ ਤਾਂ ਉਸ ਵੇਲੇ ਪੈ ਜਾਵੇ ਆ ਤੇ ਮੇਰੇ ਹਿਸਾਬ ਨਾਲ ਇਹ ਕੋਈ ਬੋਲ ਨਹੀਂ ਸਕਦਾ ਕਿ ਹਾਂ ਇਹ ਸਾਰਿਆਂ ਵਾਸਤੇ ਕਾਨੂੰਨ ਇੱਕੋ ਜਿਹਾ ਵਾ। ਸਾਡੇ ਵਾਸਤੇ ਆ ਵੇਖੋ ਸਾਬੋ ਕੀ ਤਲਵੰਡੀ ਨੌਜਵਾਨ ਬੱਚਿਆਂ ਨੇ ਅਰਦਾਸ ਕੀਤੀ ਹੋਵੇਗੀ, ਅਰਦਾਸ ਕੀਤੀ ਆ ਤੇ ਉਹਦੇ ਤੇ FIRਆਂ ਕੱਟ ਕੇ ਤੇ ਉਹਨਾਂ ਨੂੰ ਜੇਲ੍ਹ 'ਚ ਭੇਜਤਾ ਵਾ। ਤੇ ਇਹ ਜਿਹੜੇ ਗੁੰਡੇ ਆ ਸਿੱਖ ਕੌਮ ਦੇ, ਮੈਂ ਤੇ ਸਿੱਖ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿ ਵੇਖੋ ਸਾਰਿਆਂ ਦਾ ਫਰਜ਼ ਬਣਦਾ, ਇਕੱਲਾ ਦਿਲਬਾਗ ਸਿੰਘ ਦਾ ਫਰਜ਼ ਨਹੀਂ ਬਣਦਾ, ਮੇਰਾ ਨਹੀਂ ਬਣਦਾ। ਜੇ ਇੱਥੇ ਗੁਰੂ ਤੇ ਗੁਰੂ ਦੇ ਪੰਥ ਦੀ ਗੱਲ ਆਉਂਦੀ ਆ ਸਾਰੇ ਇਕਮੁੱਠ ਹੋ ਕੇ ਉਸ ਵੇਲੇ ਉਤਰ ਜਾਣੇ ਚਾਹੀਦੇ ਆ। ਅੱਜ ਇੱਥੇ ਮੋਰਚਾ ਜਾਰੀ ਆ, ਪ੍ਰਸ਼ਾਸਨ ਨੂੰ ਆਪਣੇ ਤੌਰ ਤੇ ਜਿਹੜੀ ਕਾਰਵਾਈ ਤੁਰੰਤ ਕਰ ਦੇਣੀ ਚਾਹੀਦੀ ਸੀ। ਸਾਨੂੰ ਇੱਥੇ ਬਹਿਣ ਦੀ ਲੋੜ ਨਹੀਂ ਸੀ ਪੈਣੀ। ਪ੍ਰਸ਼ਾਸਨ ਜਿਹੜਾ ਵਾ ਉਹਨੂੰ ਸ਼ਹਿ ਦੇ ਰਿਹਾ ਵਾ। ਵੇਖੋ ਜੇ 2 ਦਿਨ ਉਹਨੇ ਇਹ ਚੀਜ਼ਾਂ ਬੋਲੀਆਂ ਸੀ ਤੇ ਪ੍ਰਸ਼ਾਸਨ ਦੇ ਕਬਜ਼ੇ ਵਿੱਚ ਇੱਕ ਹਿਸਾਬ ਦਾ ਰਿਹਾ ਕਿ 2 ਦਿਨ ਸਿਕਿਉਰਿਟੀ ਉਹਦੇ ਕੋਲ ਸੀ ਤੇ ਉਹਨੇ ਫਿਰ ਵੀ ਜਾਣ ਬੁੱਝ ਕੇ ਜਿਹੜਾ ਵਾ ਪ੍ਰਸ਼ਾਸਨ ਨੇ ਉਹਨੂੰ ਭਜਾ ਦਿੱਤਾ ਵਾ। ਪਤਾ ਨਹੀਂ ਹੁਣ ਹੈ ਤੇ ਇਹਨਾਂ ਦੇ ਕੋਲ ਹੀ ਆ। ਤੇ ਮੈਂ ਚਾਹੁੰਦਾ ਵਾਂ ਕਿ ਇਸ ਦੇ ਉੱਤੇ ਤੁਰੰਤ ਪਰਿਵਾਰ ਤੇ ਕਾਰਵਾਈ ਹੋਣੀ ਚਾਹੀਦੀ ਆ ਜਾਂ ਕਿਹਦਾ ਹੀਲਾ ਨਾ ਕੋਈ ਕਰ ਸਕੇ। ਤੇ ਜਿਹੜੇ ਐਸੇ ਕੋਈ ਵੀ ਪੰਥ ਦੋਖੀ ਨੇ ਉਹਨਾਂ ਨੂੰ ਨੱਥ ਪਾ ਦੇਣੀ ਚਾਹੀਦੀ ਤੁਰੰਤ ਉਸੇ ਵੇਲੇ। ਇੱਧਰ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਖਾਲਸਾ ਜੀ, ਆਪ ਜੀ ਨੇ ਸਵਾਲ ਕੀਤਾ ਕਿ ਜੇ ਦਰੀਆਂ ਜੋ ਵਿਛਾਈਆਂ ਆਪਾਂ ਇਹਨਾਂ ਨੂੰ ਵਿਛਾਉਣ ਦੀ ਕੀ ਜ਼ਰੂਰਤ ਪੈ ਗਈ। ਇਹ ਮਜਬੂਰ ਕਰ ਦਿੱਤਾ ਇਹਨਾਂ ਨੇ ਸਾਨੂੰ ਇੱਥੋਂ ਤੱਕ। ਜਦੋਂ ਇੰਨੇ ਦਿਨ ਪਹਿਲਾਂ ਇੱਕ ਰਿਪੋਰਟ ਦਿੱਤੀ ਗਈ ਤਾਂ ਉਸ ਰਿਪੋਰਟ ਦੇ ਉੱਤੇ ਕਾਰਵਾਈ ਕਿਉਂ ਨਹੀਂ ਹੋਈ। ਫਿਰ ਉਸਨੇ ਇਹ ਬੋਲਿਆ ਕਿ ਆਪਣਾ ਜਿਹੜਾ ਤੁਸੀਂ ਕੱਲ ਦਾ ਸਾਨੂੰ ਸਮਾਂ ਦਿੱਤਾ ਵੀ ਜਦੋਂ ਜਿੱਥੇ ਸੱਦਣਾ ਸਾਨੂੰ ਸੱਦੋ। ਵੇਖੋ ਜੀ, ਕਿਸੇ ਤੇ ਖਾਲਸਾ ਚੜ੍ਹ ਕੇ ਨਹੀਂ ਜਾਂਦਾ, ਇਹ ਕਲੀਅਰ ਆ। ਤੇ ਜੇ ਕੋਈ ਚੜ੍ਹ ਕੇ ਆਉਂਦਾ ਤੇ ਫਿਰ ਉਹਨੂੰ ਲਾਉਣਾ ਵੀ ਜਾਣਦੇ ਆ। ਜਦੋਂ ਇਹਨਾਂ ਨੇ ਕਿਹਾ ਅੱਜ ਅਸੀਂ 12 ਵਜੇ ਤੋਂ ਲੈ ਕੇ 2 ਵਜੇ ਤੱਕ ਦਾ ਸਮਾਂ ਦਿੱਤਾ ਸੀ, ਸਿੰਘ ਅਜੇ ਵੀ 2 ਨਹੀਂ ਵਜੇ ਉੱਥੇ ਆ ਤੇ 2:11 ਹੋ ਗਏ ਆ ਗਏ ਹੋਣਗੇ ਹੁਣ ਸਿੰਘ। ਹੁਣ ਇਹਨਾਂ ਨੇ ਪ੍ਰਸ਼ਾਸਨ ਜੇ ਕਾਰਵਾਈ ਆਪਣੀ ਠੀਕ ਕਰਦਾ ਹੋਵੇ ਤੇ ਸ਼ਾਇਦ ਸਾਨੂੰ ਇੱਥੇ ਬਹਿਣ ਦੀ ਜ਼ਰੂਰਤ ਨਾ ਪਵੇ। ਵੇਖਿਆ ਜਾਵੇ ਜੋ ਸਿੱਖ ਧਰਮ ਦੀ ਕੋਈ ਮੁੱਦਾ ਹੋਵੇ, ਖਾਲਿਸਤਾਨ ਦਾ ਮੁੱਦਾ ਹੋਵੇ, ਉਹ 'ਤੇ ਇਹਨਾਂ ਨੇ ਕੀ ਕਰਨਾ ਹੈ। ਅਰਦਾਸ ਹੋਈ ਸੀ ਪਿੱਛੇ, ਸਿੰਘ ਉਹ ਫੜਿਆ ਗਿਆ। ਜੇ ਉਹ ਫੜਿਆ ਜਾ ਸਕਦਾ ਤੇ ਇਹ ਕਿਹੜੇ ਖੇਤ ਦੀ ਮੂਲੀ ਆ, ਇਹਨੂੰ ਕਿਉਂ ਨਹੀਂ ਫੜ ਸਕਦੇ। ਅੰਮ੍ਰਿਤਸਰ ਦਾ ਰਹਿਣ ਵਾਲਾ, ਲਾਗੇ ਥਾਣਾ ਮੇਰੇ ਹਿਸਾਬ ਨਾਲ 200 ਮੀਟਰ ਲਾ ਲੈਂਦੇ ਅਸੀਂ, 400 ਮੀਟਰ ਕੋਈ ਜ਼ਿਆਦਾ ਨਹੀਂ। ਇਹਦੇ ਘਰਦਿਆਂ ਨੂੰ ਇਹਦੇ ਪਰਿਵਾਰ ਨੂੰ ਚੁੱਕ ਕੇ ਸੁੱਟਣਾ ਅੰਦਰ ਤੇ ਕਿਉਂ ਨਹੀਂ ਫੜਿਆ ਜਾਂਦਾ। ਇਹ ਕਰਕੇ ਇਸ ਚੀਜ਼ ਦਾ ਅਸੀਂ ਵਿਰੋਧ ਕਰਦੇ ਹਾਂ। ਪ੍ਰਸ਼ਾਸਨ ਨੂੰ ਵੀ ਇਹ ਗੱਲ ਆਉਂਦੇ ਆ ਕਿ ਭਾਈ ਆਪਣੀ ਜੋ ਤੁਹਾਡੀ ਕਾਰਵਾਈ ਤੁਹਾਡੇ ਕੋਲੋਂ ਬਣਦੀ ਉਸ ਚੀਜ਼ ਦਾ ਤੁਸੀਂ ਆਪਣੇ ਜੋ ਬਿਆਨ ਅਸੀਂ ਦੇ ਰਹੇ ਹਾਂ ਇਹ ਬਿਲਕੁਲ ਕੋਈ ਇਹ ਨਹੀਂ ਵੀ ਕਿਸੇ ਦੇ ਚੁੱਕਣਾ ਚਾਣ ਕੇ ਜਾਂ ਖਾਲਿਸਤਾਨ ਦੇ ਮੁੱਦੇ ਕਰਕੇ ਜਾਂ 2020 ਦੇ ਮੁੱਦੇ ਕਰਕੇ ਕੋਈ ਨਹੀਂ ਹੈ ਜੀ। ਔਰ ਸਾਡਾ ਇਹੀ ਜਿਹੜਾ ਪੈਨਲ ਲੱਗਾ ਸੀ ਉਹਦੇ ਮੁੱਦੇ ਤੇ ਗੱਲਬਾਤ ਹੋ ਰਹੀ ਆ। ਆਪਾਂ ਵੀਰ ਦਿਲਬਾਗ ਸਿੰਘ ਲਾਸਟ ਵਿੱਚ ਚੱਲਦੇ ਹਾਂ। ਦਿਲਬਾਗ ਸਿੰਘ ਕੀ ਕਹਿਣਾ ਚਾਹੋਗੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਠੀਕ ਹੈ ਭਾਈ ਸਾਹਿਬ, ਗੱਲ ਇਸ ਤਰ੍ਹਾਂ ਵਾ ਕਿ 4 ਵਜੇ ਤੱਕ ਅਸੀਂ ਇੱਥੇ ਵੇਟ ਕਰਾਂਗੇ ਕਿਉਂਕਿ ਅਸੀਂ ਬੱਧੇ ਨਹੀਂ ਕਿਸੇ ਦੇ ਵੀ ਜਿਹੜੇ ਇੱਥੇ ਅਸੀਂ ਬੈਠੇ ਰਹੀਏ। 2 ਘੰਟੇ ਦਾ ਪ੍ਰਸ਼ਾਸਨ ਨੂੰ ਟਾਈਮ ਆ। 2 ਘੰਟਿਆਂ ਬਾਅਦ ਅਸੀਂ ਸੜਕ 'ਤੇ ਜਾ ਕੇ ਧਰਨਾ ਲਾਵਾਂਗੇ ਕਿਉਂਕਿ ਇੱਥੇ ਬੈਠਿਆਂ ਦਾ ਇਹਨਾਂ ਨੂੰ ਕੀ ਅਸਰ। ਜੇ ਤਾਂ ਪ੍ਰਸ਼ਾਸਨ ਕੋਈ ਫੈਸਲਾ ਸੁਣਾ ਦਿੰਦਾ ਠੀਕ ਆ, ਨਹੀਂ ਤਾਂ 4 ਵਜੇ ਪੂਰਾ ਅਸੀਂ ਧਰਨਾ ਜਿਹੜਾ ਵਾ ਉੱਥੇ ਜਾ ਕੇ ਰੋਡ ਦੇ ਉੱਤੇ ਜਿਹੜਾ ਮਜੀਠਾ ਰੋਡ ਜਾਮ ਕਰਾਂਗੇ ਜੀ। ਸਾਰੇ ਜਥੇਬੰਦੀਆਂ ਨੂੰ ਅਪੀਲ ਆ ਕਿ ਜਿੰਨੀਆਂ ਵੀ ਸਿੱਖ ਜਥੇਬੰਦੀਆਂ ਸਾਰਿਆਂ ਦੇ ਚਰਨਾਂ 'ਚ ਅਪੀਲ ਆ ਕਿ ਜਿੰਨੇ ਵੀ ਵੀਰ ਆ ਕੌਮ ਦੇ ਆਗੂ ਆ ਜਾਂ ਕੌਮ ਦੇ ਨਾਲ ਚੱਲਣ ਵਾਲੇ ਵੀਰ ਆ, ਕੌਮ ਆ, ਸਾਰਿਆਂ ਨੂੰ ਬੇਨਤੀ ਆ ਕਿ ਸਾਰੇ ਵੀਰ ਇੱਥੇ ਪਹੁੰਚਣ ਦੀ ਕਿਰਪਾਲਤਾ ਕਰੋ। ਗੁਰੂ ਨਾਨਕ ਹਸਪੀਟਲ ਦੇ ਅਗਲੇ ਬੰਨੇ ਸਦਰ ਹਸਪਤਾਲ, ਉਹ ਸਦਰ ਥਾਣਾ ਤੇ ਨਾਲ ਹੀ ਤੁੰਗਾ ਵਾਲਾ ਜਿਹੜਾ ਚੌਂਕ ਆ ਉੱਥੇ ਜਿਹੜਾ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਬਿਲਕੁਲ ਜੀ, ਗੱਲਬਾਤ ਤਾਂ ਹੋ ਚੁੱਕੀ ਆ ਸਾਰਿਆਂ ਦੇ ਨਾਲ ਹੀ ਤੇ ਇੱਕ ਫੈਸਲਾ ਲੈ ਲਿਆ ਗਿਆ ਕਿ 2 ਤੋਂ 4 ਵਜੇ ਤੱਕ ਸਮਾਂ ਇੱਥੇ ਆ ਕਿਉਂਕਿ
2 ਘੰਟੇ ਦਾ ਸਮਾਂ ਹੋਰ ਆ। ਜੇ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤੇ ਇਹਨਾਂ ਵੀਰਾਂ ਵੱਲੋਂ ਕਿਹਾ ਜਾ ਰਿਹਾ ਕਿ ਥੋੜੀ ਦੇਰ ਬਾਹਰ ਆਪਾਂ ਤੇ ਗੱਲ ਕਰਦੇ ਆ ਤੇ ਰੋਡ ਹੈ, ਇਹਨੂੰ ਰੋਡ ਨੂੰ ਜਾਮ ਕਰ ਦਿੱਤਾ ਜਾਊਗਾ। 2 ਘੰਟੇ ਇੱਥੇ ਆ, 2 ਘੰਟੇ ਤੋਂ ਬਾਅਦ ਤੇ ਜਿਹੜਾ ਕਿ ਧਰਨਾ ਜਿਹੜੀਆਂ ਦਰੀਆਂ ਵਿਛੀਆਂ ਵਾ ਇਹ ਰੋਡ ਤੇ ਚਲੇ ਜਾਣਗੀਆਂ। ਵੇਖਦੇ ਆ ਸ਼ਾਇਦ ਪ੍ਰਸ਼ਾਸਨਿਕ ਅਧਿਕਾਰੀ ਵੱਡੀ ਕਾਰਵਾਈ ਕਰਦੇ ਆ, ਕਿਉਂਕਿ ਇਸ ਕਾਰਵਾਈ ਦਾ ਅਸਰ ਜਿਹੜਾ ਹੈਗਾ ਵਾ ਉਹ ਕਰਮਜੀਤ ਸਿੰਘ ਜਿਹੜਾ ਕਿ ਕਰਮ ਹੈਗਾ ਵਾ ਉਹਦੇ 'ਤੇ ਪੈਣਾ ਵਾ। ਉਹਦੇ ਵੱਲੋਂ ਭੜਕਾਹਟ ਪੈਦਾ ਕੀਤੀ ਗਈ ਆ, ਉਸੇ ਨੂੰ ਰੋਕਣ ਵਾਸਤੇ ਹੀ ਅੱਗੇ ਤੋਂ ਜਥੇਬੰਦੀਆਂ ਸੋਚ ਰਹੀਆਂ ਕਿ ਉਸ ਰੋਹ ਨੂੰ ਕਿਵੇਂ ਸ਼ਾਂਤ ਕੀਤਾ ਜਾ ਸਕਦਾ। ਵੇਖਦੇ ਆ ਪ੍ਰਸ਼ਾਸਨ ਕਿਸ ਕਰਵਟ ਬੈਠਦਾ ਤੇ ਸਿੱਖ ਜਥੇਬੰਦੀਆਂ ਵੱਲੋਂ ਅੱਗੇ ਕੀ ਕਾਰਵਾਈ ਕੀਤੀ ਜਾਂਦੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੁਛ ਫੋਟੋ ਵੀ ਪਹੁੰਚ ਚੁੱਕੀ ਆ, ਕੀ ਧਰਾਵਾਂ ਲਾਈਆਂ ਗਈਆਂ ਕੁਛ ਇਹਦੇ ਬਾਰੇ ਪਤਾ ਲੱਗ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਆਪਾਂ ਸਾਰੇ ਜਾਣਦੇ ਹਾਂ ਵੀ ਜਿਹੜੀ ਸੰਗਤ ਜਥੇਬੰਦੀਆਂ ਦੇ ਆਗੂ ਸਾਹਿਬਾਨ ਸੇਵਾਦਾਰ ਸਾਰੇ ਇੱਥੇ ਬੈਠੇ ਸੀਗੇ, ਉਹਨਾਂ ਦੇ ਵੱਲੋਂ ਮੰਗ ਸੀ ਕਿ ਉਸ ਦੁਸ਼ਟ ਦੇ ਉੱਤੇ ਜਿਹੜੀ ਆ ਉਹ ਕਾਨੂੰਨੀ ਕਾਰਵਾਈ ਕੀਤੀ ਜਾਵੇ। ਬੇਸ਼ੱਕ 295 ਜਿਹੜੀ ਉਹ ਬਣਦੀ ਵੀ ਆ ਉਹਦੇ ਤੇ ਜਿਹੜੀ ਆ ਉਹਦੇ ਵਾਸਤੇ ਜਿਹੜਾ ਤੁਹਾਨੂੰ ਪਤਾ ਪ੍ਰੋਸੀਜਰ ਹੁੰਦਾ ਇੱਕ, ਹੈ ਨਾ। ਡੀਸੀਪੀ ਸਾਹਿਬ ਖੁਦ ਇੱਥੇ ਥਾਣੇ ਆ ਕੇ ਬੈਠੇ ਹੋਏ ਨੇ, ਉਹਨਾਂ ਦੇ ਵੱਲੋਂ 295 ਜਿਹੜੀ ਆ ਉਹਦੀ ਪਰਮਿਸ਼ਨ ਲੈ ਕੇ ਤੇ ਉਹਦੀ ਧਾਰਾ ਜਿਹੜੀ ਵਾਧਾ ਕੀਤਾ ਜਾਵੇਗਾ। ਫਿਲਹਾਲ ਜਿਹੜਾ ਵਾ ਉਹਦੇ ਤੇ ਜਿਹੜੀ ਆ ਅਮਨ ਕਾਨੂੰਨ ਨੂੰ ਭੰਗ ਕਰਨ ਦੀਆਂ ਜਿਹੜੀਆਂ ਧਾਰਾਵਾਂ ਲੱਗਦੀਆਂ ਨੇ, ਜਿਹੜਾ ਉਹਨੇ ਮਾਹੌਲ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਆ, ਉਹ ਲਾ ਕਰਕੇ ਤੇ ਅਗਲੀ ਜਿਹੜੀ ਕਾਰਵਾਈ ਆ ਉਹ ਕਰ ਦਿੱਤੀ ਗਈ ਆ ਤੇ ਸੰਮਨ ਜਾਰੀ ਹੋ ਗਏ ਨੇ ਉਹਦੇ ਅਰੈਸਟ ਵਾਸਤੇ, ਉਹਨੂੰ ਅਰੈਸਟ ਕੀਤਾ ਜਾਵੇਗਾ। ਕੁਛ ਪਤਾ ਲੱਗਾ ਇਸ ਟਾਈਮ ਉਹ ਕਿੱਥੇ ਹੈਗਾ ਕਰਮਜੀਤ? ਜਿਹੜੀ ਹੁਣ ਲਾਸਟ ਲੋਕੇਸ਼ਨ ਸਾਨੂੰ ਪਤਾ ਸੀ, ਜਿਵੇਂ ਫੇਸਬੁੱਕ ਤੇ ਸੀਗੇ ਦੱਸਦੇ ਨੇ ਕਿ ਦਿੱਲੀ ਜਿਹੜਾ ਉਹਦਾ ਕੋਈ ਉਹਨੇ ਜਿਹੜਾ ਪਿਓ ਬਣਾਇਆ ਹੋਇਆ ਆਪਣਾ ਸਿਆਸੀ ਪਿਓ ਸੱਜਣ ਟਾਈਟਲਰ, ਹਾਂ ਉਹਦੀ ਜਾ ਕੇ ਝੋਲੀ 'ਚ ਬੈਠਾ ਉੱਥੇ ਲੁਕਿਆ ਹੋਇਆ ਵਾ। ਤੇ ਪਰ ਪ੍ਰਸ਼ਾਸਨ ਨੇ ਚਲੋ ਜੇ ਹੈ ਨਾ ਫੜਨ ਤੇ ਆ ਗਿਆ ਤੇ ਸੂਰੀ 2.5 ਕਿਲੋਮੀਟਰ ਭੱਜ ਗਿਆ ਸੀਗਾ, ਉੱਥੋਂ ਵੀ ਚੱਕ ਲਏ ਸੀਗੇ। ਤੇ ਜਦੋਂ ਸੰਮਨ ਹੀ ਜਾਰੀ ਹੋ ਜਾਣੇ ਆ ਤੇ ਫਿਰ ਤੁਹਾਨੂੰ ਅਰੈਸਟ ਕਰਕੇ ਪ੍ਰਸ਼ਾਸਨ ਨੇ ਲਿਆਉਣਾ ਹੀ ਹੈ। ਹੁਣ ਤੱਕ ਦੀ ਲੋਕੇਸ਼ਨ ਹੀ ਦਿੱਲੀ ਦੀ ਹੈ ਜੀ ਉਹਦੀ। ਹਾਂਜੀ ਮੁੱਛਲ ਸਾਹਿਬ ਕੀ ਕਹਿਣਾ ਚਾਹੋਗੇ? ਥੋੜਾ ਪਿੱਠ ਹੋ ਰਹੀ ਇਹਨੂੰ ਜੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਜੇ ਸੰਗਤ ਦੇ ਇਕੱਠ ਦਾ ਪ੍ਰਸ਼ਾਸਨ ਤੇ ਦਬਾਅ ਬਣਿਆ ਤੇ ਸੰਗਤ ਦੇ ਇਕੱਠ ਵਿੱਚ ਏਕਤਾ ਦਾ ਜਿਹੜਾ ਹੁੰਦਾ ਵਾ ਬਲ, ਏਕਤਾ ਦਾ ਥਪਾਕ, ਉਹਦੇ ਨਾਲ ਇਹ ਜਿਹੜੀ ਕਾਰਵਾਈ ਹੋਈ ਆ। ਭਾਵੇਂ ਪੁਲਿਸ ਨੇ ਕਹਿਤਾ ਕਿ ਅਸੀਂ ਜਿਹੜਾ ਕੁਲੰਦਰਾ ਵਾ ਇਹਦੀ ਜ਼ਮਾਨਤ ਨਹੀਂ ਹੋਊਗੀ, ਤੇ ਦੂਸਰਾ ਜਿਹੜਾ ਹੋਰ ਹੀ ਧਰਾਵਾਂ ਦੇ ਵਾਧਾ ਵਿੱਚ ਕਰਕੇ ਤੇ ਇਹਨੂੰ ਜਲਦੀ ਹੀ ਅਰੈਸਟ ਕਰਕੇ ਜੇਲ੍ਹ ਵਿੱਚ ਭੇਜਿਆ ਜਾਊਗਾ। ਪੁਲਿਸ ਨੇ ਜ਼ਿੰਮੇਵਾਰੀ ਲਈ ਤੇ ਵਿਸ਼ਵਾਸ ਦਿਵਾਇਆ ਵਾ ਕਿ ਇਹ ਜਿਹੜੇ ਸਿੱਖ ਧਰਮ ਦੇ ਕਿਸੇ ਵੀ ਬਾਰੇ ਕੋਈ ਬੋਲਦਾ ਵਾ, ਪੰਜਾਬ ਦਾ ਮਾਹੌਲ ਖਰਾਬ ਕਰਦਾ, ਉਹਨੂੰ ਕਰਨ ਨਹੀਂ ਦਿੱਤਾ ਜਾਊਗਾ ਤੇ ਅਸੀਂ ਤੁਰੰਤ ਇਹਨਾਂ 'ਤੇ ਕਾਰਵਾਈ ਕਰਾਂਗੇ। ਅੱਜ ਅਸੀਂ ਪ੍ਰਸ਼ਾਸਨ 'ਤੇ ਵਿਸ਼ਵਾਸ ਕਰਦੇ ਹਾਂ, ਕਿਉਂਕਿ ਕਹਿੰਦੇ ਕਿ ਜਦੋਂ ਮਰਜ਼ੀ ਤੁਸੀਂ ਬਾਅਦ ਵਿੱਚ ਵੀ ਇਕੱਠੇ ਹੋ ਸਕਦੇ ਆ। ਬਿਲਕੁਲ ਸੱਚੀ ਗੱਲ ਵਾ ਕਿ ਇਹ ਲੋਕਾਂ ਵਾਸਤੇ, ਪਬਲਿਕ ਵਾਸਤੇ ਬੈਠੇ ਨੇ। ਜੇ ਪਬਲਿਕ ਨੂੰ ਧੋਖੇ ਵਿੱਚ ਰੱਖਦੇ ਨੇ ਤੇ ਅਸੀਂ ਇਹਨਾਂ ਦਾ ਲਿਹਾਜ਼ ਵੀ ਨਹੀਂ ਕਰਾਂਗੇ। ਹਾਂਜੀ ਦਿਲਬਾਗ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਿਲਕੁਲ ਭਾਈ ਸਾਹਿਬ ਨੇ ਸਹੀ ਗੱਲ ਕੀਤੀ। ਪਹਿਲੀ ਗੱਲ ਤਾਂ ਸਾਰੀ ਸੰਗਤ, ਜਿੰਨੀ ਵੀ ਸੰਗਤ ਸਿੰਘ ਚੱਲ ਕੇ ਜਥੇਬੰਦੀਆਂ ਚੱਲ ਕੇ ਆਈਆਂ, ਬਹੁਤ ਬਹੁਤ ਤਹਿ ਦਿਲੋਂ ਧੰਨਵਾਦ ਕਰਦੇ ਇਹਨਾਂ ਵੀਰਾਂ ਦਾ। ਅਕਾਲ ਚੈਨਲ ਵਾਲਿਆਂ ਦਾ ਵੀ ਵੀਰਾਂ ਦਾ ਤੁਹਾਡਾ ਧੰਨਵਾਦ ਕਰਦੇ ਹਾਂ ਅਸੀਂ, ਜਿਹੜਾ ਐਡੀ ਤਗੜੀ ਸੇਵਾ ਤੁਸੀਂ ਸਵੇਰ ਦੀ ਨਾਲ ਜਿਹੜੇ ਕਰ ਰਹੇ ਜੋ। ਤੇ ਬਾਕੀ ਜਿਹੜੀ ਗੱਲ ਆ ਇਹ ਪਰਚੇ ਦੀ, ਇਹ ਤਾਂ ਗੱਲ ਹੋ ਚੁੱਕੀ ਉਹਨਾਂ ਨਾਲ ਵੀ ਜੇ ਤੇ ਭਾਈ ਸਾਹਿਬ ਇਹ ਕੋਈ ਕਾਰਵਾਈ ਇੱਥੇ ਹੋ ਜਾਏਗੀ ਤੇ ਫਿਰ ਤਾਂ ਠੀਕ ਆ, ਤੇ ਜੇ ਕਾਰਵਾਈ ਨਹੀਂ ਹੁੰਦੀ ਤੇ ਫਿਰ ਇਹ ਜਿਹੜਾ ਐਕਸ਼ਨ ਆ ਫਿਰ ਸੜਕਾਂ ਤੇ ਬਵਾਂਗੇ ਅਸੀਂ। ਜਿਹੜੀ ਗੱਲ ਆ ਸਿੱਧੀ ਵੀ ਇਹ ਲਾਲੀਪੋਪ ਦੇ ਕੇ ਜਿਹੜਾ ਵਾ ਇਹ ਕੰਮ ਨਹੀਂ ਸੁਤਰ ਤੁਹਾਡਾ ਆਉਣਾ, ਤੇ ਤੁਹਾਨੂੰ ਜਿਹੜਾ ਕਲੀਅਰ ਹੀ ਇਹ ਦੱਸਣਾ ਪੈਣਾ ਵਾ। 295 ਦਾ ਬਾਅਦ ਦੇ ਵਿੱਚ ਇਹਨਾਂ ਤੇ ਪਰਚਾ ਕਰੋ। ਇਹ ਜਿਹੜੇ ਬੰਦੇ ਆ ਅੱਜ ਉੱਠਦੇ ਆ ਤੇ ਅੱਜ ਹੀ ਇਹ ਠੋਕੇ ਜਾਣ ਤੇ ਇਹ ਗਾਂ ਜਿਹੜੇ ਵੇ ਕਿਸੇ ਵੀ ਕੌਮ ਨੂੰ ਟਾਰਗੇਟ ਨਾ ਕਰਨਗੇ। ਅੱਜ ਜਿਹੜੇ ਬੰਦਿਆਂ ਨੇ ਇਹਨਾਂ ਨੂੰ ਹਵਾ ਮਿਲਦੀ ਆ, ਜਾਂ ਪ੍ਰਸ਼ਾਸਨ ਵੱਲੋਂ ਮਿਲਦੀ ਆ, ਜਾਂ ਸਰਕਾਰਾਂ ਵੱਲੋਂ ਮਿਲਦੀ ਆ, ਜਾਂ ਸੈਂਟਰ ਵੱਲੋਂ ਮਿਲਦੀ ਆ, ਤੇ ਇਹ ਹਵਾ ਨੂੰ ਜਿਹੜਾ ਵਾ ਇਹ ਬੰਦ ਜਿਹੜਾ ਕਰਨਾ ਜ਼ਰੂਰੀ ਆ। ਨਹੀਂ ਤਾਂ ਆਉਣ ਵਾਲੇ ਟਾਈਮ ਦੇ ਸੂਰੀ ਵਾਂਗੂ ਇਹ ਵੀ ਕਈ ਸੂਰੀ ਜਿਹੜੇ ਆ ਇਹ ਕਾਇਮ ਹੋ ਜਾਣਗੇ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਿਵੇਂ ਭਾਈ ਦਿਲਬਾਗ ਸਿੰਘ ਹੁਣਾਂ ਨੇ ਦੱਸਿਆ ਵਾ, ਮੈਂ ਵੀ ਇਸੇ ਚੀਜ਼ ਨਾਲ ਬਿਲਕੁਲ ਅਸੀਂ ਸਹਿਮਤ ਹਾਂ ਕਿ ਜੇ ਤੇ ਆਉਣ ਵਾਲੇ ਦਿਨਾਂ ਵਿੱਚ ਜੋ ਸਾਨੂੰ ਪ੍ਰਸ਼ਾਸਨ ਨੇ ਦਵਾਇਆ ਵਾ ਸਾਨੂੰ ਵਿਸ਼ਵਾਸ, ਜੇ ਤੇ ਉਸੇ ਤਰ੍ਹਾਂ ਇੱਥੇ ਕਾਰਵਾਈ ਕਰਦੇ ਆ ਠੀਕ ਹੈ, ਨਹੀਂ ਤੇ ਫਿਰ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਇਹਨੂੰ ਸੰਘਰਸ਼ ਨੂੰ ਹੋਰ ਜ਼ਿਆਦਾ ਤੇਜ਼ ਕਰਕੇ ਤੇ ਵਿੱਢਾਂਗੇ ਤੇ ਫਿਰ ਅਸੀਂ ਰਸਤੇ ਜਾਮ ਕਰਾਂਗੇ। ਅਸੀਂ ਇਹ ਮਤ ਸੋਚਣ ਵੀ ਅਸੀਂ ਇਹਨਾਂ ਨੂੰ ਇੱਥੋਂ ਜਾਂ ਟਣਕਾ ਕੇ ਜਾਂ ਇੱਥੋਂ ਕੱਢਣ ਵਾਲੀ ਗੱਲ ਹੈ ਵੀ ਇੱਥੋਂ ਚਲੇ ਜਾਣਗੇ। ਠੀਕ ਹੈ, ਅਸੀਂ ਪ੍ਰਸ਼ਾਸਨ ਦੇ ਵਿਸ਼ਵਾਸ ਵਿੱਚ ਇੱਥੋਂ ਜਾ ਰਹੇ ਹਾਂ, ਤੇ ਜੇ ਇਹ ਨਾ ਕਾਰਵਾਈ ਇੱਥੇ ਹੋਈ ਤੇ ਫਿਰ ਆਉਣ ਵਾਲੇ ਦਿਨਾਂ 'ਚ ਅਸੀਂ ਸੰਘਰਸ਼ ਕਰਾਂਗੇ। ਮੰਗ ਅਰੈਸਟ ਦੀ ਹੈ ਕਿ ਕਰਮਜੀਤ ਅਰੈਸਟ ਹੋਣਾ ਚਾਹੀਦਾ? ਹਾਂਜੀ ਹਾਂਜੀ ਬਿਲਕੁਲ ਜੀ, ਤੇ ਸਖਤ ਤੋਂ ਸਖਤ ਕਾਰਵਾਈ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਇਹੋ ਜਿਹਾ ਸ਼ਰਾਰਤੀ ਅਨਸਰ ਫਿਰ ਦੁਬਾਰਾ ਪੰਜਾਬ ਦਾ ਮਾਹੌਲ ਨਾ ਖਰਾਬ ਕਰ ਸਕੇ। ਧੰਨਵਾਦ ਜੀ। ਇਹ ਸਨ ਸਿੱਖ ਜਥੇਬੰਦੀਆਂ ਦੇ ਨੁਮਾਇੰਦੇ ਜਿਹੜੇ ਕਿ ਸਵੇਰ ਦੇ ਹੀ ਪਹਿਲੋਂ ਤੁੰਗਾ ਵਾਲੇ ਪੁਲ ਦੇ ਉੱਤੇ ਇਕੱਠੇ ਹੋਏ ਸੀ। ਉਸ ਤੋਂ ਬਾਅਦ ਦੇ ਵਿੱਚ ਸਦਰ ਥਾਣੇ ਦੇ ਬਾਹਰ
ਧਰਨਾ ਲਗਾ ਦਿੱਤਾ ਗਿਆ ਸੀ ਕਿ ਜਿੰਨਾ ਚਿਰ ਸਾਡੇ ਕੋਲੋਂ ਕੋਈ FIR ਜਾਂ ਅੰਦਰੋਂ ਕੋਈ ਕਾਪੀ ਨਹੀਂ ਆਉਂਦੀ ਉਹਦੇ ਤੇ ਪਰਚਾ ਦਰਜ ਹੋਣ ਦੀ, ਉਹਨਾਂ ਚਿਰ ਇਹ ਧਰਨਾ ਜਾਰੀ ਰਹੂਗਾ। 2 ਵਜੇ ਐਲਾਨ ਕੀਤਾ ਗਿਆ ਸੀ ਕਿ ਅਸੀਂ ਇਸ ਤੋਂ ਬਾਅਦ ਦੇ ਵਿੱਚ 4 ਵਜੇ ਧਰਨਾ ਜਿਹੜਾ ਕਿ ਰੋਡ ਜਾਮ ਕਰ ਦਿਆਂਗੇ, ਪਰ ਪਹਿਲਾਂ ਹੀ ਪ੍ਰਸ਼ਾਸਨ ਇੱਕ ਵੱਡੀ ਜ਼ਿੰਮੇਵਾਰੀ ਸਮਝਦਿਆਂ ਹੋਇਆਂ ਉਹਦੇ ਉੱਤੇ ਪਰਚਾ ਦਰਜ ਕਰ ਦਿੱਤਾ ਗਿਆ। ਪਰ FIR ਦੇ ਵਿੱਚ 295 ਧਾਰਾ ਨਹੀਂ ਲਗਾਈ ਗਈ। ਆਸ਼ਵਾਸਨ ਜ਼ਰੂਰ ਦਿੱਤਾ ਗਿਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਧਾਰਾਵਾਂ ਦੇ ਵਿੱਚ ਵਾਧਾ ਕਰ ਦਿੱਤਾ ਜਾਊਗਾ। ਸਿੱਖ ਜਥੇਬੰਦੀਆਂ ਵਾਲੇ ਨੁਮਾਇੰਦੇ ਵੀ ਇਹੋ ਕਹਿ ਰਹੇ ਆ ਕਿ ਜੇ ਉਹ ਧਾਰਾਵਾਂ ਦੇ ਵਿੱਚ ਵਾਧਾ ਨਹੀਂ ਕੀਤਾ ਜਾਂਦਾ ਤੇ ਫਿਰ ਆਉਣ ਵਾਲੇ ਸਮੇਂ ਦੇ ਵਿੱਚ ਫਿਰ ਸੰਘਰਸ਼ ਵਿੱਢ ਦਿੱਤਾ ਜਾਊਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਕਾਲ ਚੈਨਲ ਨੂੰ ਸਬਸਕ੍ਰਾਈਬ ਕਰੋ। ਨਵੀਂ ਵੀਡੀਓਜ਼ ਦੀ ਨੋਟੀਫਿਕੇਸ਼ਨ ਦੇ ਲਈ ਬੈਲ ਆਈਕਨ ਨੂੰ ਕਲਿੱਕ ਕਰਨਾ ਨਾ ਭੁੱਲਣਾ।